ਗਿਆਨੀ ਭਜਨ ਸਿੰਘ ਦਾ ਨਾਵਲ ਹੈ ਯਾਰੜੇ ਦਾ ਸੱਥਰ। ਪੰਜਵਾਂ ਅੰਗ। ਰੋਂਦੀ ਕੁਰਲਾਉਂਦੀ ਜੀਤੋ ਨੂੰ ਫੜ ਕੇ ਰਹੀਮ ਖਾਨ ਪੱਟੀ ਲੈ ਆਇਆ। ਜਾਫਰ ਬੇਗ ਭਾਈ ਤਾਰਾ ਸਿੰਘ ਨੂੰ ਸ਼ਹੀਦ ਕਰਕੇ ਅਜੇ ਮੁੜਿਆ ਨਹੀਂ ਸੀ, ਇਸ ਲਈ ਇਹਨੇ ਆਪਣੀ ਹਵੇਲੀ ਵਿੱਚ ਹੀ ਇੱਕ ਕਮਰੇ 'ਚ ਜੀਤੋ ਨੂੰ ਡੱਕ ਦਿੱਤਾ। ਜਾਫਰ ਬੇਗ ਪਹਿਲੀ ਵਾਰ ਭਾਈ ਤਾਰਾ ਸਿੰਘ ਤੋਂ ਹਾਰ ਖਾ ਕੇ ਸਿੱਧਾ ਲਾਹੌਰ ਚਲਾ ਗਿਆ ਸੀ ਤੇ ਉੱਥੋਂ ਫੌਜ ਲੈ ਕੇ ਉਸ ਫੇਰ ਚੜ੍ਹਾਈ ਕੀਤੀ। ਉਹਦੀ ਗੈਰ ਹਾਜ਼ਰੀ 'ਚ ਹੀ ਸੋਹਣੇ ਸ਼ਾਹ ਦੇ ਪਿੰਡ ਤੋਂ ਚੌਧਰੀ ਅਤਾਉੱਲਾ ਖਾਨ ਆਇਆ ਤੇ ਉਸ ਰਹੀਮ ਖਾਨ ਨੂੰ ਦੱਸਿਆ ਕਿ ਸੋਹਣੇ ਸ਼ਾਹ ਕੁੜੀ ਦਾ ਵਿਆਹ ਕਰ ਰਿਹਾ ਹੈ, ਜਿਸ ਤੇ ਰਹੀਮ ਖਾਨ ਨੇ ਸੋਚਿਆ ਕਿ ਜੇ ਜਾਫਰ ਬੇਗ ਨੂੰ ਉਡੀਕਦੇ ਰਹੇ ਤਾਂ ਕੁੜੀ ਹੱਥੋਂ ਨਿਕਲ ਜਾਏਗੀ, ਇਸ ਲਈ ਉਹ ਕੁਝ ਆਦਮੀ ਨਾਲ ਲੈ ਕੇ ਜਾ ਪਿਆ ਤੇ ਜੀਤੋ ਨੂੰ ਚੁੱਕ ਲਿਆਇਆ। ਜੀਤੋ ਹਵੇਲੀ ਦੇ ਕਮਰੇ 'ਚ ਬੰਦ ਰੋਂਦੀ ਟੱਕਰਾਂ ਮਾਰਦੀ ਰਹੀ। ਉਸ ਦਰਵਾਜ਼ੇ ਨਾਲ ਮਾਰ ਕੇ ਆਪਣਾ ਮੱਥਾ ਲਹੂ ਲੁਹਾਨ ਕਰ ਲਿਆ, ਪਰ ਆਜ਼ਾਦ ਨਾ ਹੋ ਸਕੀ। ਉਸ ਕਈ ਬੰਦਿਆਂ ਅੱਗੇ ਤਰਲੇ ਕੀਤੇ, ਵੇ ਵੀਰਾ ਤੇਰਾ ਭਲਾ ਹੋਏਗਾ, ਮੈਨੂੰ ਇੱਥੋਂ ਬਚਾਓ, ਤੇਰੇ ਬੱਚੇ ਜਿਉਂਦੇ ਰਹਿਣ, ਵੇ ਜਵਾਨੀਆਂ ਮਾਣੇ। ਪਰ ਹਵੇਲੀ 'ਚ ਫਿਰਨ ਵਾਲੇ ਰਹੀਮ ਦੇ ਸਾਥੀ ਸਨ, ਉਹਨਾਂ ਵਿੱਚੋਂ ਕਿਸੇ ਨਾ ਉਹਦੀ ਮਦਦ ਕੀਤੀ, ਨਾ ਕਿਸੇ ਨੂੰ ਉਹਦੇ ਅਥਰੂਆਂ, ਉਹਦੇ ਤਰਲਿਆਂ ਤੇ ਉਹਦੀ ਤੜਫੜਾਹਟ ਵੇਖ ਕੇ ਖਿਆਲ ਆਇਆ। ਸਗੋਂ ਜਿਹਦਾ ਵੀ ਦਾਅ ਲੱਗਦਾ ਉਹੀ ਉਹਨੂੰ ਮਖੌਲ ਕਰਕੇ ਆਪਣੀ ਹਵਸ ਪੂਰੀ ਕਰਦਾ। ਇਹਨੂੰ ਤੜਪਦੀ ਨੂੰ ਵੇਖ ਕੇ ਹੱਸ ਛੱਡਦਾ ਤੇ ਅੱਖਾਂ ਨਾਲ ਇਸ਼ਾਰੇ ਕਰਦਾ ਟੁਰ ਜਾਂਦਾ। ਜੀਤੋ ਦੀ ਐਲ ਜਵਾਨੀ ਵੇਖ ਕੇ ਰਹੀਮ ਦੇ ਦਿਲ 'ਚ ਇੱਕ ਵਾਰੀ ਤਾਂ ਇਹੀ ਵਿਚਾਰ ਆਇਆ ਕਿ ਇਹ ਫੁੱਲ ਜਾਫਰ ਬੇਗ ਦੇ ਹੱਥ ਨਹੀਂ ਦੇਣਾ ਚਾਹੀਦਾ। ਇਹਦੀ ਜਵਾਨੀ ਤੇ ਸੁੰਦਰਤਾ ਨੂੰ ਪ੍ਰਾਪਤ ਕਰਕੇ ਗੁਆ ਦੇਣਾ ਕਿੱਡੀ ਬਦਕਿਸਮਤੀ ਹੈ। ਪਰ ਜਦੋਂ ਹੀ ਜਾਫਰ ਬੇਗ ਦਾ ਚਿਹਰਾ ਉਹਦੀਆਂ ਅੱਖਾਂ ਸਾਹਮਣੇ ਆਉਂਦਾ ਤਾਂ ਉਹਨੂੰ ਡਰ ਲੱਗਣ ਲੱਗ ਪੈਂਦਾ। ਉਹ ਝੱਟ ਸਮਝ ਜਾਂਦਾ ਕਿ ਜਾਫਰ ਬੇਗ ਨੇ ਇਹ ਬਰਦਾਸ਼ਤ ਨਹੀਂ ਕਰਨਾ ਕਿ ਜਿਸ ਤੇ ਉਹਦੀ ਅੱਖ ਹੈ ਉਹ ਮਾਲ ਹੋਰ ਕੋਈ ਸਾਂਭ ਲਵੇ। ਜਾਫਰ ਬੇਗ ਦੇ ਗੁੱਸੇ ਦਾ ਉਹ ਮੁਕਾਬਲਾ ਕਰਨ ਦੇ ਸਮਰੱਥ ਨਹੀਂ ਸੀ, ਇਸ ਲਈ ਉਹਨੇ ਦੋਵੇਂ ਦਿਨ ਜੀਤੋ ਨੂੰ ਕਮਰੇ ਤੋਂ ਬਾਹਰ ਨਾ ਕੱਢਿਆ ਤੇ ਨਾ ਆਪ ਨੇੜੇ ਫਟਕਿਆ। ਇੱਕ ਜਨਾਨੀ ਦੀ ਡਿਊਟੀ ਲਾਤੀ ਕਿ ਉਹਨੂੰ ਰੋਟੀ ਪਾਣੀ ਪਹੁੰਚਾਇਆ ਕਰੇ। ਉਸ ਜਨਾਨੀ ਨੇ ਕਈ ਖੇਖਣ ਕੀਤੇ ਤੇ ਜੀਤੋ ਦਾ ਮਨ ਪਰਚਾਉਣ ਲਈ ਕਈ ਪਖੰਡ ਰਚੇ, ਪਰ ਸਫਲ ਨਾ ਹੋ ਸਕੇ। ਜੀਤੋ ਨੇ ਉਹਦੀਆਂ ਗੱਲਾਂ ਵੱਲ ਖਿਆਲ ਹੀ ਨਾ ਕੀਤਾ, ਕਿਉਂਕਿ ਉਹ ਸਮਝਦੀ ਸੀ ਕਿ ਮੈਨੂੰ ਫਸਾਉਣਾ ਹੀ ਚਾਹੁੰਦੀ ਹੈ। ਜੀਤੋ ਨੇ ਖਾਣਾ ਪੀਣਾ ਬਿਲਕੁਲ ਛੱਡ ਦਿੱਤਾ। ਘਰ 'ਚ ਵਿਆਹ ਦੇ ਮੰਡਪ ਤੇ ਬੈਠਣ ਤੋਂ 2 ਘੰਟੇ ਪਹਿਲਾਂ ਉਸ ਜੋ ਮੂੰਹ ਲਾਇਆ ਸੀ ਉਹਦੀ ਆਖਰੀ ਖੁਰਾਕ ਸੀ। 2 ਦਿਨ ਕੁਝ ਨਾ ਖਾਣ ਪੀਣ ਤੇ ਲਗਾਤਾਰ ਰੋਂਦੇ ਰਹਿਣ ਕਰਕੇ ਉਹਦਾ ਚਿਹਰਾ ਬਹੁਤ ਹਿੱਸ ਗਿਆ, ਮੂੰਹ ਦਾ ਰੰਗ ਪੀਲਾ ਪੈ ਗਿਆ, ਮੱਥੇ ਤੇ ਸੱਟਾਂ ਲੱਗ ਜਾਣ ਨਾਲ ਉਹਦੀ ਸ਼ਕਲ ਹੀ ਵਿਗੜ ਗਈ। ਸੇਵਾ ਲਈ ਰੱਖੀ ਜਨਾਨੀ ਨੇ ਰਹੀਮ ਖਾਨ ਨੂੰ ਦੱਸਿਆ ਕਿ ਕੁੜੀ ਕੁਝ ਵੀ ਖਾਣ ਲਈ ਤਿਆਰ ਨਹੀਂ ਤੇ ਮੈਨੂੰ ਡਰ ਹੈ ਕਿ ਉਹ ਬਚ ਨਹੀਂ ਸਕੇਗੀ। ਰਹੀਮ ਖਾਨ ਆਪ ਆ ਗਿਆ ਤੇ ਉਸ ਸੀਖਾਂ ਵਾਲੀ ਤਾਕੀ ਦੇ ਬਾਹਰ ਖੜੇ ਹੋ ਕੇ ਜੀਤੋ ਨੂੰ ਬੁਲਾਇਆ। ਜੀਤੋ ਨੇ ਸਮਝਿਆ ਕਿ ਸ਼ਾਇਦ ਉਹਨੂੰ ਤਰਸ ਆ ਗਿਆ ਹੈ, ਅੱਜ ਉਹਨੂੰ ਛੱਡ ਦਿੱਤਾ ਜਾਏਗਾ। ਉਹ ਝੱਟ ਬਾਰੀ ਸਾਹਮਣੇ ਆ ਗਈ। ਤੂੰ ਰੋਟੀ ਕਿਉਂ ਨਹੀਂ ਖਾਂਦੀ? ਰਹੀਮ ਖਾਨ ਨੇ ਪੁੱਛਿਆ। ਜੀਤੋ ਦੀ ਆਸ ਤੇ ਪਾਣੀ ਫਿਰ ਗਿਆ। ਉਹਨੂੰ ਗੁੱਸਾ ਚੜ ਗਿਆ ਤੇ ਬੜੇ ਰੋਹ 'ਚ ਬੋਲੀ, ਮੈਂ ਮਰ ਜਾਵਾਂਗੀ ਪਰ ਤੁਹਾਡੇ ਦੁਸ਼ਟਾਂ ਦੇ ਘਰ ਦਾ ਪਾਣੀ ਵੀ ਨਹੀਂ ਪੀਵਾਂਗੀ। ਤੁਹਾਨੂੰ ਸ਼ਰਮ ਨਹੀਂ ਆਉਂਦੀ? ਤੁਹਾਡੀਆਂ ਘਰ ਧੀਆਂ ਭੈਣਾਂ ਨਹੀਂ, ਜੇ ਕੋਈ ਉਹਨਾਂ ਨੂੰ ਇਸ ਤਰ੍ਹਾਂ ਚੁੱਕ ਲਏ ਤੇ ਫੇਰ? ਅਜੇ ਆਖਰੀ ਸ਼ਬਦ ਉਹਦੇ ਮੂੰਹ 'ਚ ਹੀ ਸੀ ਕਿ ਰਹੀਮ ਖਾਨ ਗੁੱਸੇ 'ਚ ਬੋਲਿਆ, ਬਕਵਾਸ ਨਾ ਕਰ, ਰੋਟੀ ਖਾਣੀ ਏ ਕਿ ਹੋਰ ਤਰੀਕਾ ਵਰਤੀਏ? ਹੋਰ ਤਰੀਕਾ ਕੀ ਵਰਤੋਗੇ? ਅੱਗੇ ਕੋਈ ਕਸਰ ਛੱਡੀ ਜੇ? ਮੈਂ ਕਹਿੰਦੀ ਆ ਕਿ ਕਿਉਂ ਨਹੀਂ ਤਲਵਾਰ ਚੁੱਕ ਕੇ ਮਾਰ ਦਿੰਦਾ ਮੈਨੂੰ? ਜੀਤੋ ਬਿਲਕੁਲ ਨਿਝੱਕ ਹੋ ਕੇ ਬੋਲੀ। ਰਹੀਮ ਖਾਨ ਨੇ ਜਦ ਦੇਖਿਆ ਕਿ ਇਹਨੂੰ ਧਮਕੀਆਂ ਨਾਲ ਰੋਟੀ ਨਹੀਂ ਖਵਾਈ ਜਾ ਸਕਦੀ ਤਾਂ ਉਸ ਝੱਟ ਆਪਣਾ ਤਰੀਕਾ ਬਦਲ ਲਿਆ। ਉਸ ਕਿਹਾ, ਜੇ ਤੂੰ ਰੋਟੀ ਖਾ ਲਵੇਂ ਤਾਂ ਤੈਨੂੰ ਇੱਥੋਂ ਕੱਢ ਲਿਆ ਜਾਏਗਾ। ਮੈਨੂੰ ਪਤਾ ਹੈ ਤੁਸੀਂ ਮੈਨੂੰ ਹੁਣ ਛੱਡਣ ਲਈ ਤਿਆਰ ਨਹੀਂ, ਪਰ ਮੈਂ ਵੀ ਫੈਸਲਾ ਕਰ ਲਿਆ ਕਿ ਤੁਹਾਡੇ ਕੋਲ 2 ਦਿਨ ਤੋਂ ਵੱਧ ਨਹੀਂ ਜਿਉਣਾ। ਰਹੀਮ ਖਾਨ ਨੂੰ ਸੱਚਮੁੱਚ ਹੀ ਡਰ ਭਾਸਣ ਲੱਗ ਪਿਆ ਕਿ ਕਿਧਰੇ ਸੱਚਮੁੱਚ ਹੀ ਇਹ ਕੰਧ ਨਾਲ ਟੱਕਰਾਂ ਮਾਰ ਕੇ ਹੀ ਨਾ ਮਰ ਜਾਏ, ਕਿਧਰੇ ਚੁੰਨੀ ਨਾਲ ਫਾਹ ਬਣਾ ਕੇ ਹੀ ਨਾ ਮਰ ਜਾਏ। ਇਸ ਲਈ ਉਹਨੇ ਝਟਪਟ ਇਹਨੂੰ ਜਾਫਰ ਬੇਗ ਦੇ ਘਰ ਪਹੁੰਚਾਉਣ ਦਾ ਫੈਸਲਾ ਕਰ ਲਿਆ। ਸ਼ਾਮ ਵੇਲੇ ਉਸ ਜੀਤੋ ਨੂੰ ਕਮਰੇ ਤੋਂ ਬਾਹਰ ਕੱਢਿਆ ਤੇ ਜਾਫਰ ਬੇਗ ਦੀ ਹਵੇਲੀ ਲੈ ਗਿਆ। ਜਾਫਰ ਬੇਗ ਅਜੇ ਤੱਕ ਨਹੀਂ ਸੀ ਮੁੜਿਆ। ਦਰਵਾਜ਼ੇ 'ਚ ਹੀ ਜਾਫਰ ਬੇਗ ਦੀ ਭਤੀਜੀ ਫਾਤਿਮਾ ਮਿਲ ਗਈ। ਰਹੀਮ ਖਾਨ ਨੇ ਉਹਨੂੰ ਕਿਹਾ, ਇਸ ਕੁੜੀ ਨੂੰ ਅੰਦਰ ਲੈ ਜਾਓ ਤੇ ਜਦ ਮੀਆਂ ਜੀ ਆਉਣ ਤਾਂ ਉਹਨਾਂ ਦੇ ਪੇਸ਼ ਕਰਨਾ। ਫਿਰ ਉਸ ਹਵੇਲੀ ਦੁਆਲੇ ਪਹਿਰਾ ਦੇਣ ਵਾਲਿਆਂ ਨੂੰ ਸੰਬੋਧਨ ਕਰਕੇ ਕਿਹਾ, ਜ਼ਰਾ ਖਿਆਲ ਰੱਖਣਾ, ਬੜੀ ਅਥਰੀ ਹੈ, ਕਿਧਰੇ ਨੱਸ ਨਾ ਜਾਏ। ਇਹਨੂੰ ਕਿਸ ਕਸੂਰ 'ਚ ਫੜਿਆ ਜੇ? ਫਾਤਿਮਾ ਨੇ ਹੈਰਾਨ ਹੋ ਕੇ ਪੁੱਛਿਆ। ਇਹ ਫੇਰ ਦੱਸਾਂਗੇ, ਮੀਆਂ ਜੀ ਨੂੰ ਸਾਰਾ ਪਤਾ ਹੈ, ਤੁਸੀਂ ਇਹਨੂੰ
ਇੱਕ ਕਮਰੇ 'ਚ ਡੱਕ ਦਿਓ, ਰਹੀਮ ਖਾਨ ਨੇ ਕਿਹਾ। ਮੈਂ ਕੋਈ ਕਸੂਰ ਨਹੀਂ ਕੀਤਾ, ਮੈਂ ਕੋਈ ਕਸੂਰ ਨਹੀਂ ਕੀਤਾ, ਇਹ ਕਹਿੰਦਿਆਂ ਜੀਤੋ ਦੀਆਂ ਚੀਕਾਂ ਨਿਕਲ ਗਈਆਂ। ਫਾਤਮਾ ਬੜੀ ਹੈਰਾਨ ਸੀ ਕਿ ਇਹਨੂੰ ਕਿਉਂ ਫੜ ਕੇ ਲਿਆਂਦਾ ਗਿਆ। ਕੀ ਚਾਚਾ ਜੀ ਨੇ ਇਹਨੂੰ ਫੜ ਕੇ ਲਿਆਉਣ ਲਈ ਕਿਹਾ ਸੀ? ਫਾਤਮਾ ਨੇ ਪੁੱਛਿਆ। ਜੀ ਹਾਂ, ਉਹਨਾਂ ਦੇ ਹੁਕਮ ਨਾਲ ਹੀ ਗ੍ਰਿਫਤਾਰ ਕੀਤਾ, ਰਹੀਮ ਨੇ ਕਿਹਾ। ਹੈ, ਇਸ ਦਾ ਚੂੜਾ ਪਾਇਆ ਹੋਇਆ ਹੈ ਤੇ ਹੱਥਾਂ ਤੇ ਮਹਿੰਦੀ ਲੱਗੀ ਹੋਈ ਹੈ, ਕਿਸੇ ਦੀ ਡੋਲੀ ਲੁੱਟੀ ਜੇ? ਫਾਤਮਾ ਨੇ ਬੜੀ ਹੈਰਾਨੀ ਨਾਲ ਇਹ ਕਹਿੰਦਿਆਂ ਜੀਤੋ ਨੂੰ ਬਾਂਹ ਤੋਂ ਫੜ ਲਿਆ ਤੇ ਉਹਦੀ ਮੁੱਠੀ ਖੋਲ ਕੇ ਹੱਥਾਂ ਤੇ ਲੱਗੀ ਮਹਿੰਦੀ ਨੂੰ ਦੇਖਣ ਲੱਗ ਪਈ। ਜੀਤੋ ਦੀਆਂ ਅੱਖਾਂ 'ਚ ਦਬਾ ਦਬ ਪਾਣੀ ਵਗ ਰਿਹਾ ਸੀ, ਜੋ ਉਹਦੀਆਂ ਗੋਰੀਆਂ ਗੱਲਾਂ ਤੋਂ ਰਾਹ ਬਣਾਉਂਦਾ ਥੱਲੇ ਝੋਲੀ 'ਚ ਬੂੰਦਾ ਬਣ ਕੇ ਡਿੱਗ ਰਿਹਾ ਸੀ। ਇਹ ਮੀਆਂ ਜੀ ਦੀ ਮਰਜ਼ੀ ਦੇ ਉਲਟ ਕਿਧਰੇ ਵਿਆਹੀ ਜਾ ਰਹੀ ਸੀ। ਮੈਨੂੰ ਇਹਨਾਂ ਦੇ ਪਿੰਡ ਦੇ ਇੱਕ ਆਦਮੀ ਅਤਾਉल्ला ਨੇ ਆ ਕੇ ਦੱਸ ਦਿੱਤਾ ਤੇ ਮੈਂ ਝੱਟ ਪੁੱਜ ਕੇ ਇਹਨੂੰ ਪਕੜ ਲਿਆਂਦਾ। ਰਹੀਮ ਨੇ ਬੜੇ ਮਾਣ ਨਾਲ ਕਿਹਾ, ਜਿਵੇਂ ਉਹਨੇ ਕਾਰਵਾਈ ਕਰਕੇ ਹਕੂਮਤ ਲਈ ਬੜੀ ਸ਼ਾਨ ਵਾਲੀ ਗੱਲ ਕੀਤੀ ਹੈ। ਬੜਾ ਮਾੜਾ ਕੀਤਾ ਹੈ, ਫਾਤਮਾ ਨੇ ਕਿਹਾ। ਵਿਚਾਰੀ ਵਿਆਹ ਦੇ ਖਾਰੇ ਤੋਂ ਉਠਾਈ ਗਈ, ਇਹ ਤੋਂ ਵੱਧ ਬਦਕਿਸਮਤੀ ਹੋਰ ਕੀ ਹੋ ਸਕਦੀ ਹੈ। ਮੈਨੂੰ ਤੁਹਾਡੀ ਇਹ ਕਾਰਵਾਈ ਉੱਕੀ ਪਸੰਦ ਨਹੀਂ, ਮੈਂ ਇਹਨੂੰ ਆਪਣੇ ਘਰ ਨਹੀਂ ਰੱਖਣ ਦਿਆਂਗੀ। ਆ ਲੈਣ ਚਾਚਾ ਜੀ, ਮੈਂ ਉਹਨਾਂ ਨੂੰ ਵੀ ਕਹਿ ਦੇਣਾ ਕਿ ਇਸ ਤਰ੍ਹਾਂ ਰਾਜ ਨਹੀਂ ਚੱਲ ਸਕਦਾ। ਜੇ ਤੁਸੀਂ ਲੋਕਾਂ ਦੀ ਇੱਜ਼ਤ ਬਚਾਉਣ ਦੀ ਥਾਂ ਲੁੱਟਣੀ ਸ਼ੁਰੂ ਕਰ ਦੇਣੀ ਹੈ ਤਾਂ ਤੁਹਾਡਾ ਇਹ ਧੱਕਾ ਬਹੁਤੀ ਦੇਰ ਨਹੀਂ ਚੱਲ ਸਕੇਗਾ। ਲੋਕੀ ਇਸ ਤਰ੍ਹਾਂ ਦੀ ਵਧੀਕੀ ਬਹੁਤੀ ਦੇਰ ਨਹੀਂ ਸਹਿ ਸਕਦੇ। ਚੰਗਾ, ਫਿਰ ਮੈਂ ਅਜੇ ਇਹਨੂੰ ਆਪਣੀ ਹਵੇਲੀ 'ਚ ਹੀ ਲੈ ਜਾਣਾ, ਮੀਆਂ ਜੀ ਆਪੇ ਆ ਕੇ ਫੈਸਲਾ ਕਰ ਲੈਣਗੇ। ਇਹ ਕਹਿ ਕੇ ਰਹੀਮ ਨੇ ਸਿਪਾਹੀਆਂ ਨੂੰ ਇਸ਼ਾਰਾ ਕੀਤਾ ਕਿ ਉਹ ਜੀਤੋ ਨੂੰ ਪਕੜ ਕੇ ਲੈ ਚੱਲਣ। ਜਦ ਸਿਪਾਹੀ ਜੀਤੋ ਨੂੰ ਫੜਨ ਲੱਗੇ ਤਾਂ ਉਹਦੀਆਂ ਚੀਕਾਂ ਨਿਕਲ ਗਈਆਂ ਤੇ ਉਹਨੇ ਦੌੜ ਕੇ ਫਾਤਮਾ ਦੇ ਪੈਰ ਫੜ ਲਏ। ਭੈਣ, ਮੈਨੂੰ ਬਚਾ ਲੈ, ਮੈਨੂੰ ਇਹਨਾਂ ਰਾਖਸ਼ਾਂ ਤੋਂ ਬਚਾ ਲੈ, ਮੈਨੂੰ ਇਹਨਾਂ ਦੇ ਹਵਾਲੇ ਨਾ ਕਰ। ਜੀਤੋ ਦਾ ਸਰੀਰ ਕੰਬ ਰਿਹਾ ਸੀ, ਹੱਥਾਂ ਨਾਲ ਉਸ ਫਾਤਮਾ ਦੀਆਂ ਲੱਤਾਂ ਨੂੰ ਜੱਫਾ ਮਾਰਿਆ ਹੋਇਆ ਸੀ ਤੇ ਰੋਂਦਿਆਂ ਅੱਖਾਂ ਉੱਪਰ ਕਰਕੇ ਉਹਦੇ ਤਰਲੇ ਕਰ ਰਹੀ ਸੀ। ਇਸ ਸਮੇਂ ਜੀਤੋ ਨੂੰ ਫਾਤਮਾ ਦੀਆਂ ਰਹੀਮ ਨਾਲ ਗੱਲਾਂ ਤੋਂ ਆਸ ਬੱਝ ਗਈ ਸੀ ਕਿ ਕੁੜੀ ਉਹਦੀ ਸਹਾਇਕ ਸਿੱਧ ਹੋ ਸਕਦੀ ਹੈ ਤੇ ਉਹਨੂੰ ਇਹਨਾਂ ਜ਼ਾਲਮਾਂ ਦੇ ਪੰਜੇ 'ਚੋਂ ਛੁਡਾ ਸਕਦੀ ਹੈ। ਫਾਤਮਾ ਦੀ ਕੋਈ ਭੈਣ ਨਹੀਂ ਸੀ, ਉਹਨੂੰ ਸਦਾ ਇਹ ਚਾਹ ਹੁੰਦਾ ਸੀ ਕਿ ਉਹਦੀ ਵੀ ਕੋਈ ਭੈਣ ਹੋਵੇ, ਉਹਨੂੰ ਵੀ ਕੋਈ ਭੈਣ ਕਹੇ। ਜੀਤੋ ਦੇ ਮੂੰਹੋਂ ਪਿਆਰ, ਤਰਲੇ ਤੇ ਮਾਸੂਮਤਾ 'ਚ ਨਿਕਲੇ ਸ਼ਬਦ ਭੈਣ ਨੇ ਫਾਤਮਾ ਦੇ ਮਨ 'ਚ ਘਰ ਕਰ ਲਿਆ। ਉਹਨੇ ਉਹਨੂੰ ਬਾਹਾਂ ਤੋਂ ਫੜ ਲਿਆ ਤੇ ਉੱਪਰ ਚੁੱਕ ਕੇ ਆਪਣੀ ਗਲਵੱਕੜੀ 'ਚ ਲੈ ਲਿਆ। ਰਹੀਮ ਇਹ ਸਾਰਾ ਕੁਝ ਸਾਹਮਣੇ ਖੜਾ ਦੇਖ ਰਿਹਾ ਸੀ। ਜਨਾਨੀ ਦਾ ਦਿਲ ਜਦ ਪੰਘਰ ਜਾਏ ਤਾਂ ਮੋਮ ਨਾਲੋਂ ਵੀ ਵੱਧ ਪੰਘਰ ਜਾਂਦਾ ਹੈ। ਫਾਤਮਾ ਦਾ ਮਨ ਵੀ ਭਰ ਆਇਆ ਤੇ ਉਹਦੀਆਂ ਅੱਖਾਂ ਵਿੱਚ ਵੀ ਗਲੇਡੂ ਭਰ ਆਏ, ਪਰ ਉਹਨੇ ਮੂੰਹ ਪਰਲੇ ਪਾਸੇ ਕਰਕੇ ਚੁੰਨੀ ਨਾਲ ਪੂੰਝ ਲਿਆ ਤੇ ਫਿਰ ਰਹੀਮ ਨੂੰ ਕਿਹਾ, ਤੁਸੀਂ ਜਾਓ, ਮੈਂ ਇਹਨੂੰ ਆਪਣੇ ਪਾਸ ਹੀ ਰੱਖਾਂਗੀ, ਚਾਚਾ ਜੀ ਦੇ ਹਵਾਲੇ ਕਰ ਦਿਆਂਗੀ। ਰਹੀਮ ਅੱਗੇ ਹੀ ਇਹ ਚਾਹੁੰਦਾ ਸੀ ਕਿ ਜ਼ਿੰਮੇਵਾਰੀ ਉਹਦੇ ਸਿਰੋਂ ਟਲ ਜਾਏ। ਉਹਨੂੰ ਰਾਤ ਨੂੰ ਨੀਂਦਰ ਵੀ ਨਹੀਂ ਸੀ ਪਈ ਕਿ ਕਿਤੇ ਨੱਸ ਗਈ ਤਾਂ ਮੇਰੀ ਸ਼ਾਮਤ ਆ ਜਾਏਗੀ, ਜਾਂ ਮੇਰੀ ਨੀਅਤ ਖਰਾਬ ਹੋ ਗਈ ਤਾਂ ਮੀਆਂ ਜੀ ਨਾਲ ਵਿਗੜ ਜਾਏਗੀ। ਰਹੀਮ ਖਾਨ ਸਿਪਾਹੀਆਂ ਨੂੰ ਲੈ ਕੇ ਚਲਾ ਗਿਆ। ਫਾਤਮਾ ਇਹਨੂੰ ਲੈ ਕੇ ਆਪਣੇ ਕਮਰੇ 'ਚ ਆ ਗਈ ਤੇ ਸਾਰੇ ਦਰਵਾਜ਼ੇ ਤੇ ਖਿੜਕੀਆਂ ਬੰਦ ਕਰ ਦਿੱਤੀਆਂ। ਆਪਣੇ ਵੱਡੇ ਸਾਰੇ ਪਲੰਗ ਤੇ ਇਹਨੂੰ ਬਿਠਾ ਲਿਆ। ਜੀਤੋ ਅਜੇ ਤੱਕ ਕੰਬੀ ਜਾ ਰਹੀ ਸੀ ਤੇ ਸਹਿਮੀ ਹੋਈ ਪਲੰਗ ਦੀ ਇੱਕ ਨੁੱਕਰੇ ਲੱਗ ਗਈ। ਚੰਗੀ ਤਰ੍ਹਾਂ ਬਹਿ ਜਾ, ਇੱਥੇ ਤੇਰੀ ਵਾਹ ਵੱਲ ਵੀ ਕੋਈ ਨਹੀਂ ਦੇਖ ਸਕਦਾ, ਫਾਤਮਾ ਨੇ ਕਿਹਾ। ਅੱਛਾ ਦੱਸ, ਕੀ ਖਾਏਂਗੀ? ਦੁੱਧ ਪੀਏਂਗੀ ਜਾਂ ਲੱਸੀ ਲਿਆਵਾਂ? ਕੁਝ ਨਹੀਂ, ਜੀਤੋ ਨੇ ਕੰਬਦੇ ਸੁੱਕੇ ਹੋਠਾਂ ਨੂੰ ਹਿਲਾਉਂਦਿਆਂ ਕਿਹਾ। ਮੈਨੂੰ ਭੁੱਖ ਨਹੀਂ। ਭੁੱਖ ਕਿਵੇਂ ਨਹੀਂ? ਕੱਲ ਦਾ ਤੂੰ ਕੁਝ ਨਹੀਂ ਖਾਦਾ ਪੀਤਾ, ਫਾਤਮਾ ਨੇ ਕਿਹਾ। ਝੱਲੀ ਨਾ ਹੋਵੇ ਤੇ ਐਵੇਂ ਘਾਬਰ ਰਹੀ ਹੈ। ਮੀਆਂ ਜੀ ਕੌਣ ਨੇ? ਜੀਤੋ ਨੇ ਬੜੇ ਡਰਦਿਆਂ ਪੁੱਛਿਆ। ਮੇਰੇ ਚਾਚਾ ਜੀ, ਫਾਤਮਾ ਨੇ ਕਿਹਾ। ਤੂੰ ਨਹੀਂ ਜਾਣਦੀ ਉਹਨਾਂ ਨੂੰ? ਨਹੀਂ। ਜੀਤੋ ਨੇ ਫੇਰ ਪੁੱਛਿਆ। ਉਹ ਕਰਦੇ ਕੀ ਨੇ ਤੇ ਮੈਨੂੰ ਲਿਆਉਣ ਵਾਲਾ ਕੌਣ ਸੀ? ਚਾਚਾ ਜੀ ਪੱਟੀ ਦੇ ਫੌਜਦਾਰ ਨੇ, ਤੂੰ ਸੁਣਿਆ ਨਹੀਂ ਉਹਨਾਂ ਦਾ ਨਾਂ? ਮੀਆਂ ਜਾਫਰ ਬੇਗ ਤੇ ਸਾਡੀ ਫੌਜ ਵਿੱਚ ਰਹੀਮ ਜਿਹੜਾ ਤੈਨੂੰ ਲਿਆਇਆ ਹੈ। ਤੁਸੀਂ ਮੈਨੂੰ ਹੁਣ ਉਹਨਾਂ ਦੇ ਹਵਾਲੇ ਕਰ ਦਿਓਗੇ? ਕਹਿੰਦਿਆਂ ਜੀਤੋ ਫੇਰ ਰੋਣ ਲੱਗ ਪਈ। ਚੱਲੀਏ, ਰੋ ਰੋ ਕੇ ਆਪਣਾ ਹਾਲ ਕਿਉਂ ਮੰਝਾਈ ਜਾਨੀ ਹੈ? ਫਾਤਮਾ ਨੇ ਕਿਹਾ। ਮੈਂ ਤੈਨੂੰ ਉਹਨਾਂ ਦੇ ਹਵਾਲੇ ਨਹੀਂ ਕਰਾਂਗੀ। ਸੱਚੀ? ਕਦੇ ਨਹੀਂ ਕਰਾਂਗੀ। ਫਾਤਮਾ ਨੇ ਜੀਤੋ ਨੂੰ ਫੇਰ ਗਲਵੱਕੜੀ 'ਚ ਲੈ ਲਿਆ। ਕਿੰਨੀ ਦੇਰ ਘੁੱਟੀ ਰੱਖਿਆ। ਅੱਛਾ ਮੈਨੂੰ ਸਾਰੀ ਗੱਲ ਦੱਸ, ਤੈਨੂੰ ਕਿਵੇਂ ਲਿਆਂਦਾ ਨੇ? ਜੀਤੋ ਨੇ ਉਹਨੂੰ ਆਪਣੀ ਸੱਚੀ ਹਮਦਰਦ ਸਮਝ ਕੇ ਆਪਣੀ ਸਾਰੀ ਵਿਥਿਆ ਸੁਣਾ ਦਿੱਤੀ। ਉਸ ਦੱਸਿਆ ਕਿ ਇੱਕ ਦਿਨ ਉਹਦੇ ਪਿਤਾ ਜੀ ਕੁਝ ਸੌਦਾ ਲੈਣ ਪੱਟੀ ਆਏ ਸੀ। ਇੱਥੇ ਕਿਸੇ ਸ਼ਾਹ ਨੇ ਉਹਨਾਂ ਨੂੰ ਦੱਸਿਆ ਕਿ ਜਾਫਰ ਬੇਗ ਨੇ ਤੁਹਾਡੀ ਕੁੜੀ ਚੁੱਕਣ ਦਾ ਫੈਸਲਾ ਕਰ ਲਿਆ। ਪਿਤਾ ਜੀ ਘਬਰਾ ਗਏ। ਉਹਨਾਂ ਝਟਪਟ ਮੇਰਾ ਵਿਆਹ ਕਰਨ ਦਾ ਪ੍ਰੋਗਰਾਮ ਬਣਾ ਲਿਆ। ਉੱਥੇ ਮੇਰੇ ਰਿਸ਼ਤੇ ਦੀ ਗੱਲ-ਬਾਤ ਕਰਕੇ ਦੂਜੇ ਦਿਨ ਵਿਆਹ ਮਿੱਥ ਗਏ। ਕੀ ਨਾਂ ਹੈ ਤੇਰੇ ਪਿਤਾ ਜੀ ਦਾ? ਫਾਤਮਾ ਨੇ ਪੁੱਛਿਆ। ਸੋਹਣੇ ਸ਼ਾਹ। ਅੱਛਾ, ਫੇਰ ਕਿਵੇਂ ਹੋਈ? ਪਿਤਾ ਜੀ ਨੇ ਘਰ ਜਾ ਕੇ ਮਾਂ ਨੂੰ ਦੱਸਿਆ। ਜਾਫਰ ਬੇਗ ਦੀ ਨੀਅਤ ਮਾੜੀ ਏ,
ਅੱਗੇ ਇੱਕ ਵਾਰੀ ਤੁਹਾਡੇ ਚਾਚੇ ਨੇ ਅਖਵਾ ਵੀ ਭੇਜਿਆ ਸੀ ਕਿ ਕੁੜੀ ਦਾ ਡੋਲਾ ਮੈਨੂੰ ਦੇ ਦਿਓ, ਪਰ ਪਿਤਾ ਜੀ ਨਹੀਂ ਸਨ ਮੰਨੇ। ਉਹਨਾਂ ਕਿਹਾ ਸੀ ਕਿ ਅਸੀਂ ਹਿੰਦੂ ਹਾਂ ਤੇ ਤੁਸੀਂ ਮੁਸਲਮਾਨ, ਨਾਲੇ ਹਾਣ ਵੀ ਨਹੀਂ ਬਣਦਾ। ਇਹ ਤਾਂ ਤੇਰੇ ਪਿਤਾ ਜੀ ਨੇ ਠੀਕ ਹੀ ਕਿਹਾ। ਮੇਰੇ ਚਾਚਾ ਜੀ ਦੀ ਉਮਰ 50 ਸਾਲਾਂ ਤੋਂ ਉੱਪਰ ਹੋਣੀ ਹੈ, ਦਾੜੀ ਸਾਰੀ ਚਿੱਟੀ ਹੈ, ਉਂਝ ਭਾਵੇਂ ਮਹਿੰਦੀ ਨਾਲ ਰੰਗਦੇ ਨੇ। ਅੱਛਾ, ਤੈਨੂੰ ਇਹ ਗੱਲਾਂ ਕਿਸ ਦੱਸੀਆਂ? ਜਦ ਪਿਤਾ ਜੀ ਮਾਂ ਨਾਲ ਗੱਲਾਂ ਕਰ ਰਹੇ ਸਨ ਤਾਂ ਮੈਂ ਹੱਟੀ ਦੇ ਪਿਛਲੇ ਪਾਸੇ ਤਾਕੀ ਉੱਲੇ ਖੜੀ ਸੁਣਦੀ ਪਈ ਸਾਂ। ਮੈਂ ਮਾਂ ਤੋਂ ਉਂਝ ਪੁੱਛਿਆ ਵੀ ਸੀ ਤੇ ਮੈਨੂੰ ਮਾਂ ਨੇ ਵੀ ਦੱਸ ਦਿੱਤਾ ਸੀ। ਅੱਛਾ, ਫਿਰ ਕੀ ਹੋਇਆ? ਫਾਤਮਾ ਉਹਦੀ ਅਗਲੀ ਘਟਨਾ ਸੁਣਨ ਲਈ ਉਤਾਵਲੀ ਸੀ। ਫਿਰ ਜਦ ਜੰਝ ਆ ਗਈ, ਸਾਡੀਆਂ ਲਾਵਾਂ ਹੋਣ ਲੱਗੀਆਂ। ਅਜੇ 3 ਲਾਵਾਂ ਹੀ ਹੋਈਆਂ ਸੀ ਕਿ ਉੱਪਰੋਂ ਇਹ ਆ ਗਿਆ, ਜਿਹਨੂੰ ਰਹੀਮ ਕਿਹਾ ਜੇ, ਤੇ ਮੈਨੂੰ ਜ਼ਬਰਦਸਤੀ ਚੁੱਕ ਕੇ ਲੈ ਆਇਆ। ਇਹ ਦੱਸਦਿਆਂ ਜੀਤੋ ਦਾ ਗਲਾ ਭਰ ਗਿਆ ਤੇ ਆਵਾਜ਼ ਭਾਰੀ ਹੋ ਗਈ। ਤੇਰੇ ਮਾਪਿਆਂ ਤੇ ਜਾਂਜੀਆਂ ਚੋਂ ਕਿਸੇ ਨੇ ਰੋਕਿਆ? ਫਾਤਮਾ ਨੇ ਫਿਰ ਪੁੱਛਿਆ। ਰੋਕਦੇ ਕੀ? ਅਚਨਚੀ ਤੇ ਜਾ ਪਏ ਤੇ ਬੰਦੂਕਾਂ ਸਿੱਧੀਆਂ ਕਰ ਲਈਆਂ। ਕਈਆਂ ਨੇ ਤਰਲੇ ਕੀਤੇ, ਹੱਥ ਜੋੜੇ, ਪਰ ਕਿਸੇ ਇੱਕ ਨਾ ਸੁਣੀ। ਉਹਨਾਂ ਤੋਂ ਸਹਾਰਿਆ ਨਾ ਗਿਆ ਤੇ ਇੱਕ ਡਾਂਗ ਮਾਰੀ, ਪਰ ਫਿਰ ਸਿਪਾਹੀਆਂ ਨੇ ਅਜਿਹਾ ਡਾਂਗਾਂ ਦਾ ਮੀਂਹ ਵਸਾਇਆ ਕਿ ਲਹੂ ਲੁਹਾਨ ਹੋ ਕੇ ਡਿੱਗ ਪਏ। ਕੌਣ ਡਿੱਗ ਪਿਆ? ਉਹ ਕੌਣ? ਮੈਂ ਸਮਝੀ ਨਹੀਂ। ਜੀਤੋ ਨੂੰ ਸ਼ਰਮ ਆ ਗਈ। ਉਹਨੇ ਸਿਰ ਨੀਵਾਂ ਕਰ ਲਿਆ ਤੇ ਚੁੱਪ ਹੋ ਗਈ। ਫਾਤਮਾ ਸੋਚੀ ਪੈ ਗਈ। ਝਾਟੀ ਉਹਨੂੰ ਚੇਤਾ ਆ ਗਿਆ ਕਿ ਹਿੰਦੂ ਜਨਾਨੀਆਂ ਆਪਣੇ ਪਤੀ ਦਾ ਨਾਂ ਨਹੀਂ ਲੈਂਦੀਆਂ। ਇਹਦਾ ਇਸ਼ਾਰਾ ਆਪਣੇ ਘਰ ਵਾਲੇ ਵੱਲ ਹੈ, ਪਰ ਤਸੱਲੀ ਲਈ ਉਸ ਪੁੱਛ ਲਿਆ, ਉਹ ਕੌਣ, ਤੇਰਾ ਪਤੀ? ਜੀਤੋ ਨੇ ਸਿਰ ਹਿਲਾ ਕੇ ਹਾਂ 'ਚ ਉੱਤਰ ਦਿੱਤਾ। ਤਾਂ ਤੇ ਅਣਖ ਵਾਲਾ ਹੋਇਆ ਜਿਹਨੇ ਆਪਣੀ ਜਨਾਨੀ ਬਚਾਉਣ ਲਈ ਮੌਤ ਮੁੱਲ ਸਹੇੜ ਲਈ। ਮੌਤ ਦਾ ਸ਼ਬਦ ਸੁਣ ਕੇ ਜੀਤੋ ਕੰਬ ਉੱਠੀ। ਉਹਦੀਆਂ ਅੱਖਾਂ ਸਾਹਮਣੇ ਉਹ ਦ੍ਰਿਸ਼ ਆ ਗਿਆ ਜਦ ਰਹੀਮ ਉਹਨੂੰ ਬਾਹੋਂ ਫੜਨ ਲੱਗਾ ਸੀ ਤਾਂ ਦਿਆਲੇ ਨੇ ਮੰਡਪ ਵਿੱਚੋਂ ਡਾਂਗ ਪੁੱਟ ਕੇ ਉਹਦੇ ਜ਼ੋਰ ਦੀ ਮਾਰੀ ਸੀ। ਅਜੇ ਉਹ ਗੱਲਾਂ ਕਰ ਹੀ ਰਹੀਆਂ ਸਨ ਕਿ ਦਰਵਾਜ਼ਾ ਖੜਕਿਆ। ਜੀਤੋ ਦੀ ਖਾਨੀ ਹੋ ਗਈ। ਉਹ ਸਮਝਿਆ ਕਿ ਮੀਆਂ ਜੀ ਆ ਗਏ। ਫਾਤਮਾ ਨਾਲ ਦਿਲ ਦੀਆਂ ਗੱਲਾਂ ਕਰਕੇ ਉਹਦਾ ਮਨ ਕੁਝ ਹੌਲਾ ਹੋ ਗਿਆ ਸੀ, ਜੋ ਦਰਵਾਜ਼ਾ ਖੜਕਣ ਨਾਲ ਫਿਰ ਬੇਚੈਨ ਹੋ ਗਿਆ। ਫਾਤਮਾ ਨੇ ਉੱਠ ਕੇ ਦਰਵਾਜ਼ਾ ਖੋਲ੍ਹਿਆ ਤਾਂ ਨੌਕਰਾਨੀ ਸਲੀਮਾ ਬਾਹਰ ਖੜੀ ਸੀ। ਉਸ ਦੱਸਿਆ ਕਿ ਮੀਆਂ ਜੀ ਆ ਗਏ ਆ ਤੇ ਉਹ ਛੇਤੀ ਇੱਧਰ ਆਉਣ ਵਾਲੇ ਆ। ਕੋਈ ਗੱਲ ਨਹੀਂ, ਫਾਤਮਾ ਨੇ ਦਰਵਾਜ਼ਾ ਭੇੜ ਦਿੱਤਾ ਤੇ ਉਹਨੂੰ ਇਹ ਵੀ ਕਿਹਾ, ਮੀਆਂ ਜੀ ਨੂੰ ਨਾ ਦੱਸੀ ਕਿ ਮੈਂ ਵੀ ਇੱਥੇ ਹਾਂ। ਜਾਫਰ ਬੇਗ ਨੇ ਸ਼ਰਾਬ ਪੀਤੀ ਹੋਈ ਸੀ। ਇਸ ਵੇਲੇ ਪੂਰੇ ਲੋਰ 'ਚੋਂ ਇਸ ਕਮਰੇ ਵੱਲ ਆਇਆ, ਮੂੰਹ 'ਚ ਕੁਝ ਗੁਣਗੁਣਾ ਰਿਹਾ ਸੀ ਤੇ ਜਦ ਦਰਵਾਜ਼ੇ ਕੋਲ ਪਹੁੰਚ ਗਿਆ ਤਾਂ ਮਿਰਜ਼ਾ ਸਾਹਿਬਾਂ ਦੇ ਕਿਸੇ ਦੀਆਂ ਤੁਕਾਂ ਵਿਗਾੜ ਕੇ ਉੱਚੀ ਸਾਰੀ ਪੜ੍ਹਦਿਆਂ ਬੂਹਾ ਖੋਲ ਦਿੱਤਾ। ਕੱਢ ਕਲੇਜਾ ਲੈ ਗਈ ਸੋਹਣੇ ਸ਼ਾਹ ਦੀ ਧੀ, ਗੱਜ ਗੱਜ ਲੰਮੀਆਂ ਮੋਢੀਆਂ, ਰੰਗ ਜੋ ਗੋਰਾ ਸੀ। ਦਰਵਾਜ਼ਾ ਖੁੱਲ੍ਹਦਿਆਂ ਸਾਹਮਣੇ ਮੰਜੇ ਤੇ ਜੀਤੋ ਤੇ ਉਹਦੇ ਨਾਲ ਹੀ ਫਾਤਮਾ ਬੈਠੀ ਵੇਖ ਕੇ ਉਹਨੂੰ ਸ਼ਰਮ ਆ ਗਈ। ਫਾਤਮਾ ਲਈ ਉਹਦੇ ਮਨ 'ਚ ਬਹੁਤ ਪਿਆਰ ਤੇ ਸਤਿਕਾਰ ਸੀ। ਅੱਗੇ ਜਿੰਨੀ ਵਾਰ ਵੀ ਉਹ ਕਿਧਰੇ ਝੱਕ ਮਾਰੀ ਕਿਸੇ ਜਨਾਨੀ ਨੂੰ ਘਰ ਲਿਆਂਦਾ ਤਾਂ ਹਵੇਲੀ ਦੇ ਪਿਛਲੇ ਪਾਸੇ ਇੱਕ ਵੱਖਰੇ ਕਮਰੇ 'ਚ ਹੀ ਰੱਖਿਆ, ਤੇ ਇਸ ਤਰ੍ਹਾਂ ਫਾਤਮਾ ਤੋਂ ਛੁਪ ਕੇ ਵੀ ਆਪ ਪਾਪ ਕਰਦਾ ਰਿਹਾ। ਅੱਜ ਵੀ ਜੇ ਉਹ ਪਹਿਲਾਂ ਘਰ ਹੁੰਦਾ ਤਾਂ ਜੀਤੋ ਨੂੰ ਕਦੇ ਵੀ ਇਸ ਪਾਸੇ ਨਾ ਲਿਆਉਂਦਾ। ਫਾਤਮਾ ਨੂੰ ਸਾਹਮਣੇ ਦੇਖ ਕੇ ਉਸ ਝੱਟ ਗਾਣਾ ਬੰਦ ਕਰ ਦਿੱਤਾ ਤੇ ਸ਼ਰਾਬ ਦਾ ਨਸ਼ਾ ਵੀ ਕੁਝ ਉਤਰਨ ਲੱਗਾ। ਫਾਤਮਾ ਮੰਜੇ ਤੋਂ ਉੱਠ ਖਲੋਤੀ ਤੇ ਉਸ ਚਿਹਰੇ ਤੇ ਬਨੌਟੀ ਹਾਸਾ ਲਿਆਉਂਦਿਆਂ ਪੁੱਛਿਆ, ਘਰ ਆਏ ਫਤਿਹ ਉਸ ਸਿੱਖ ਨੂੰ? ਬਿਲਕੁਲ, ਐਤਕੀ ਤਾਂ ਉਹਨੂੰ ਰੜੇ ਮੈਦਾਨ ਮਾਰਿਆ, ਜਾਫਰ ਬੇਗ ਨੇ ਕਿਹਾ। ਅੜਿਆ ਤੇ ਉਹ ਬੜਾ ਸੀ ਤੇ ਨੁਕਸਾਨ ਸਾਡਾ ਵੀ ਕਾਫੀ ਕਰ ਦਿੱਤਾ ਸੀ, ਪਰ ਅਖੀਰ ਅਸੀਂ ਮਾਰ ਹੀ ਲਿਆਏ। ਅੱਛਾ, ਤੁਸੀਂ ਇਸ ਕੁੜੀ ਨੂੰ ਮੰਗਵਾਇਆ? ਫਾਤਮਾ ਨੇ ਬਿਲਕੁਲ ਸਾਫ਼ ਤੇ ਸਪਸ਼ਟ ਸਵਾਲ ਪੁੱਛ ਲਿਆ। ਜਾਫਰ ਬੇਗ ਲਈ ਹੁਣ ਇਨਕਾਰ ਦਾ ਕੋਈ ਰਾਹ ਨਹੀਂ ਸੀ, ਕਿਉਂਕਿ ਰਹੀਮ ਨੇ ਉਹਨੂੰ ਦੱਸ ਦਿੱਤਾ ਸੀ ਕਿ ਫਾਤਮਾ ਨਾਲ ਉਹਦੀਆਂ ਗੱਲਾਂ ਹੁੰਦੀਆਂ ਰਹੀਆਂ ਸਨ। ਇਸ ਲਈ ਉਹਨੇ ਕਿਹਾ, ਹਾਂ ਮੈਂ ਹੀ ਮੰਗਵਾਈ। ਕਿਉਂ? ਇਹ ਨਹੀਂ ਦੱਸ ਸਕਦਾ। ਜਾਫਰ ਬੇਗ ਨੇ ਕਿਹਾ, ਇਹ ਰਾਜ਼ ਦਾ ਮਾਮਲਾ ਹੈ। ਮੈਂ ਨਹੀਂ ਸਮਝਦੀ ਇਹਦੇ 'ਚ ਕੋਈ ਰਾਜ਼ ਦਾ ਮਾਮਲਾ ਹੈ। ਇਸ ਕੀ ਕਸੂਰ ਕੀਤਾ ਜਿਸ ਕਾਰਨ ਇਹਨੂੰ ਫੜ ਲਿਆਂਦਾ ਜੇ? ਫਾਤਮਾ ਨੇ ਬੜੀ ਦ੍ਰਿੜਤਾ ਤੇ ਦਲੇਰੀ ਨਾਲ ਨਿਝੱਕ ਹੋ ਕੇ ਕਿਹਾ, ਇਹਦਾ ਪਿਓ ਬੜਾ ਆਕੜ ਖਾਂ ਹੈ। ਜਾਫਰ ਬੇਗ ਨੇ ਹੁਣ ਜ਼ਰਾ ਤਲਖੀ 'ਚ ਕਿਹਾ, ਪਿਓ ਆਕੜ ਖਾਂ ਏ ਤੇ ਉਹਦੀ ਸਜ਼ਾ ਧੀ ਨੂੰ ਦੇਣੀ ਹੈ। ਫਾਤਮਾ ਨੇ ਵੀ ਖਿੱਚ ਕੇ ਕਿਹਾ, ਤੂੰ ਨਹੀਂ ਸਮਝਦੀ ਫਾਤਮਾ, ਇਹਦੇ ਵਿੱਚ ਕੀ ਭੇਦ ਹੈ? ਜਾਫਰ ਬੇਗ ਚਾਹੁੰਦਾ ਸੀ ਕਿ ਜੀਤੋ ਨਾਲ ਕੁਝ ਗੱਲਾਂ ਕਰੇ, ਪਰ ਉਹਦੇ ਲਈ ਬੜਾ ਔਖਾ ਹੋ ਗਿਆ ਕਿ ਉਹ ਫਾਤਮਾ ਨੂੰ ਕਿਵੇਂ ਟੋਰੇ। ਉਸ ਯਤਨ ਵੀ ਕੀਤਾ ਕਿ ਫਾਤਮਾ ਨੂੰ ਕਿਸੇ ਬਹਾਨੇ ਬਾਹਰ ਭੇਜੇ, ਪਰ ਫਾਤਮਾ ਦਾ ਅਜਿਹਾ ਪ੍ਰਭਾਵ ਸੀ ਕਿ ਉਹ ਕਹਿ ਨਾ ਸਕਿਆ ਤੇ ਅਖੀਰ ਉਸੇ ਹੀ ਫੈਸਲਾ ਕਰ ਲਿਆ ਕਿ ਇਹਨੂੰ ਫਾਤਮਾ ਤੋਂ ਵੱਖ ਕਰੋ। ਚੰਗਾ, ਫਾਤਮਾ ਹੁਣੇ ਸਿਪਾਹੀ ਆਉਣਗੇ ਤੇ ਇਹਨੂੰ ਬਾਹਰਲੀ ਹਵੇਲੀ ਲੈ ਜਾਣਗੇ, ਜਾਫਰ ਬੇਗ ਨੇ ਕਿਹਾ। ਨਹੀਂ, ਇਹਨੂੰ ਬਾਹਰ ਕਿਉਂ ਭੇਜ ਦਿਓ, ਇਹਨੂੰ ਮੇਰੇ ਕੋਲ ਹੀ ਰਹਿਣ ਦਿਓ, ਫਾਤਮਾ ਨੇ ਮੰਗ ਕੀਤੀ। ਇੱਥੇ ਮੇਰਾ ਵੀ ਦਿਲ ਲੱਗਾ ਰਹੇਗਾ। ਨਹੀਂ, ਇਹਦਾ ਇੱਥੇ ਰਹਿਣਾ ਖਤਰਨਾਕ ਹੈ, ਜਾਫਰ ਬੇਗ ਨੇ ਜ਼ਰਾ ਸੋਚ ਕੇ ਕਿਹਾ। ਹੁਣ ਰਾਤ ਪੈ ਗਈ, ਕੱਲ ਇਹਨੂੰ ਜਿੱਥੇ ਚਾਹੋ ਭੇਜ ਦੇਣਾ, ਅੱਜ ਤਾਂ ਇੱਥੇ ਰਹਿਣ ਦਿਓ, ਫਾਤਮਾ ਨੇ ਤਰਲੇ ਨਾਲ ਕਿਹਾ। ਜਾਫਰ ਬੇਗ ਨੇ ਗੱਲ ਮੰਨ ਲਈ ਤੇ ਸਿਰ ਹਿਲਾ ਕੇ ਪ੍ਰਵਾਨਗੀ ਦੇ ਦਿੱਤੀ।
उस एक नज़र जीतो ते सुट्टी जो गोडियां 'ਚ सिर दित्ती पलंग दे नुकरे लगी कंबी जा रही सी। जाफर बेग दरवाजे तो बाहर निकल गया। अंग 6वां। जंगल ਦੇ ਵਿਚਕਾਰ ਬਹੁਤ ਘਣੇ ਰੁੱਖਾਂ ਦਾ ਇੱਕ ਝੁੰਡ ਸੀ, ਜਿਹਨੂੰ ਇੱਕ ਪਾਸੇ ਛੋਟਾ ਜਿਹਾ ਇੱਕ ਰਸਤਾ ਸੀ। ਅੱਗੇ ਵਿਚਕਾਰ ਮੈਦਾਨ ਸੀ ਜੋ ਸਿੰਘਾਂ ਨੇ ਆਪ ਜੰਗਲ ਸਾਫ਼ ਕਰਕੇ ਬਣਾਇਆ ਹੋਇਆ ਸੀ। ਕੋਈ 3-4 ਏਕੜ ਜ਼ਮੀਨ ਦੇ ਇਸ ਮੈਦਾਨ ਦੇ ਆਸੇ-ਪਾਸੇ ਰੁੱਖਾਂ ਨਾਲ ਲੱਗਦੀਆਂ ਝੁੱਗੀਆਂ ਬਣੀਆਂ ਹੋਈਆਂ ਸਨ, ਜਿਸ 'ਚ ਸਿੰਘਾਂ ਦਾ ਡੇਰਾ ਸੀ। ਝੁੱਗੀਆਂ ਉੱਪਰੋਂ ਕਾਨਿਆਂ ਦਾ ਸਰਕੜਾ ਸੀ, ਜਿਸ ਉੱਪਰ ਘਾਹ ਸੁੱਟ ਕੇ ਲਿਪਿਆ ਹੋਇਆ ਸੀ। ਕੁਝ ਝੁੱਗੀਆਂ ਬਹੁਤ ਪੁਰਾਣੀਆਂ, ਕੁਝ ਬਿਲਕੁਲ ਨਵੀਆਂ ਪ੍ਰਤੀਤ ਹੋ ਰਹੀਆਂ ਸਨ। ਇਉਂ ਜਾਪਦਾ ਸੀ ਜਿਵੇਂ ਕੁਝ ਦਿਨਾਂ 'ਚ ਹੀ ਜੱਥੇ ਦੀ ਗਿਣਤੀ ਵਧੀ ਹੈ ਤੇ ਨਵੇਂ ਆਇਆਂ ਲਈ ਇਹ ਨਵੇਂ ਛੰਨਾ ਢਾਰੇ ਤਿਆਰ ਕੀਤੇ ਗਏ ਹੈ। ਵਿਚਕਾਰ ਮੈਦਾਨ 'ਚ ਕੁਝ ਰੁੱਖ ਸਨ, ਜਿਨ੍ਹਾਂ ਥੱਲੇ ਸਿੰਘਾਂ ਦੇ ਘੋੜੇ ਬੱਝੇ ਹੋਏ ਸਨ। ਇੱਕ ਪਾਸੇ ਵੱਡੀਆਂ ਵੱਡੀਆਂ ਥੰਮੀਆਂ ਗੱਡ ਕੇ ਇੱਕ ਛੱਪਰ ਪਾਇਆ ਸੀ, ਜਿਹਨੂੰ ਸਿੰਘ ਲੰਗਰ ਲਈ ਵਰਤਦੇ ਸਨ। ਦਿਆਲੇ ਹੋਰੀ ਇੱਥੇ ਆ ਕੇ ਹੈਰਾਨ ਰਹਿ ਗਏ ਕਿ ਇਹ ਕਿਸ ਤਰ੍ਹਾਂ ਦੀ ਬਸਤੀ ਹੈ। ਸਿੰਘਾਂ ਨੇ ਜੰਗਲ ਵਿੱਚ ਵੀ ਮੰਗਲ ਲਾਇਆ ਹੋਇਆ। ਇਹ ਸਿੰਘਾਂ ਦਾ ਇਸ ਇਲਾਕੇ 'ਚ ਵੱਡਾ ਕੇਂਦਰ ਸੀ। ਦੂਜਾ ਵੱਡਾ ਅੱਡਾ ਛਾਂਗੇ ਮਾਂਗੇ ਦੇ ਜੰਗਲ 'ਚ ਸੀ। ਸਿੰਘਾਂ ਦਾ ਜਥੇਦਾਰ ਕਿਸੇ ਖਾਸ ਕੰਮ ਲਈ ਕੁਝ ਸਿੰਘਾਂ ਸਮੇਤ ਬਾਹਰ ਗਿਆ ਹੋਇਆ ਸੀ। ਇਸ ਲਈ ਦਿਆਲਾ ਤੇ ਉਹਦੇ ਸਾਥੀਆਂ ਨੂੰ ਮੀਤ ਜਥੇਦਾਰ ਆਪਣੇ ਨਾਲ ਇੱਕ ਝੁੱਗੀ 'ਚ ਲੈ ਗਿਆ। ਅੰਦਰ ਕਣਕ ਦੀ ਪਰਾਲੀ ਵਿਛੀ ਸੀ, ਜਿਸ ਤੇ ਇੱਕ ਪਾਸੇ 2 ਖੇਸ ਤੇ ਚਾਦਰਾਂ ਪਈਆਂ ਸਨ। ਗੱਡੀ ਹੋਈ ਥੰਮੀ ਦੇ ਕਿੰਗਰਿਆਂ ਨਾਲ ਇੱਕ ਵੱਡੀ ਕਿਰਪਾਨ, ਇੱਕ ਬੰਦੂਕ, ਇੱਕ ਢਾਲ ਤੇ ਕੁਝ ਹੋਰ ਸ਼ਸਤਰ ਟੰਗੇ ਸਨ। ਉਹਨਾਂ ਨੂੰ ਵੇਖ ਕੇ ਦਿਆਲੇ ਦੇ ਸਾਥੀ ਹੈਰਾਨ ਹੋ ਰਹੇ ਸਨ। ਬਸ ਇਹੀ ਇਹਨਾਂ ਦਾ ਸਮਾਨ ਹੈ, ਦੂਜੇ ਨੇ ਉੱਤਰ ਦਿੱਤਾ। ਚੁੱਪ ਕਰਕੇ ਦੇਖਦਾ ਚੱਲ ਭਾਈ। ਕੀ ਛੱਕੋਗੇ ਭਾਈ ਜੀ? ਮੀਤ ਜਥੇਦਾਰ ਨੇ ਪਰਾਲੀ ਤੇ ਬੈਠਣ ਦਾ ਇਸ਼ਾਰਾ ਕਰਦਿਆਂ ਪੁੱਛਿਆ। ਕੁਝ ਨਹੀਂ, ਦਿਆਲੇ ਨੇ ਕਿਹਾ। ਜਿਹੜਾ ਤੁਸੀਂ ਮਿਲ ਗਏ ਹੋ, ਇਸ ਨਾਲ ਹੀ ਅਸੀਂ ਖੁਸ਼ ਹੋ ਗਏ ਹਾਂ। ਵਾਹ, ਭੁੱਖ ਹੀ ਨਹੀਂ? ਸਿੰਘ ਨੇ ਥੋੜਾ ਜਿਹਾ ਮੁਸਕਰਾਉਂਦਿਆਂ ਕਿਹਾ ਤੇ ਆਪ ਉਹਨਾਂ ਦੇ ਖਾਣੇ ਆਦਿ ਦਾ ਪ੍ਰਬੰਧ ਕਰਨ ਲਈ ਲੰਗਰ ਵੱਲ ਚਲਾ ਗਿਆ। ਬੜੀ ਅਨੋਖੀ ਥਾਂ ਹੈ, ਇੱਕ ਸਾਥੀ ਨੇ ਦਿਆਲੇ ਨੂੰ ਕਿਹਾ। ਇੱਥੇ ਤਾਂ ਸ਼ਾਹੀ ਫੌਜਾਂ ਨੂੰ ਆਉਣ ਦਾ ਕਦੇ ਖਿਆਲ ਹੀ ਨਹੀਂ ਆ ਸਕਦਾ। ਥਾਂ ਤੇ ਚੁਣ ਕੇ ਰੱਖੀਏ ਜਿੱਥੇ ਦੁਸ਼ਮਣ ਨੂੰ ਪਤਾ ਨਾ ਲੱਗ ਸਕੇ। ਉਂਝ ਤਾਂ ਸਿੰਘ ਬਾਹਰ ਜਾਂਦੇ ਤੇ ਫਿਰਦੇ ਰਹਿੰਦੇ ਨੇ, ਪਰ ਜਦ ਤਿਆਰੀ ਜਾਂ ਠਹਿਰਨ ਦੀ ਲੋੜ ਹੋਵੇ ਤਾਂ ਹੀ ਆਉਂਦੇ ਨੇ। ਵੇਖ ਲੈ, ਜੰਗਲ ਵੱਢ ਕੇ ਆਪ ਹੀ ਨਵੀਂ ਆਬਾਦੀ ਬਣਾ ਲਈ ਨੇ, ਦਿਆਲੇ ਨੇ ਸਮਝਾਇਆ। ਇੱਥੇ ਜੰਗਲੀ ਜਾਨਵਰਾਂ ਦਾ ਡਰ ਤਾਂ ਹੋਏਗਾ, ਇੱਕ ਸਾਥੀ ਨੇ ਪੁੱਛਿਆ। ਹੱਦ ਹੋ ਗਈ, ਇਹ ਸਿੰਘ ਜੰਗਲੀ ਜਾਨਵਰਾਂ ਤੋਂ ਡਰਨ ਵਾਲੇ ਨਹੀਂ। ਸਾਨੂੰ ਭਾਈ ਤਾਰਾ ਸਿੰਘ ਨੇ ਦੱਸਿਆ ਸੀ ਕਿ ਗੁਰੂ ਮਹਾਰਾਜ ਤਾਂ ਆਪ ਸ਼ੇਰ ਦਾ ਸ਼ਿਕਾਰ ਖੇਡਦੇ ਹੁੰਦੇ ਸੀ। ਜਲੰਧਰ ਲਾਗੇ ਇੱਕ ਵਾਰੀ ਸ਼ੇਰ ਨੇ ਹਮਲਾ ਕਰ ਦਿੱਤਾ ਤਾਂ ਗੁਰੂ ਜੀ ਨੇ ਕੱਲਿਆਂ ਹੀ ਤਲਵਾਰ ਨਾਲ ਸ਼ੇਰ ਮਾਰ ਲਿਆ ਸੀ, ਦਿਆਲੇ ਨੇ ਬੜੇ ਮਾਣ ਨਾਲ ਕਿਹਾ। ਦਗੜ ਦਗੜ ਕਰਦੇ ਘੋੜਿਆਂ ਦੇ ਪੈਰਾਂ ਦੀ ਆਵਾਜ਼ ਆਈ। ਇਹਨਾਂ ਸਾਰਿਆਂ ਦੇ ਮਨ ਧੜਕਣ ਲੱਗ ਪਏ। ਇਉਂ ਜਾਪਿਆ ਜਿਵੇਂ ਸ਼ਾਹੀ ਫੌਜਾਂ ਘੋੜੇ ਦੌੜਾਉਂਦੀਆਂ ਆ ਰਹੀਆਂ ਹਨ। ਝੱਟ ਸਾਰੇ ਬਾਹਰ ਨਿਕਲ ਆਏ। ਝੁੰਡ 'ਚ ਆਉਂਦੇ ਨਿੱਕੇ ਰਾਹ ਵੱਲ ਦੇਖਣ ਲੱਗ ਪਏ। ਝੱਟ ਪਿੱਛੋਂ 5-6 ਸਿੰਘ ਘੋੜਸਵਾਰ ਅੰਦਰ ਆ ਗਏ। ਉਹਨਾਂ ਦੇ ਅੱਗੇ ਇੱਕ ਬਹੁਤ ਲੰਮੇ ਕੱਦ ਦਾ, ਚੰਗੇ ਭਾਰੇ ਗਠਵੇਂ ਤੇ ਸੋਹਣੇ ਸਰੀਰ ਦਾ ਸਿੰਘ ਸੀ, ਜਿਹਦਾ ਕਾਲਾ ਲੰਮਾ ਦਾੜਾ ਗੋਰੇ ਮੂੰਹ ਤੇ ਬੜਾ ਸਜ ਰਿਹਾ ਸੀ। ਦਸਤਾਰ ਉੱਪਰ 4-5 ਚੱਕਰ, ਮੁੱਛਾਂ ਕੁੰਡਲਦਾਰ, ਮੋਟੀਆਂ-ਮੋਟੀਆਂ ਤੇ ਲਾਲ ਅੱਖਾਂ ਬੜੀਆਂ ਪ੍ਰਭਾਵਸ਼ਾਲੀ ਸਨ। ਉਸ ਸਾਹਮਣੇ 5-6 ਘੋਣ-ਮੋਣ ਆਦਮੀ ਦੇਖੇ ਤਾਂ ਹੈਰਾਨ ਹੋ ਗਿਆ। ਝੱਟ ਘੋੜੇ ਤੋਂ ਉਤਰਿਆ ਤੇ ਸਿੱਧਾ ਉਹਨਾਂ ਕੋਲ ਪੁੱਜਾ। ਕੌਣ ਹੋ ਤੁਸੀਂ? ਸਿੰਘ ਨੇ ਜਾਂਦਿਆਂ ਪੁੱਛਿਆ। ਅਸੀਂ ਵਾਂ ਪਿੰਡ ਤੋਂ ਆਏ ਹਾਂ, ਦਿਆਲਾ ਬੋਲਿਆ। ਅੱਛਾ, ਭਾਈ ਤਾਰਾ ਸਿੰਘ ਦੇ ਪਿੰਡ ਤੋਂ? ਜੀ। ਭਾਈ ਤਾਰਾ ਸਿੰਘ ਸ਼ਹੀਦ ਹੋ ਗਏ ਹੈ? ਸਿੰਘ ਨੇ ਉਤਾਵਲੇ ਹੋ ਕੇ ਪੁੱਛਿਆ। ਜੀ। ਜਾਫਰ ਬੇਗ ਲਾਹੌਰ ਤੋਂ ਫੌਜਾਂ ਲੈ ਕੇ ਆਇਆ ਸੀ ਤੇ ਭਾਈ ਸਾਹਿਬ ਨੂੰ ਬੁਰਜ ਵਿੱਚ ਘੇਰ ਲਿਆ ਸੀ। ਉਸ ਸਮੇਂ ਭਾਈ ਜੀ ਪਾਸ ਬਹੁਤ ਥੋੜੇ ਜਵਾਨ ਸਨ, ਜਿਸ ਕਰਕੇ ਝੱਟ ਹੀ ਉਹ ਸ਼ਹੀਦ ਹੋ ਗਏ, ਪਰ ਫਿਰ ਵੀ ਉਹਨਾਂ ਸਰਕਾਰੀ ਫੌਜ ਦਾ ਬੜਾ ਨੁਕਸਾਨ ਕੀਤਾ ਨੇ। ਦਿਆਲੇ ਨੇ ਸਾਰੀ ਗੱਲ ਦੱਸ ਦਿੱਤੀ। ਬੜੀ ਮਾੜੀ ਗੱਲ ਹੋਈ ਹੈ। ਸਾਡਾ ਤਾਂ ਉਹ ਚੰਗਾ ਅੱਡਾ ਸੀ, ਉਹ ਵੀ ਨਾ ਰਿਹਾ। ਮੈਨੂੰ ਨਿਸ਼ਚੈ ਹੈ ਕਿ ਲੋਕ ਭਾਈ ਤਾਰਾ ਸਿੰਘ ਨੂੰ ਇਸ ਤਰ੍ਹਾਂ ਕਤਲ ਹੁੰਦਾ ਦੇਖ ਕੇ ਬਰਦਾਸ਼ਤ ਨਹੀਂ ਕਰਨਗੇ। ਹੁਣ ਵੇਲਾ ਹੈ ਕਿ ਇਲਾਕੇ 'ਚ ਫਿਰ ਕੇ ਅੱਗ ਲਾ ਦਿੱਤੀ ਜਾਏ। ਅਜਿਹਾ ਤੂਫਾਨ ਉੱਠ ਸਕਦਾ ਹੈ ਜੋ ਇਸ ਰਾਜ ਦੀਆਂ ਜੜ੍ਹਾਂ ਪੁੱਟਦਾ ਹੈ। ਪਾਪੀ ਦੇ ਮਾਰਨ ਲਈ ਪਾਪ ਹੀ ਮਹਾਬਲੀ ਹੁੰਦਾ ਹੈ। ਇੱਕ ਹੋਰ ਪਾਪ ਹੋਇਆ ਹੈ। ਸਿੰਘ ਇਹ ਗੱਲ ਕਰ ਹੀ ਰਹੇ ਸੀ ਕਿ ਜੰਗਲ 'ਚੋਂ ਸ਼ੇਰ ਦੀ ਗਰਜਵੀਂ ਆਵਾਜ਼ ਆਈ। ਦਿਆਲੇ ਦੇ ਨਾਲ ਦੇ ਘਬਰਾ ਗਏ, ਪਰ ਸਿੰਘਾਂ ਸਾਹਮਣੇ ਉਹਨਾਂ ਆਪਣੀ ਕਮਜ਼ੋਰੀ ਪ੍ਰਗਟ ਨਾ ਹੋਣ ਦਿੱਤੀ। ਸਿੰਘ ਝਟਪਟ ਆਪਣੇ ਆਰਾਮ ਅਸਥਾਨਾਂ ਤੋਂ ਨਿਕਲ ਆਏ ਤੇ ਆਵਾਜ਼ ਨੂੰ ਫਿਰ ਸੁਣਨ ਲਈ ਚੁੱਪ ਖੜੋ ਗਏ। ਝੱਟ ਪਿੱਛੋਂ ਫਿਰ ਆਵਾਜ਼ ਆਈ।
ਹੁਣੇ ਆਵਾਜ਼ ਬਹੁਤ ਨੇੜੇ ਸੀ। ਨਾਲ ਹੀ ਪੱਤਿਆਂ ਦੀ ਖੜਖੜ ਨੇ ਨਿਸ਼ਚਾ ਕਰਾਤਾ ਕਿ ਸ਼ੇਰ ਬਹੁਤ ਨੇੜੇ ਆ ਗਿਆ। ਖੱਬੇ ਪਾਸੇ ਦੇ ਜੰਗਲਾਂ ਵੱਲੋਂ ਸ਼ੇਰ ਤੇਜ਼ੀ ਨਾਲ ਵੱਧਦਾ ਆ ਰਿਹਾ ਸੀ। ਉਸ ਦੂਰੋਂ ਹੀ ਘੋੜੇ ਹਿਣਕਣ ਦੀ ਆਵਾਜ਼ ਸੁਣੀ ਸੀ ਤੇ ਆਵਾਜ਼ ਦੀ ਸੇਧ ਤੇ ਆ ਰਿਹਾ ਸੀ। ਇੱਕ ਸਿੰਘ ਨੇ ਕਿਹਾ, ਇਹ ਸ਼ੇਰ ਕਿੱਥੋਂ ਆ ਗਿਆ? ਇਸ ਜੰਗਲ 'ਚ ਅੱਗੇ ਤਾਂ ਇੱਕੋ ਸ਼ੇਰ ਸੀ ਜੋ ਅਸਾਂ ਪਿਛਲੇ ਮਹੀਨੇ ਮਾਰਤਾ, ਤੇ ਦੂਜੇ ਜੰਗਲਾਂ 'ਚੋਂ ਨਹੀਂ ਆ ਸਕਦਾ। ਬਿਆਸ ਦੇ ਨਾਲ ਨਾਲ ਦੂਰ ਤੱਕ ਮੀਲਾਂ 'ਚ ਜੰਗਲ ਹੈ, ਆ ਗਿਆ ਹੋਏਗਾ ਕਿਧਰੋਂ। ਸਿੰਘਾਂ ਦੇ ਜਥੇਦਾਰ ਬਹਾਦਰ ਸਿੰਘ ਨੇ ਕਿਹਾ। ਅਜੇ ਅਖੀਰਲੇ ਸ਼ਬਦ ਉਹਦੇ ਮੂੰਹ 'ਚ ਹੀ ਸੀ ਕਿ ਸ਼ੇਰ ਝੁੰਡ ਵਿੱਚੋਂ ਨਿਕਲ ਕੇ ਮੈਦਾਨ 'ਚ ਆ ਗਿਆ ਤੇ ਤੇਜ਼ੀ ਨਾਲ ਉਸ ਜਥੇਦਾਰ ਬਹਾਦਰ ਸਿੰਘ ਤੇ ਹਮਲਾ ਕਰ ਦਿੱਤਾ। ਇਹ ਹਮਲਾ ਇੰਨਾ ਤੇਜ਼ ਤੇ ਜ਼ੋਰਦਾਰ ਸੀ ਕਿ ਸਿੰਘਾਂ ਦੇ ਸੁਚੇਤ ਹੋਣ ਦੇ ਬਾਵਜੂਦ ਉਸ ਬੰਦੂਕ ਸਿੱਧੀ ਨਾ ਕਰਨ ਦਿੱਤੀ। ਜਥੇਦਾਰ ਬਹਾਦਰ ਸਿੰਘ ਦਾ ਹੱਥ ਕੁਦਰਤੀ ਕਿਰਪਾਨ ਦੇ ਦਸਤੇ ਤੇ ਸੀ। ਉਹਨਾਂ ਝਟਕੇ ਨਾਲ ਕਿਰਪਾਨ ਕੱਢਣੀ ਚਾਹੀ, ਪਰ ਮਿਆਨ ਵਿੱਚ ਕਿਰਪਾਨ ਅੜ ਗਈ। ਸ਼ੇਰ ਜ਼ੋਰ ਦੀ ਭਬਕ ਮਾਰ ਕੇ ਉੱਤੇ ਆ ਚੜਿਆ। ਦੂਰੋਂ ਹੀ ਉਸ ਛਾਲ ਮਾਰੀ ਤੇ ਵੱਡੀਆਂ ਵੱਡੀਆਂ ਬਾਛਾਂ ਖੋਲ ਕੇ ਅਗਲੇ ਦੋਵੇਂ ਪੈਰਾਂ ਨੂੰ ਅਗਲੇ ਪਾਸੇ ਖਿਲਾਰ ਕੇ ਉਸ ਹਮਲਾ ਕੀਤਾ। ਜਥੇਦਾਰ ਬਹਾਦਰ ਸਿੰਘ ਨੇ ਆਪਣੀ ਢਾਲ ਅੱਗੇ ਕਰਕੇ ਉਹਦਾ ਵਾਰ ਰੋਕਿਆ, ਪਰ ਉਹ ਇੰਨੇ ਜ਼ੋਰ ਨਾਲ ਲਪਕਿਆ ਕਿ ਭਾਵੇਂ ਜਥੇਦਾਰ ਬਹਾਦਰ ਸਿੰਘ ਨੇ ਉਹਨੂੰ ਆਪਣੇ ਸਰੀਰ ਨਾਲ ਨਾ ਛੂਹਣ ਦਿੱਤਾ, ਪਰ ਉਹਦੇ ਧੱਕੇ ਨਾਲ ਡਿੱਗ ਪਏ। ਖੁਸ਼ਕਿਸਮਤੀ ਨਾਲ ਸ਼ੇਰ ਵੀ ਜ਼ੋਰ ਦੇ ਹਮਲੇ ਕਾਰਨ ਡਿੱਗ ਪਿਆ ਤੇ ਖੜਬਾਜੀ ਖਾ ਗਿਆ। ਉਹਦੇ ਉੱਠਦਿਆਂ ਤੱਕ ਜਥੇਦਾਰ ਬਹਾਦਰ ਸਿੰਘ ਵੀ ਸੰਭਲ ਗਿਆ ਤੇ ਕਿਰਪਾਨ ਮਿਆਨ ਵਿੱਚੋਂ ਕੱਢ ਲਈ। ਸ਼ੇਰ ਨੇ ਜਦ ਦੂਜੀ ਵਾਰ ਹਮਲਾ ਕੀਤਾ ਤਾਂ ਜਥੇਦਾਰ ਬਹਾਦਰ ਸਿੰਘ ਨੇ ਬੈਠ ਕੇ ਢਾਲ ਅੱਗੇ ਕੀਤੀ ਤੇ ਉਹਦਾ ਹਮਲਾ ਰੋਕਿਆ, ਸੋ ਸ਼ੇਰ ਦੇ ਅਗਲੇ ਦੋਵੇਂ ਪੰਜੇ ਢਾਲ ਤੇ ਵੱਜੇ। ਜਥੇਦਾਰ ਬਹਾਦਰ ਸਿੰਘ ਨੇ ਸੱਜੇ ਹੱਥ 'ਚ ਫੜੀ ਕਿਰਪਾਨ ਨਾਲ ਵਾਰ ਕੀਤਾ ਤੇ ਸ਼ੇਰ ਦਾ ਅੱਧਾ ਲੱਕ ਟੁੱਟ ਗਿਆ। ਲਹੂ ਦੀਆਂ ਧਾਰੀਆਂ ਦੂਰ ਦੂਰ ਤੱਕ ਗਈਆਂ। ਦੂਜੀ ਵਾਰ ਜਥੇਦਾਰ ਬਹਾਦਰ ਸਿੰਘ ਨੇ ਫੇਰ ਕਿਰਪਾਨ ਮਾਰੀ। ਹੁਣ ਸ਼ੇਰ ਉੱਠ ਰਿਹਾ ਸੀ। ਕਿਰਪਾਨ ਉਹਦੇ ਮੂੰਹ ਤੇ ਪਈ। ਇਸ ਨਾਲ ਉਹਦਾ ਹੇਠਲਾ ਜਬਾੜਾ ਤੇ ਜੀਭ ਦਾ ਕੁਝ ਹਿੱਸਾ ਕੱਟਿਆ ਗਿਆ। ਸ਼ੇਰ ਦੀਆਂ ਕੁਝ ਨੌਂਦਰਾਂ ਵੱਜਣ ਨਾਲ ਜਥੇਦਾਰ ਬਹਾਦਰ ਸਿੰਘ ਦਾ ਸਰੀਰ ਵੀ ਝਿੱਲਿਆ ਗਿਆ। ਕਈ ਥਾਵਾਂ ਤੇ ਲਹੂ ਸਿੰਮਣ ਲੱਗ ਪਿਆ, ਪਰ ਉਹਨੇ ਦਿਲ ਨਾ ਛੱਡਿਆ ਤੇ ਸ਼ੇਰ ਨਾਲ ਘੁਲਦਾ ਰਿਹਾ। ਇੱਕ ਸਿੰਘ ਦੌੜ ਕੇ ਬੰਦੂਕ ਕੱਢ ਲਿਆਇਆ, ਪਰ ਸ਼ੇਰ ਤੇ ਜਥੇਦਾਰ ਬਹਾਦਰ ਸਿੰਘ ਗੁੱਥਮ ਗੁੱਥਾ ਹੋਏ ਪਏ ਸਨ, ਜਿਸ ਕਾਰਨ ਸ਼ੇਰ ਨੂੰ ਗੋਲੀ ਮਾਰਨੀ ਔਖੀ ਸੀ। ਇੱਕ ਸਿੰਘ ਨੇ ਬੜਾ ਨਿਸ਼ਾਨਾ ਬੰਨ ਕੇ ਬਰਛਾ ਮਾਰਿਆ, ਪਰ ਸ਼ੇਰ ਹਿੱਲ ਗਿਆ ਤੇ ਉਹ ਬਰਛਾ ਸ਼ੇਰ ਨੂੰ ਵੱਜਣ ਦੀ ਥਾਂ ਜਥੇਦਾਰ ਬਹਾਦਰ ਸਿੰਘ ਦੀ ਲੱਤ ਨਾਲ ਜਾ ਵੱਜਾ। ਬਹਾਦਰ ਸਿੰਘ ਪੀੜ ਨਾਲ ਇਕੱਠਾ ਜਿਹਾ ਹੋ ਗਿਆ। ਸ਼ੇਰ ਫਿਰ ਹਫਿਆ, ਉਹਨੂੰ ਮੂੰਹ ਅੱਡੀ ਪਿਆ। ਇਸ ਵਾਰੀ ਜਥੇਦਾਰ ਬਹਾਦਰ ਸਿੰਘ ਦੇ ਹੱਥ ਉਹਦੀ ਜੀਭ ਆ ਗਈ। ਜਥੇਦਾਰ ਨੇ ਪੂਰੀ ਹਿੰਮਤ ਤੇ ਫੁਰਤੀ ਨਾਲ ਉਹਦੀ ਜੀਭ ਨੂੰ ਅਜਿਹਾ ਵੱਟ ਦਿੱਤਾ ਕਿ ਸ਼ੇਰ ਪਲਸੇਟੇ ਖਾਣ ਲੱਗ ਪਿਆ। ਦਿਆਲੇ ਕੋਲੋਂ ਰਿਹਾ ਨਾ ਗਿਆ। ਉਸ ਝੱਟ ਅੱਗੇ ਵੱਧ ਕੇ ਪਲਸੇਟੇ ਖਾਂਦੇ ਸ਼ੇਰ ਦੀ ਛਾਤੀ ਤੇ ਸੱਜਾ ਪੈਰ ਰੱਖ ਕੇ ਉਹਦੀ ਧੌਣ ਦੀ ਜੱਤ ਨੂੰ ਫੜ ਲਿਆ। ਜਥੇਦਾਰ ਬਹਾਦਰ ਸਿੰਘ ਨੇ ਕਿਰਪਾਨ ਦਾ ਇੱਕ ਹੋਰ ਵਾਰ ਕਰਕੇ ਸ਼ੇਰ ਨੂੰ ਮਾਰ ਦਿੱਤਾ। ਸ਼ੇਰ 7 ਫੁੱਟ ਲੰਮਾ, 3 ਫੁੱਟ ਉੱਚਾ ਸੀ, ਜੋ ਹੁਣ ਮੈਦਾਨ ਦੇ ਵਿਚਕਾਰ ਢੇਰੀ ਹੋਇਆ ਪਿਆ ਸੀ। ਸਿੰਘਾਂ ਲਈ ਸ਼ੇਰ ਨਾਲ ਲੜਨਾ ਜਾਂ ਉਹਨੂੰ ਮਾਰਨਾ ਕੋਈ ਨਵੀਂ ਤੇ ਹੈਰਾਨੀ ਵਾਲੀ ਗੱਲ ਨਹੀਂ ਸੀ, ਪਰ ਦਿਆਲੇ ਨਾਲ ਪਿੰਡ ਤੋਂ ਆਏ ਆਦਮੀਆਂ ਲਈ ਇਹ ਬਿਲਕੁਲ ਨਵੀਂ ਤੇ ਅਨੋਖੀ ਗੱਲ ਸੀ। ਸਿੰਘਾਂ ਨੇ ਜਥੇਦਾਰ ਬਹਾਦਰ ਸਿੰਘ ਨੂੰ ਜਾ ਘੇਰਿਆ, ਜੋ ਸ਼ੇਰ ਮਾਰ ਕੇ ਥੱਕੇ ਹੋਏ ਇੱਕ ਪਾਸੇ ਘਾਹ ਤੇ ਜਾ ਲੇਟੇ ਸਨ। ਉਹਨਾਂ ਨੂੰ ਬਹੁਤੇ ਖਤਰਨਾਕ ਜ਼ਖਮ ਨਹੀਂ ਸਨ, ਫਿਰ ਵੀ ਉਹਨਾਂ ਦਾ ਨਵਾਂ ਪੁਸ਼ਾਕਾ ਲਿਆਂਦਾ ਗਿਆ ਤੇ ਜ਼ਖਮ ਧੋ ਕੇ ਉੱਤੇ ਦਵਾਈ ਲਾ ਕੇ ਨਵੇਂ ਕੱਪੜੇ ਪਵਾ ਦਿੱਤੇ। ਜਥੇਦਾਰ ਬਹਾਦਰ ਸਿੰਘ ਨੇ ਦਿਆਲੇ ਨੂੰ ਕੋਲ ਸੱਦਿਆ ਤੇ ਉਹਦੀ ਪਿੱਠ ਤੇ ਥਾਪੀ ਦੇ ਕੇ ਜੱਫਾ ਪਾ ਲਿਆ। ਉਹਨੇ ਸ਼ੇਰ ਮਾਰਨ 'ਚ ਜੋ ਮਦਦ ਕੀਤੀ ਸੀ, ਉਹਦਾ ਸਾਰੇ ਸਿੰਘਾਂ ਤੇ ਪ੍ਰਭਾਵ ਪਿਆ ਤੇ ਸਾਰਿਆਂ ਉਹਦੀ ਸ਼ਲਾਘਾ ਕੀਤੀ। ਦੂਜੇ ਦਿਨ ਸਵੇਰੇ ਜਦ ਸਿੰਘ ਨਿਤਨੇਮ ਤੋਂ ਵਿਹਲੇ ਹੋਏ ਤਾਂ ਅੰਮ੍ਰਿਤ ਤਿਆਰ ਕੀਤਾ ਗਿਆ। ਸਵੇਰੇ ਦਿਆਲਾ ਤੇ ਉਹਦੇ ਸਾਥੀ ਇਸ਼ਨਾਨ ਕਰਕੇ ਤਿਆਰ ਹੋ ਗਏ। ਦੀਵਾਨ ਸਜਿਆ, ਜਿਸ ਵਿੱਚ ਲੋਹੇ ਦੇ ਇੱਕ ਬਾਟੇ 'ਚ ਜਲ ਪਾਇਆ ਗਿਆ। ਉੱਪਰੋਂ ਕੁਝ ਪਤਾਸੇ ਪਾ ਦਿੱਤੇ ਗਏ। 5 ਸਿੰਘ 5 ਪਿਆਰਿਆਂ ਦੇ ਵੇਸ਼ 'ਚ ਅੰਮ੍ਰਿਤ ਤਿਆਰ ਕਰਨ ਲੱਗ ਪਏ। ਸਭ ਨੇ ਵਾਰੀ-ਵਾਰੀ ਇੱਕ ਬਾਣੀ ਦਾ ਪਾਠ ਕੀਤਾ ਤੇ ਨਾਲ ਹੀ ਜਲ ਵਿੱਚ ਖੰਡਾ ਫੇਰਿਆ ਜਾਂਦਾ ਰਿਹਾ। ਇਸ ਤਰ੍ਹਾਂ ਪਾਠ ਮੁਕੰਮਲ ਹੋਣ ਤੇ ਅੰਮ੍ਰਿਤ ਤਿਆਰ ਹੋ ਗਿਆ। ਦਿਆਲਾ ਤੇ ਉਹਦੇ ਸਾਥੀ ਹੱਥ ਜੋੜ ਕੇ ਦੱਸੀ ਮਰਿਆਦਾ ਅਨੁਸਾਰ ਖੜੇ ਸਨ। ਜਥੇਦਾਰ ਬਹਾਦਰ ਸਿੰਘ ਨੇ ਉਹਨਾਂ ਨੂੰ ਸੰਬੋਧਨ ਕਰਕੇ ਕਿਹਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਹਾਨੂੰ ਅੰਮ੍ਰਿਤ ਛਕਾਇਆ ਜਾ ਰਿਹਾ। ਇਹ ਉਹ ਮਹਾਨ ਵਸਤੂ ਹੈ ਜਿਹਨੂੰ ਪ੍ਰਾਪਤ ਕਰਨ ਵਾਲੇ ਨੂੰ ਪ੍ਰਣ ਕਰਨਾ ਪੈਂਦਾ ਹੈ ਕਿ ਉਹ ਇੱਕ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਦੀ ਪੂਜਾ ਨਹੀਂ ਕਰੇਗਾ। ਹਰ ਸਮੇਂ ਜੀਵਨ ਦੀ ਹਰ ਮੁਹਿੰਮ 'ਚ ਉਸ ਇੱਕ ਅਕਾਲ ਪੁਰਖ ਦਾ ਹੀ ਆਸਰਾ ਲੈਣਾ ਹੈ,
ਕਿਸੇ ਮੜੀ ਮਸਾਣੀ ਤੇ ਕਬਰ ਤੇ ਜਾ ਕੇ ਮੁਰਾਦਾਂ ਨਹੀਂ ਮੰਗਣੀਆਂ। ਸਾਹਿਬਾਂ ਦੇ ਦੱਸੇ ਜੀਵਨ ਸਿਧਾਂਤ ਅਨੁਸਾਰ ਜੀਵਨ ਬਤੀਤ ਕਰਨਾ ਹੈ। 5 ਕਕਾਰਾਂ ਦਾ ਤੁਸੀਂ ਪੂਰਾ ਧਾਰਨੀ ਰਹਿਣਾ ਹੈ ਜੋ ਤੁਹਾਨੂੰ ਹੁਣੇ ਪੁਆਏ ਗਏ ਹੈ। ਫਿਰ ਜਥੇਦਾਰ ਬਹਾਦਰ ਸਿੰਘ ਨੇ ਪੂਰੀ ਰਹਿਤ ਮਰਿਆਦਾ ਸਮਝਾਈ ਤੇ ਅਖੀਰ ਕਿਹਾ, ਜੇ ਤੁਸੀਂ ਆਪਣਾ ਤਨ ਮਨ ਤੇ ਧਨ ਪੰਥ ਤੇ ਅਰਪਣ ਕਰਨ ਲਈ ਤਿਆਰ ਹੋ ਤਾਂ ਗੁਰੂ ਮਹਾਰਾਜ ਦੇ ਹਜ਼ੂਰ ਮੱਥਾ ਟੇਕੋ। ਸਾਰਿਆਂ ਨੇ ਮੱਥਾ ਟੇਕਿਆ ਤੇ ਫਿਰ ਉਹਨਾਂ ਨੂੰ ਅੰਮ੍ਰਿਤ ਪਾਨ ਕਰਾਇਆ ਗਿਆ। 5-5 ਘੁੱਟ ਛਕਾਏ। ਫਿਰ ਉਹਨਾਂ ਦੇ ਮੁੱਖ ਤੇ ਕੇਸਾਂ ਵਿੱਚ 5-5 ਛਿੱਟੇ ਮਾਰੇ ਗਏ। ਅੰਮ੍ਰਿਤ ਛਕਦਿਆਂ ਸਭ ਨੂੰ ਮਹਿਸੂਸ ਹੋਇਆ ਜਿਵੇਂ ਉਹਨਾਂ ਦੀ ਕਾਇਆ ਹੀ ਪਲਟ ਗਈ ਹੈ। ਮਨ 'ਚ ਬੜੀ ਭਾਰੀ ਤਬਦੀਲੀ ਆ ਗਈ ਤੇ ਇਉਂ ਜਾਪਣ ਲੱਗਾ ਜਿਵੇਂ ਅੰਦਰ ਦੇ ਕਪਾਟ ਖੁੱਲ ਗਏ ਹੋਣ। ਦਿਆਲਾ ਤੇ ਉਹਦੇ ਸਾਥੀ ਸੋਚਦੇ ਕਿ ਸੱਚਮੁੱਚ ਹੀ ਅੰਮ੍ਰਿਤ 'ਚ ਅਜਿਹੀ ਤਾਕਤ ਹੈ ਜੋ ਚਿੜੀਆਂ ਨੂੰ ਬਾਜਾਂ ਨਾਲ ਲੜਾ ਸਕਦੀ ਹੈ। ਨਿਹੱਥਾ ਸਿੰਘ ਸ਼ੇਰ ਨਾਲ ਲੜ ਸਕਦਾ ਹੈ। ਇੱਕ ਸਿੰਘ ਜੰਗ 'ਚ ਆਪਣੇ ਆਪ ਨੂੰ 1.25 ਲੱਖ ਮਹਿਸੂਸ ਕਰਦਾ ਹੈ। ਮਨ 'ਚ ਬੜੀ ਭਟਕਣਾ ਤੇ ਅਸ਼ਾਂਤੀ ਸੀ ਜੋ ਖਤਮ ਹੋ ਗਈ। ਮਨ ਵਿੱਚ ਇੱਕ ਵਿਸ਼ਵਾਸ ਵੱਜ ਗਿਆ। ਦਿਆਲੇ ਨੂੰ ਖਾਸ ਕਰਕੇ ਇਸ ਗੱਲ ਦਾ ਅਫਸੋਸ ਲੱਗਾ ਕਿ ਉਹਨੇ ਆਪਣੇ ਜੀਵਨ ਦਾ ਬਹੁਤ ਸਾਰਾ ਸਮਾਂ ਵਿਅਰਥ ਕਿਉਂ ਗਵਾਇਆ। ਉਹਨੂੰ ਖਿਆਲ ਆਇਆ ਕਿ ਜੇਕਰ ਅਸੀਂ ਕੁਝ ਚਿਰ ਪਹਿਲਾਂ ਸਿੰਘ ਸੱਜ ਗਏ ਹੁੰਦੇ ਤਾਂ ਅਸੀਂ ਕਦੀ ਵੀ ਭਾਈ ਤਾਰਾ ਸਿੰਘ ਜੀ ਨੂੰ ਸ਼ਹੀਦ ਨਹੀਂ ਸੀ ਹੋਣ ਦੇਣਾ। ਫਿਰ ਜਾਫਰ ਬੇਗ ਜਿਉਂਦਾ ਪੱਟੀ ਨੂੰ ਨਾ ਪਰਤ ਜਾਂਦਾ। ਜਾਫਰ ਬੇਗ ਦਾ ਨਾਂ ਚੇਤੇ ਆਉਂਦੀ ਹੈ ਉਹਨੂੰ ਆਪਣੀ ਪਤਨੀ ਜੀਤੋ ਦਾ ਫਿਰ ਖਿਆਲ ਆ ਗਿਆ। ਹੁਣ ਉਹਦੇ ਮਨ 'ਚ ਤਸੱਲੀ ਸੀ ਕਿ ਉਹ ਜ਼ਰੂਰ ਇੱਕ ਦਿਨ ਆਪਣੀ ਪਤਨੀ ਨੂੰ ਛੁਡਾ ਲਏਗਾ। ਉਹ ਸੋਚਿਆ ਕਿ ਹੁਣ ਤਾਂ ਪਹਿਲਾਂ ਅਜਿਹਾ ਸਮਾਂ ਆਏਗਾ ਜਦੋਂ ਕਿ ਜੀਤੋ ਹੀ ਨਹੀਂ ਉਹਦੇ ਵਰਗੀਆਂ ਹੋਰ ਵੀ ਜ਼ਬਰਦਸਤੀ ਰਾਜ ਮੱਧ ਵਿੱਚ ਚੁੱਕੀਆਂ ਗਈਆਂ ਅਬਲਾਵਾਂ ਨੂੰ ਬਚਾਇਆ ਜਾਏਗਾ। ਇਸ ਸਮੇਂ ਦੀਵਾਨ ਵਿੱਚ ਵੀ ਇਹਨਾਂ ਨਵੇਂ ਸਜੇ ਸਿੰਘਾਂ ਦੇ ਸਿੱਖੀ ਰਿਵਾਜ ਅਨੁਸਾਰ ਨਾਮ ਰੱਖੇ ਗਏ। ਅੱਖਰਾਂ ਦੇ ਆਧਾਰ ਤੇ ਨਾਮ ਰੱਖਣ ਬਾਰੇ ਵਿਚਾਰਾਂ ਹੋ ਰਹੀਆਂ ਸਨ ਤਾਂ ਜਥੇਦਾਰ ਬਹਾਦਰ ਸਿੰਘ ਜੀ ਝੱਟ ਹੀ ਬੋਲ ਪਏ, ਇਹਨੇ ਮੇਰੇ ਨਾਲ ਰਲ ਕੇ ਸ਼ੇਰ ਮਾਰਿਆ ਸੀ, ਇਸ ਲਈ ਇਹਦਾ ਨਾਮ ਸ਼ੇਰ ਸਿੰਘ ਰੱਖ ਦਿੱਤਾ ਜਾਏ। ਸਾਰਿਆਂ ਨੇ ਪ੍ਰਵਾਨ ਕਰ ਲਿਆ। ਦਿਆਲੇ ਨੂੰ ਇਹ ਨਾਂ ਚੰਗਾ ਲੱਗਾ। ਜੈਕਾਰੀ ਦੀ ਗੂੰਜ 'ਚ ਨਾਮ ਦਾ ਐਲਾਨ ਕਰ ਦਿੱਤਾ ਗਿਆ। ਇਸ ਤਰ੍ਹਾਂ ਦੂਜੇ ਸਾਰੇ ਸਾਥੀਆਂ ਦੇ ਨਾਮ ਵੀ ਰੱਖੇ ਗਏ। ਰੁਲਦੂ ਰਾਮ ਦਾ ਨਾਮ ਫਤਿਹ ਸਿੰਘ, ਘਸੀਟੇ ਦਾ ਨਾਮ ਸੰਤੋਖ ਸਿੰਘ, ਕਰਮੇ ਦਾ ਨਾਮ ਅਮਰ ਸਿੰਘ ਰੱਖਿਆ ਗਿਆ। ਸਾਰਿਆਂ ਨੇ ਇਸ ਸਮੇਂ ਬੜੀ ਖੁਸ਼ੀ ਪ੍ਰਗਟ ਕੀਤੀ। ਕੜਾ ਪ੍ਰਸ਼ਾਦ ਵਰਤਾਇਆ ਗਿਆ ਤੇ ਸਾਰੇ ਸਿੰਘ ਆਪਣੇ ਆਪਣੇ ਡੇਰੇ ਵੱਲ ਚਲੇ ਗਏ। ਸ਼ੇਰ ਸਿੰਘ ਨੂੰ ਆਪਣੇ ਜਥੇ ਦਾ ਜਥੇਦਾਰ ਨਿਯਤ ਕੀਤਾ ਗਿਆ ਤੇ ਉਹਦੀ ਅਗਵਾਈ ਵਿੱਚ ਕੁਝ ਹੋਰ ਸਿੰਘ ਦੇ ਕੇ ਵੱਖਰੇ ਡੇਰੇ ਲਵਾ ਦਿੱਤੇ ਗਏ। ਛੋਟੇ ਛੋਟੇ ਜਥਿਆਂ ਤੇ ਜਥੇਦਾਰ ਨਿੱਤ ਕਈ ਵਾਰ ਇਕੱਠੇ ਹੁੰਦੇ, ਆਪਸ 'ਚ ਸਲਾਹਾਂ ਕਰਦੇ ਤੇ ਪ੍ਰੋਗਰਾਮ ਬਣਾਉਂਦੇ। ਇੱਕ ਦਿਨ ਰਾਤ ਨੂੰ ਕਾਫੀ ਹਨੇਰੇ ਪਏ। 2 ਘੋੜਸਵਾਰ ਝੁੰਡ 'ਚ ਆਏ। ਘੋੜਿਆਂ ਦੀ ਆਵਾਜ਼ ਸੁਣ ਕੇ ਪਹਿਰਾ ਦੇ ਰਹੇ ਸਿੰਘਾਂ ਨੇ ਜ਼ੋਰ ਨਾਲ ਸਾਵਧਾਨ ਕਿਹਾ, ਜਿਸ ਤੇ ਸਾਰੇ ਸਿੰਘ ਝੱਟ ਉੱਠ ਬੈਠੇ। ਮੂੰਹ ਸਿਰ ਲਪੇਟੀ 2 ਆਦਮੀ ਕਾਲੇ ਕੱਪੜੇ ਪਾਈ ਅੱਗੇ ਵਧੇ। ਸਿੰਘ ਦੀ ਲਲਕਾਰ ਸੁਣ ਕੇ ਘੋੜਿਆਂ ਤੋਂ ਉਤਰ ਪਏ ਤੇ ਆਪਣੇ ਉੱਪਰ ਵਾਲੇ ਕੱਪੜੇ ਲਾਹ ਦਿੱਤੇ। ਇਹ ਦੋਵੇਂ ਸਿੰਘ ਸਰਦਾਰ ਗੱਜਣ ਸਿੰਘ ਦੇ ਜਥੇ ਦੇ ਸਨ ਜੋ ਕਿ ਅੱਜ ਕੱਲ੍ਹ ਛਾਂਗੇ ਮਾਂਗੇ ਦੇ ਜੰਗਲ 'ਚ ਰਹਿ ਰਹੇ ਸਨ। ਇਹ ਜਥਾ ਵੀ ਬੜੇ ਜੋਸ਼ੀਲੇ, ਕੁਰਬਾਨੀ ਦੇ ਪੁੰਜ ਤੇ ਸਿਰਲੱਥ ਜਵਾਨਾਂ ਦਾ ਸੀ, ਜਿਸ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਕਈ ਲੜਾਈਆਂ ਲੜੀਆਂ ਸਨ ਤੇ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਪਿੱਛੋਂ ਸਰਕਾਰ ਦੀ ਈਨ ਮੰਨਣ ਦੀ ਥਾਂ ਜੰਗਲਾਂ 'ਚ ਚਲੇ ਗਏ ਸਨ। ਕਦੇ-ਕਦੇ ਜਥਾ ਬਾਹਰ ਨਿਕਲਦਾ ਤੇ ਸ਼ਾਹੀ ਫੌਜ ਨਾਲ ਝੜਪਾਂ ਲੈਂਦਾ। ਇੱਕ ਵਾਰ ਇਹ ਜਥਾ ਸ਼ਾਹੀ ਖਜ਼ਾਨੇ ਨੂੰ ਵੀ ਲੁੱਟ ਚੁੱਕਿਆ ਸੀ। ਵਾਹਿਗੁਰੂ ਜੀ ਕੀ ਫਤਿਹ ਬੁਲਾ ਕੇ ਦੋਵੇਂ ਸਿੰਘ ਅੱਗੇ ਵਧੇ ਤੇ ਸੇਵਾਦਾਰ ਨੂੰ ਬੇਨਤੀ ਕੀਤੀ ਕਿ ਉਹ ਜਥੇਦਾਰ ਬਹਾਦਰ ਸਿੰਘ ਜੀ ਨੂੰ ਮਿਲਣਾ ਚਾਹੁੰਦੇ ਹਨ। ਅਜੇ ਸੇਵਾਦਾਰ ਉੱਤਰ ਦੇਣ ਹੀ ਵਾਲਾ ਸੀ ਕਿ ਜਥੇਦਾਰ ਬਹਾਦਰ ਸਿੰਘ ਹੋਰੀ ਆਪ ਆ ਗਏ ਤੇ ਉਹਨਾਂ ਆਵਾਜ਼ ਦੇ ਦਿੱਤੀ, ਆਓ ਗੁਰਮੁਖੋ ਲੰਘ ਆਓ। ਦੋਵੇਂ ਸਿੰਘ ਉਹਨਾਂ ਕੋਲ ਪਹੁੰਚ ਗਏ। ਉਹਨਾਂ ਦੱਸਿਆ ਕਿ ਭਾਈ ਤਾਰਾ ਸਿੰਘ ਵਾਂ ਸ਼ਹੀਦ ਕਰ ਦਿੱਤੇ ਗਏ ਹਨ। ਇਸ ਨਾਲ ਸਾਰੇ ਮਾਝੇ 'ਚ ਜਾਫਰ ਬੇਗ ਤੇ ਲਾਹੌਰ ਰਾਜ ਵਿਰੁੱਧ ਸਖਤ ਗੁੱਸੇ ਦੀ ਲਹਿਰ ਫੈਲ ਗਈ ਹੈ। ਲੋਕ ਭੈੜਾ ਮਹਿਸੂਸ ਕਰ ਰਹੇ ਹਨ ਕਿ ਇਹ ਬੜਾ ਭਾਰੀ ਅਨਿਆਏ ਹੋਇਆ ਹੈ। ਇਸ ਤਰ੍ਹਾਂ ਦਾ ਪਰਉਪਕਾਰੀ ਜੀਵ ਮਾਰਿਆ ਜਾਣਾ ਲੋਕਾਂ ਲਈ ਦੁਖਦਾਇਕ ਹੈ। ਇਸ ਲਈ ਜਥੇਦਾਰ ਗੱਜਣ ਸਿੰਘ ਦਾ ਵਿਚਾਰ ਹੈ ਕਿ ਹੁਣ ਜੰਗਲਾਂ 'ਚ ਰਹਿਣ ਦਾ ਲਾਭ ਨਹੀਂ। ਇਸ ਲਈ ਸਾਨੂੰ ਸਾਰਿਆਂ ਨੂੰ ਪਿੰਡਾਂ 'ਚ ਨਿਕਲਣਾ ਚਾਹੀਦਾ ਹੈ ਤੇ ਅੰਮ੍ਰਿਤ ਪ੍ਰਚਾਰ ਦੀ ਲਹਿਰ ਤੇਜ਼ ਕਰਨੀ ਚਾਹੀਦੀ ਹੈ। ਹੁਣ ਮੌਕਾ ਹੈ ਕਿ ਅਸੀਂ ਸੰਭਾਲ ਲਈਏ। ਹਾਲਾਤ ਬੜੇ ਠੀਕ ਹਨ। ਉਹਨਾਂ ਬਾਕੀ ਹੋਰ ਥਾਵਾਂ ਤੇ ਵੀ ਸਿੰਘ ਭੇਜੇ ਹਨ ਕਿ ਅਸੀਂ ਹਮਲਾ ਮਾਰੀਏ ਤੇ ਫਿਰ ਸ੍ਰੀ ਅੰਮ੍ਰਿਤਸਰ 'ਚ ਇੱਕ ਇਕੱਠ ਬੁਲਾ ਕੇ ਜਥੇਬੰਦਕ ਤੌਰ ਤੇ ਕੋਈ ਉਦਮ ਕਰੀਏ।
ਉਹਨਾਂ ਜਥੇਦਾਰ ਦਰਬਾਰਾ ਸਿੰਘ ਨੂੰ ਉਚੇਚਾ ਸੁਨੇਹਾ ਭੇਜਿਆ ਹੈ ਕਿ ਉਹ ਇਸ ਅੰਦੋਲਨ ਦੀ ਅਗਵਾਈ ਕਰਨ। ਸ਼ਾਇਦ ਜਥੇਦਾਰ ਗੱਜਣ ਸਿੰਘ ਜੀ ਆਪ ਵੀ ਛੇਤੀ ਉਹਨਾਂ ਨੂੰ ਮਿਲਣ ਲਈ ਜਾਣ। ਜਥੇਦਾਰ ਬਹਾਦਰ ਸਿੰਘ ਜੀ ਨੇ ਸਾਰੀਆਂ ਗੱਲਾਂ ਬੜੇ ਧਿਆਨ ਨਾਲ ਸੁਣੀਆਂ। ਇਸ ਸਮੇਂ ਸ਼ੇਰ ਸਿੰਘ ਤੇ ਦੂਜੇ ਜਥੇਦਾਰ ਵੀ ਆ ਗਏ ਸਨ ਤੇ ਉਹਨਾਂ ਵੀ ਬਹੁਤ ਸਾਰੀ ਗੱਲ ਸੁਣ ਲਈ। ਜ਼ਰੂਰ ਇਸ ਵੇਲੇ ਉਦਮ ਕਰਨਾ ਚਾਹੀਦਾ ਹੈ। ਅਸੀਂ ਕੱਲ੍ਹ ਹੀ ਪਿੰਡਾਂ 'ਚ ਚਲੇ ਜਾਵਾਂਗੇ ਤੇ ਪਿੰਡ ਜਾ ਕੇ ਭਾਈ ਤਾਰਾ ਸਿੰਘ ਜੀ ਦੀ ਸ਼ਹੀਦੀ ਦਾ ਸਾਕਾ ਦੱਸਾਂਗੇ। ਜਥੇਦਾਰ ਬਹਾਦਰ ਸਿੰਘ ਨੇ ਕਿਹਾ, ਤੁਸੀਂ ਜਥੇਦਾਰ ਗੱਜਣ ਸਿੰਘ ਜੀ ਨੂੰ ਕਹਿ ਦੇਣਾ ਕਿ ਉਹ ਸ੍ਰੀ ਅੰਮ੍ਰਿਤਸਰ 'ਚ ਇਕੱਠ ਦਾ ਪ੍ਰੋਗਰਾਮ ਬਣਾ ਕੇ ਪਤਾ ਦੇ ਦੇਣ ਤੇ ਅਸੀਂ ਇਲਾਕੇ 'ਚ ਇੰਨਾ ਸਮਾਂ ਪੂਰੀ ਤਿਆਰੀ ਕਰਵਾ ਦਿੰਦੇ ਹਾਂ। ਬਹੁਤ ਅੱਛਾ, ਸਿੰਘਾਂ ਨੇ ਕਿਹਾ ਤੇ ਵਾਪਸ ਮੁੜਨ ਦੀ ਤਿਆਰੀ ਕਰਨ ਲੱਗੇ। ਪ੍ਰਸ਼ਾਦ ਪਾਣੀ ਤੇ ਛਕ ਜਾਓ, ਜਥੇਦਾਰ ਬਹਾਦਰ ਸਿੰਘ ਨੇ ਕਿਹਾ ਤੇ ਇੱਕ ਸਿੰਘ ਨੂੰ ਇਸ਼ਾਰਾ ਕੀਤਾ। ਉਹ ਝੱਟ ਜਾ ਕੇ ਜੋ ਕੁਝ ਤਿਆਰ ਸੀ ਉਹ ਲੈ ਆਇਆ ਤੇ ਸਿੰਘਾਂ ਨੂੰ ਛਕਾਇਆ ਗਿਆ। ਝੱਟ ਆਰਾਮ ਕਰਕੇ ਤੇ ਅਗਲਾ ਸਾਰਾ ਪ੍ਰੋਗਰਾਮ ਬਣਾ ਕੇ ਇਹ ਸਿੰਘ ਅੰਮ੍ਰਿਤ ਵੇਲੇ ਤੋਂ ਪਹਿਲਾਂ ਹੀ ਜੰਗਲ ਤੋਂ ਬਾਹਰ ਨਿਕਲ ਗਏ। ਅੰਗ 7ਵਾਂ। ਜਾਫਰ ਬੇਗ ਫਾਤਮਾ ਦੇ ਕਮਰੇ ਚੋਂ ਨਿਕਲ ਕੇ ਆਪਣੇ ਕਮਰੇ 'ਚ ਆ ਗਿਆ। ਇਹੀ ਸੋਚਣ ਲੱਗ ਪਿਆ ਕਿ ਕਿਵੇਂ ਸੋਹਣੇ ਸ਼ਾਹ ਦੀ ਕੁੜੀ ਨੂੰ ਫਾਤਮਾ ਤੋਂ ਵੱਖ ਕਰੇ। ਉਹ ਨਹੀਂ ਸੀ ਚਾਹੁੰਦਾ ਕਿ ਫਾਤਮਾ ਨੂੰ ਇਸ ਗੱਲ ਦਾ ਪਤਾ ਲੱਗੇ ਕਿ ਉਹਦਾ ਚਾਚਾ ਆਚਰਣ ਦਾ ਬਹੁਤ ਨੀਵਾਂ ਹੈ। ਭਾਵੇਂ ਫਾਤਮਾ ਉਹਦੀਆਂ ਪਹਿਲੀਆਂ ਵੀ ਕਈ ਨੀਵੀਆਂ ਗੱਲਾਂ ਤੋਂ ਜਾਣੂ ਸੀ, ਪਰ ਉਹਦਾ ਯਤਨ ਇਹ ਹੁੰਦਾ ਸੀ ਕਿ ਬੱਚਿਆਂ ਉੱਤੇ ਉਹਦਾ ਮਾੜਾ ਪ੍ਰਭਾਵ ਨਾ ਪਵੇ। ਇਸ ਲਈ ਉਹ ਜਿੰਨੀਆਂ ਵੀ ਮੁਟਿਆਰਾਂ ਨੂੰ ਉਹਨਾਂ ਦੀ ਜਵਾਨੀ ਤੇ ਸੁੰਦਰਤਾ ਮਾਨਣ ਲਈ ਲਿਆਉਂਦਾ, ਸਭ ਨੂੰ ਬਾਹਰਲੀਆਂ ਹਵੇਲੀਆਂ 'ਚ ਹੀ ਰੱਖਦਾ, ਜਿੱਥੇ ਕਿ ਉਹਦੇ ਭੈੜਾਂ ਦਾ ਕੁਝ ਕੁ ਬੰਦਿਆਂ ਨੂੰ ਹੀ ਪਤਾ ਸੀ। ਉਹਨੂੰ ਘੜੀ ਮੁੜੀ ਰਹੀਮ ਤੇ ਗੁੱਸਾ ਆਉਂਦਾ ਕਿ ਉਹ ਸੋਹਣੇ ਸ਼ਾਹ ਦੀ ਕੁੜੀ ਨੂੰ ਘਰ ਕਿਉਂ ਲੈ ਆਇਆ। ਹੁਣ ਜੇ ਇਹਨੂੰ ਇੱਥੋਂ ਲੈ ਵੀ ਗਿਆ ਤਾਂ ਵੀ ਫਾਤਮਾ ਨੇ ਪਿੱਛਾ ਕਰਨਾ ਤੇ ਸੂਹ ਕੱਢਣ ਦਾ ਯਤਨ ਕਰਨਾ ਕਿ ਉਹ ਕਿੱਧਰ ਗਈ ਹੈ। ਪਹਿਲਾਂ ਤਾਂ ਉਹਨੂੰ ਇਹੀ ਨਿਸ਼ਚਾ ਹੋ ਗਿਆ ਕਿ ਫਾਤਮਾ ਹੁਣ ਕੁੜੀ ਹਵਾਲੇ ਨਹੀਂ ਕਰੇਗੀ। ਉਸ ਤੋਂ ਜ਼ਬਰਦਸਤੀ ਖੋਹਣ ਦਾ ਉਹਨੂੰ ਹਿੱਆ ਨਹੀਂ ਸੀ ਪੈਂਦਾ। ਉਹ ਫਾਤਮਾ ਤੇ ਕਾਦਰ ਬਖਸ਼ ਨੂੰ ਕਿਸੇ ਕੀਮਤ ਤੇ ਵੀ ਨਾਰਾਜ਼ ਕਰਨ ਲਈ ਤਿਆਰ ਨਹੀਂ ਸੀ। ਇਹਨਾਂ ਸੋਚਾਂ ਵਿੱਚ ਹੀ ਉਸ ਰਾਤ ਦੀ ਰੋਟੀ ਵੀ ਨਾ ਖਾਧੀ। ਹਾਲਾਂਕਿ ਉਹਦਾ ਪ੍ਰੋਗਰਾਮ ਸੀ ਕਿ ਅੱਜ ਨਵੇਂ ਹੁਸਨ ਦਾ ਪਿਆਰ ਮਾਨਣ ਲਈ ਉਹ ਵਧੀਆ ਪਦਾਰਥ ਤੇ ਵਧੀਆ ਸ਼ਰਾਬ ਚੜਾਏਗਾ। ਨੌਕਰਾਂ ਨੂੰ ਉਹ ਜਾਂਦੀ ਵਾਰੀ ਹੁਕਮ ਵੀ ਦੇ ਗਿਆ ਸੀ, ਜਿਸ ਕਰਕੇ ਉਹਦੇ ਲਈ ਅੱਜ ਸਪੈਸ਼ਲ ਕੁੱਕੜ ਤਿਆਰ ਕੀਤਾ ਗਿਆ ਸੀ। ਪਰ ਜਦ ਖਾਣਾ ਤਿਆਰ ਹੋ ਗਿਆ ਤਾਂ ਉਹਨੇ ਖਾਣ ਤੋਂ ਇਨਕਾਰ ਕਰ ਦਿੱਤਾ। ਬਸ ਲੰਮੀ ਨੜੀ ਵਾਲੇ ਹੁੱਕੇ ਦਾ ਸੂਟੇ ਤੇ ਸੂਟਾ ਲਾਉਂਦਾ ਰਿਹਾ ਤੇ ਅਜਿਹੀ ਸਕੀਮ ਸੋਚਦਾ ਰਿਹਾ ਜਿਸ ਰਾਹੀਂ ਉਹ ਸੋਹਣੇ ਸ਼ਾਹ ਦੀ ਕੁੜੀ ਨੂੰ ਇੱਥੋਂ ਕੱਢ ਸਕੇ। ਕਾਫੀ ਦੇਰ ਤੱਕ ਰਾਤ ਨੂੰ ਉਹਨੂੰ ਨੀਂਦਰ ਨਾ ਪਈ। ਅਖੀਰ ਉਹਨੂੰ ਇਸ ਉਲਝਣ ਦਾ ਹੱਲ ਲੱਭਿਆ ਤੇ ਫਿਰ ਉਹ ਕਿਧਰੇ ਦੂਜੇ ਪੈਰ ਰਾਤ ਸੌਂ ਸਕਿਆ। ਉਧਰ ਜਾਫਰ ਬੇਗ ਦੇ ਚਲੇ ਜਾਣ ਪਿੱਛੋਂ ਫਾਤਮਾ ਨੇ ਨੌਕਰਾਣੀ ਨੂੰ ਸੱਦਿਆ ਤੇ ਚੰਗੀ ਰੋਟੀ ਤਿਆਰ ਕਰਨ ਲਈ ਕਿਹਾ। ਉਸ ਉੱਤਰ ਦਿੱਤਾ, ਮੀਆਂ ਜੀ ਅੱਗੇ ਹੁਕਮ ਦੇ ਗਏ ਹਨ, ਕੁੱਕੜ ਬਣ ਰਿਹਾ। ਕੁੱਕੜ ਦਾ ਨਾਂ ਸੁਣ ਕੇ ਜੀਤੋ ਹੋਰ ਚਿੰਤਾਤੁਰ ਹੋ ਗਈ। ਉਸ ਕਦੀ ਮਾਸ ਨਹੀਂ ਸੀ ਖਾਧਾ ਤੇ ਨਾ ਹੀ ਉਹਨਾਂ ਦੇ ਘਰ ਕੋਈ ਮਾਸ ਨੂੰ ਹੱਥ ਹੀ ਲਾਉਂਦਾ ਸੀ। ਉਸ ਸੋਚਿਆ ਕਿ ਜਾ ਜਾਂਦੀ ਇਹ ਕੁਕਰਮ ਵੀ ਮੇਰੇ ਤੋਂ ਕਰਾਇਆ ਜਾਏਗਾ। ਉਹਨੇ ਫਾਤਮਾ ਵੱਲ ਨਜ਼ਰ ਪੁੱਟ ਕੇ ਤੱਕਿਆ। ਉਹਦੀਆਂ ਅੱਖਾਂ 'ਚੋਂ ਹਮਦਰਦੀ ਦੀ ਲਿਸ਼ਕ ਦੇਖ ਕੇ ਉਸ ਹੌਲੀ ਜੀ ਕਿਹਾ, ਮੈਂ ਰੋਟੀ ਨਹੀਂ ਖਾਣੀ। ਕਿਉਂ? ਮੈਨੂੰ ਭੁੱਖ ਨਹੀਂ। ਇਹ ਕਿਵੇਂ ਹੋ ਸਕਦਾ? ਫਾਤਮਾ ਨੇ ਹੈਰਾਨ ਹੋ ਕੇ ਕਿਹਾ, ਸੱਚੀ ਮੇਰੀ ਤਬੀਅਤ ਖਰਾਬ ਹੈ, ਮੈਂ ਕੁਝ ਨਹੀਂ ਖਾ ਸਕਦੀ। ਜੀਤੋ ਨੇ ਤਰਲੇ ਭਰੇ ਢੰਗ ਨਾਲ ਕਿਹਾ। ਸਾਰਾ ਦਿਨ ਰੋਂਦੀ ਰਹੀ ਹੈ? ਰੋ ਰੋ ਕੇ ਤਾਂ ਵਧੇਰੇ ਭੁੱਖ ਲੱਗਦੀ ਹੈ, ਫਾਤਮਾ ਨੇ ਕਿਹਾ। ਅਸੀਂ ਮਾਸ ਨਹੀਂ ਖਾਂਦੇ, ਜੀਤੋ ਨੇ ਡਰਦਿਆਂ ਕਿਹਾ। ਅਸਾਂ ਤੇ ਕਦੇ ਹੱਥ ਵੀ ਨਹੀਂ ਲਾਇਆ। ਸੱਚ ਕਹਿਨੀ ਏ, ਤੁਸੀਂ ਕਦੇ ਗੋਸ਼ਤ ਨਹੀਂ ਖਾਧਾ? ਫਾਤਮਾ ਨੇ ਹੈਰਾਨ ਹੋ ਕੇ ਕਿਹਾ। ਉਹਦੇ ਲਈ ਇਹ ਗੱਲ ਨਵੀਂ ਸੀ ਕਿ ਲੋਕ ਮਾਸ ਨਹੀਂ ਖਾਂਦੇ। ਉਹਨਾਂ ਦੇ ਘਰ ਜਿੰਨੇ ਹਿੰਦੂ ਆਉਂਦੇ ਜਾਂਦੇ ਸਨ ਉਹ ਤਾਂ ਸਾਰੇ ਹੀ ਮਾਸ ਖਾ ਲੈਂਦੇ ਸਨ। ਉਸ ਆਪਣੇ ਹਿੰਦੂ ਮੁਨਸ਼ੀ ਗਣੇਸ਼ੇ ਤੋਂ ਸੁਣਿਆ ਹੋਇਆ ਸੀ ਕਿ ਹਿੰਦੂ ਹਲਾਲ ਮਾਸ ਨਹੀਂ ਖਾਂਦੇ। ਉਹ ਇੱਕੋ ਸਾਹੇ ਕੁੱਕੜ ਜਾਂ ਬੱਕਰੇ ਦੀ ਸਿਰੀ ਲਾ ਕੇ ਖਾਂਦੇ ਹਨ, ਜਿਹਨੂੰ ਉਹ ਝਟਕਾ ਕਹਿੰਦੇ ਹਨ। ਉਸ ਪੁੱਛਿਆ, ਤੁਸੀਂ ਹਲਾਲ ਨਹੀਂ ਖਾਂਦੇ? ਅਸੀਂ ਮਾਸ ਖਾਂਦੇ ਹੀ ਨਹੀਂ। ਮੈਨੂੰ ਤੇ ਪਤਾ ਨਹੀਂ ਹਲਾਲ ਕਿਹਨੂੰ ਕਹਿੰਦੇ ਹੋ, ਜੀਤੋ ਨੇ ਫੇਰ ਕਿਹਾ ਤੇ ਇਹ ਕਹਿੰਦਿਆਂ ਉਹਦੀਆਂ ਅੱਖਾਂ ਭਰ ਗਈਆਂ। ਇੱਕ ਅੱਥਰੂ ਅੱਖ ਦੀ ਇੱਕ ਨੁਕਰੋਂ ਰਾਹ ਬਣਾ ਕੇ ਉਹਦੀ ਗੋਰੀ ਗੱਲ ਤੇ ਵਗ ਤੁਰਿਆ। ਫਾਤਮਾ ਨੇ ਉਹਨੂੰ ਗਲਵੱਕੜੀ 'ਚ ਲੈ ਲਿਆ ਤੇ ਆਪਣੀ ਚੁੰਨੀ ਨਾਲ ਉਹਦੀਆਂ ਅੱਖਾਂ ਪੂੰਝਦਿਆਂ ਬੋਲੀ, ਝੱਲੇ ਨਾ ਹੋਵੇ ਤੇ ਇਸ ਗੱਲ ਤੋਂ ਰੋਣ ਲੱਗ ਪਈ ਹੈ। ਤੈਨੂੰ ਕੋਈ ਜ਼ਬਰਦਸਤੀ ਗੋਸ਼ਤ ਨਹੀਂ ਖਵਾ ਸਕਦਾ। ਮੈਨੂੰ ਪਤਾ ਨਹੀਂ ਸੀ ਕਿ ਹਿੰਦੂ ਗੋਸ਼ਤ ਨਹੀਂ ਖਾਂਦੇ, ਨਹੀਂ ਤੇ ਕਦੇ ਨਾ ਤੇਰੇ ਸਾਹਮਣੇ ਨਾਮ ਲੈਂਦੀ। ਸਾਡੇ ਘਰ ਆਉਣ ਵਾਲੇ ਤਾਂ ਸਾਰੇ ਖਾ ਲੈਂਦੇ ਆ। ਚੰਗਾ ਦੱਸ ਫਿਰ ਕੀ ਖਾਓਗੇ? ਕੁਛ ਵੀ ਨਹੀਂ। ਫਿਰ ਉਹੀ ਗੱਲ, ਫਾਤਮਾ ਨੇ ਕਿਹਾ।
ਮੈਨੂੰ ਇਉਂ ਜਾਪਦਾ ਹੈ ਕਿ ਤੁਸੀਂ ਮੁਸਲਮਾਨ ਦੇ ਘਰ ਦਾ ਖਾਣਾ ਪਸੰਦ ਨਹੀਂ ਕਰਦੇ। ਇਹ ਗੱਲ ਨਹੀਂ, ਜੀਤੋ ਬੋਲੀ। ਹੋਰ ਕੀ ਹੈ, ਭੁੱਖ ਦਾ ਬਹਾਨਾ ਮੈਂ ਨਹੀਂ ਮੰਨ ਸਕਦੀ। ਚਲੋ ਜੇ ਰੋਟੀ ਨਹੀਂ ਖਾਣੀ ਤਾਂ ਅੱਜ ਦੁੱਧ ਹੀ ਪੀ ਲਓ, ਕੱਲ ਫਿਰ ਤੁਹਾਡੀ ਰੋਟੀ ਦਾ ਕਿਸੇ ਹਿੰਦੂ ਦੇ ਘਰ ਪ੍ਰਬੰਧ ਕਰ ਦਿਆਂਗੇ। ਨੌਕਰਾਣੀ ਨੂੰ ਹੁਕਮ ਦਿੱਤਾ ਗਿਆ ਤੇ ਉਹ ਲਾਲ ਸੁਰਖ ਦੁੱਧ ਦਾ ਛੰਨਾ ਭਰ ਲਿਆਈ। ਗੋਹਿਆਂ ਦੀ ਧੂਣੀ ਤੇ ਕਾੜਨੀ ਦਾ ਕੜਿਆ ਦੁੱਧ ਜੋ ਸਵਾਦ ਦਿੰਦਾ ਹੈ, ਉਹਦੇ ਮੇਲ ਦੀ ਹੋਰ ਕੋਈ ਚੀਜ਼ ਨਹੀਂ ਹੋ ਸਕਦੀ। ਪਰ ਜੀਤੋ ਨੂੰ ਇਸ ਦੁੱਧ ਦਾ ਸਵਾਦ ਵੀ ਨਾ ਆਇਆ। ਅਸਲ 'ਚ ਜਿੱਥੇ ਕਿਸੇ ਚੀਜ਼ ਦਾ ਸਵਾਦ ਅਸਰ ਕਰਦਾ ਹੈ, ਉੱਥੇ ਮਨੁੱਖੀ ਮਨ ਸਵਾਦ ਤੇ ਬਹੁਤ ਕੁਝ ਨਿਰਭਰ ਹੁੰਦਾ ਹੈ। ਜਦ ਮਨ ਠੀਕ ਹੋਵੇ ਤਾਂ ਚੰਗੀਆਂ ਚੰਗੀਆਂ ਵਸਤੂਆਂ ਤੋਂ ਵੀ ਨਫ਼ਰਤ ਹੋ ਜਾਂਦੀ ਹੈ। ਜੀਤੋ ਕਦੇ ਕਾੜਨੀ ਦਾ ਦੁੱਧ ਬੜੇ ਚਾਅ ਨਾਲ ਪੀਤਾ ਕਰਦੀ ਸੀ, ਪਰ ਅੱਜ ਉਹਨੂੰ ਕੋਈ ਸਵਾਦ ਨਾ ਆਇਆ। ਅਸਲ 'ਚ ਉਸ ਇੰਨੇ ਬੇਧਿਆਨੇ ਹੋ ਕੇ ਦੁੱਧ ਪੀਤਾ ਕਿ ਉਹਨੂੰ ਸਵਾਦ ਦਾ ਪਤਾ ਹੀ ਨਾ ਲੱਗਾ। ਰਾਤ ਬਹੁਤ ਦੇਰ ਤੱਕ ਫਾਤਮਾ ਉਸ ਨਾਲ ਗੱਲਾਂ ਕਰਦੀ ਰਹੀ ਤੇ ਇਹ ਯਤਨ ਕਰਦੀ ਰਹੀ ਕਿ ਜੀਤੋ ਦਾ ਦਿਲ ਕਿਸੇ ਤਰ੍ਹਾਂ ਟਿਕਾਣੇ ਆ ਜਾਏ, ਉਹਦੇ ਮਨ ਦਾ ਭੈ ਦੂਰ ਹੋ ਜਾਏ। ਉਹਨੇ ਆਪਣੇ ਚਾਚੇ ਦੀ ਉਪਮਾ ਦੇ ਇੰਨੇ ਪੁਲ ਬੰਨੇ ਕਿ ਜੀਤੋ ਉਹਨੂੰ ਦੇਵਤਾ ਸਮਝਣ ਲੱਗ ਪਵੇ। ਅਖੀਰ ਗੱਲਾਂ ਕਰਦਿਆਂ ਕਰਦਿਆਂ ਜੀਤੋ ਦੀ ਅੱਖ ਲੱਗ ਗਈ। ਸਾਰੀ ਦਿਹਾੜੀ ਦੇ ਰੋਣ ਨਾਲ ਉਹਦਾ ਸਿਰ ਬਹੁਤ ਭਾਰਾ ਹੋ ਗਿਆ ਸੀ ਤੇ ਹੁਣ ਝੱਟ ਹਵੇਲੀ 'ਚ ਠੰਡੀ ਹਵਾ ਚੱਲਣ ਨਾਲ ਉਹਨੂੰ ਨੀਂਦਰ ਆ ਗਈ। ਰਾਤ ਦੇ ਹਨੇਰੇ 'ਚ ਉਹਨੂੰ ਹਵੇਲੀ ਦੀ ਇੱਕ ਨੁੱਕਰੇ ਖੜਾਕ ਆਇਆ। ਉਹ ਡਰ ਗਈ ਕਿ ਅੱਧੀ ਰਾਤ ਨੂੰ ਇਸ ਪਾਸੇ ਕੌਣ ਹੈ। ਪਹਿਲਾਂ ਤਾਂ ਉਹ ਸੋਚਿਆ ਕਿ ਸ਼ਾਇਦ ਇੱਧਰ ਡੰਗਰ ਬੱਧੇ ਹੋਏ ਹੋਣ, ਫਿਰ ਇਹਨੂੰ ਯਾਦ ਆ ਗਿਆ ਕਿ ਡੰਗਰ ਦਾ ਵੱਡਾ ਗੇਟ ਵੜਦਿਆਂ ਇੱਕ ਵੱਖਰੇ ਹਾਤੇ 'ਚ ਬੰਨੇ ਹੋਏ ਸਨ। ਇਸ ਹਾਤੇ 'ਚ ਤਾਂ ਫਾਤਮਾ ਦਾ ਡੇਰਾ ਹੀ ਹੈ। ਉਸ ਨੀਝ ਲਾ ਕੇ ਦੇਖਿਆ ਤਾਂ ਕੋਈ ਮਰਦ ਸੀ ਜੋ ਹਾਤੇ ਦੀ ਕੰਧ ਟੱਪ ਕੇ ਕੰਧ ਦੇ ਨਾਲ ਨਾਲ ਉਹਦੇ ਮੰਜੇ ਵੱਲ ਵਧ ਰਿਹਾ ਸੀ। ਉਹ ਘਬਰਾ ਗਈ, ਉੱਠ ਕੇ ਬੈਠ ਗਈ। ਆਦਮੀ ਉਹਦੇ ਨੇੜੇ ਆ ਗਿਆ ਤੇ ਉਸ ਨਿੰਮੀ ਰੌਸ਼ਨੀ 'ਚ ਪਛਾਣ ਲਿਆ ਕਿ ਇਹ ਜਾਫਰ ਬੇਗ ਹੈ ਜੋ ਰਾਤ ਨੂੰ ਉਸ ਵੇਖਿਆ ਸੀ। ਉਹਨੂੰ ਵੇਖ ਕੇ ਹੋਰ ਘਬਰਾ ਗਈ ਤੇ ਨਾਲ ਦੀ ਮੰਜੀ ਤੇ ਸੁੱਤੀ ਪਈ ਫਾਤਮਾ ਨੂੰ ਜਗਾਉਣ ਲਈ ਉਸ ਹੱਥ ਅੱਗੇ ਵਧਾਇਆ, ਪਰ ਝਟਕਾ ਮਾਰ ਕੇ ਜਾਫਰ ਬੇਗ ਨੇ ਉਹਦਾ ਹੱਥ ਪਿੱਛੇ ਕਰ ਲਿਆ ਤੇ ਦੂਜੇ ਹੱਥ ਨਾਲ ਜ਼ੋਰ ਦੀ ਮੂੰਹ ਘੁੱਟ ਲਿਆ ਤਾਂ ਕਿ ਆਵਾਜ਼ ਉੱਚੀ ਨਾ ਦੇ ਸਕੇ। ਜਾਫਰ ਬੇਗ ਨੇ ਆਪਣੇ ਸਿਰ ਤੇ ਬੰਨੀ ਸੁੱਚੀ ਲੂੰਗੀ ਦੀ ਪਗੜੀ ਲਾਹ ਕੇ ਉਸ ਨਾਲ ਹੀ ਉਹਦਾ ਮੂੰਹ ਬੰਨ੍ਹ ਦਿੱਤਾ। ਪਗੜੀ ਦੇ ਇੱਕ ਲੜ ਨਾਲ ਜੀਤੋ ਦੇ ਦੋਵੇਂ ਹੱਥ ਪਿਛਲੇ ਪਾਸੇ ਕਰਕੇ ਬੰਨ੍ਹ ਦਿੱਤੇ। ਜੱਫਾ ਮਾਰ ਕੇ ਉਸ ਜੀਤੋ ਨੂੰ ਚੁੱਕ ਲਿਆ ਤੇ ਹਾਤੇ ਦੇ ਦਰਵਾਜ਼ੇ ਤੱਕ ਲੈ ਆਇਆ। ਹਾਤੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ, ਜਿਸ ਨੂੰ ਖੋਲ੍ਹਣ ਲਈ ਉਹਦਾ ਕੋਈ ਵੀ ਹੱਥ ਵਿਹਲਾ ਨਹੀਂ ਸੀ। ਉਸ ਪੰਡ ਦੀ ਪੰਡ ਜੀਤੋ ਨੂੰ ਜ਼ਮੀਨ ਤੇ ਰੱਖ ਦਿੱਤਾ ਤੇ ਆਪ ਕੁੰਡਾ ਖੋਲ੍ਹਣ ਲੱਗਾ। ਜੀਤੋ ਨੇ ਜ਼ੋਰ ਦੀ ਲੱਤ ਮਾਰੀ, ਜਿਸ ਨਾਲ ਸੁੱਚੀ ਪਗੜੀ ਢਿਲਕ ਗਈ ਤੇ ਉਹਦਾ ਮੂੰਹ ਨੰਗਾ ਹੋ ਗਿਆ। ਉਹ ਜ਼ੋਰ ਦੀ ਚੀਕ ਮਾਰੀ ਤੇ ਨਾਲ ਹੀ ਜ਼ੋਰ ਦੀ ਬੁੜਕੀ। ਜੀਤੋ ਦੇ ਕੋਲ ਸੁੱਤੀ ਫਾਤਮਾ ਘਬਰਾ ਕੇ ਉੱਠ ਬੈਠੀ। ਜੀਤੋ ਨੇ ਉਹਨੂੰ ਜੱਫਾ ਪਾ ਲਿਆ ਤੇ ਰੋਣ ਲੱਗ ਪਈ। ਕੀ ਹੋਇਆ ਈ? ਫਾਤਮਾ ਨੇ ਘਬਰਾਹਟ 'ਚ ਪੁੱਛਿਆ। ਚੰਗੀ ਭਲੀ ਸੁੱਤੀ ਪਈ ਸੀ। ਜੀਤੋ ਨੇ ਚਾਰ ਚੁਫੇਰੇ ਘਾਬਰੇ ਹੋਏ ਦੇਖਿਆ। ਜਾਫਰ ਬੇਗ ਇੱਥੇ ਨਹੀਂ ਸੀ ਤੇ ਨਾ ਹੀ ਉਹਦੇ ਹੱਥ ਨੂੰ ਪਗੜੀ ਦੀਆਂ ਮੁਸ਼ਕਾਂ ਬੰਨੀਆਂ ਹੋਈਆਂ ਸਨ। ਹਾਤੇ ਦਾ ਦਰਵਾਜ਼ਾ ਵੀ ਉਸੇ ਤਰ੍ਹਾਂ ਬੰਦ ਸੀ। ਫਾਤਮਾ ਸਮਝ ਗਈ ਕਿ ਉਹ ਸੁਪਨੇ 'ਚ ਡਰ ਗਈ ਹੈ। ਉਸ ਪਿਆਰ ਨਾਲ ਉਹਦੇ ਖਿਲਰੇ ਵਾਲਾਂ ਨੂੰ ਸਾਂਭਿਆ ਤੇ ਕਿਹਾ, ਐਵੇਂ ਡਰ ਗਈ ਹੈ, ਤੇਰੇ ਮਨ ਦਾ ਸ਼ੱਕ ਅਜੇ ਨਹੀਂ ਗਿਆ? ਮੈਂ ਜੋ ਕਿਹਾ ਮੇਰੇ ਹੁੰਦਿਆਂ ਤੈਨੂੰ ਕੋਈ ਡਰ ਨਹੀਂ? ਤੇਰੀ ਵਾਹ ਵੱਲ ਵੀ ਕੋਈ ਨਹੀਂ ਵੇਖ ਸਕਦਾ? ਫਾਤਮਾ ਨੇ ਫੇਰ ਪੁੱਛਿਆ। ਸੁਪਨੇ 'ਚ ਕੀ ਦੇਖਿਆ ਸੀ? ਜੀਤੋ ਨੇ ਕੋਈ ਉੱਤਰ ਨਾ ਦਿੱਤਾ। ਉਹਦਾ ਸਰੀਰ ਅਜੇ ਤੱਕ ਕੰਬੀ ਜਾ ਰਿਹਾ ਸੀ। ਦਿਲ ਦੀ ਧੜਕਣ ਅਜੇ ਤੱਕ ਬਹੁਤ ਤੇਜ਼ ਸੀ ਤੇ ਉਹਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਉਹ ਸੁਪਨਾ ਦੇਖਿਆ ਹੈ ਕਿ ਸੱਚੀ ਉਹਦੇ ਨਾਲ ਘਟਨਾ ਵਾਪਰੀ ਹੈ। ਉਹਦੇ ਹੋਠ ਸੁੱਕਣ ਲੱਗ ਪਏ। ਹੋਠਾਂ ਤੇ ਜੰਮੀ ਪੇਪੜੀ ਲਾਉਣ ਲਈ ਉਸ ਜੀਭ ਨੂੰ ਹੋਠਾਂ ਤੇ ਫੇਰਿਆ। ਕੋਲ ਪਈ ਸੁਰਾਈ 'ਚੋਂ ਪਾਣੀ ਦਾ ਗਲਾਸ ਭਰ ਕੇ ਪੀਤਾ ਤੇ ਫਿਰ ਕੁਝ ਜਾਨ 'ਚ ਜਾਨ ਆਈ। ਹਾਂ, ਫਿਰ ਦੱਸਦੇ ਸੀ, ਕਿਹੜੀ ਗੱਲ ਨੇ ਤੈਨੂੰ ਇੰਨਾ ਡਰਾ ਦਿੱਤਾ ਸੀ? ਫਾਤਮਾ ਨੇ ਉਹਦੇ ਕੋਲ ਹੀ ਉਹਦੇ ਮੰਜੇ ਤੇ ਆ ਕੇ ਪੁੱਛਿਆ। ਜੀਤੋ ਨੇ ਉਹਨੂੰ ਸਾਰੀ ਵਿਥਿਆ ਸੁਣਾ ਦਿੱਤੀ। ਫਾਤਮਾ ਬੜੀ ਹੈਰਾਨ ਹੋਈ। ਤਦ ਉਹ ਸਮਝ ਗਈ ਕਿ ਕੱਲ ਜਦ ਦੇ ਚਾਚਾ ਜੀ ਹੋ ਕੇ ਗਏ ਹਨ, ਜੀਤੋ ਦੇ ਮਨ 'ਚ ਉਹਨਾਂ ਦਾ ਡਰ ਕਈ ਤਰ੍ਹਾਂ ਦੀਆਂ ਗੱਲਾਂ ਬਣ ਕੇ ਧੱਸ ਗਿਆ ਤੇ ਇਹੀ ਘਟਨਾ ਜੋ ਉਹਦੇ ਮਨ 'ਚ ਪੈਦਾ ਹੋਈ ਜਾਗਦਿਆਂ ਤੇ ਪੂਰੀ ਨਹੀਂ ਹੋਈ, ਪਰ ਸੁੱਤਿਆਂ ਉਸ ਘਟਨਾ ਵਾਪਰਦੀ ਦੇਖ ਲਈਏ। ਫਾਤਮਾ ਨੇ ਸਮਝਾਇਆ, ਮੇਰੇ ਚਾਚਾ ਜੀ ਇਸ ਤਰ੍ਹਾਂ ਦੇ ਨਹੀਂ। ਇਹ ਗੱਲ ਉਸ ਜੀਤੋ ਨੂੰ ਦਿਲਾਸਾ ਦੇਣ ਲਈ ਕਹਿਤੀ, ਪਰ ਇਸ ਸਮੇਂ ਉਹਦੀਆਂ ਅੱਖਾਂ ਸਾਹਮਣੇ ਉਹਨਾਂ ਇੱਕ ਦੋ ਮੁਟਿਆਰਾਂ ਦੀ ਤਸਵੀਰ ਘੁੰਮਣ ਲੱਗ ਪਈ ਜਿਨ੍ਹਾਂ ਨੂੰ ਉਹ ਜਾਣਦੀ ਸੀ ਤੇ ਜੋ ਇਹਦੇ ਚਾਚੇ ਦਾ ਸ਼ਿਕਾਰ ਬਣੀਆਂ ਸਨ। ਉਹਨੇ ਮਨ ਨਾਲ ਪੱਕਾ ਫੈਸਲਾ ਕਰ ਲਿਆ ਕਿ ਭਾਵੇਂ ਕੁਝ ਹੋਵੇ, ਉਹ ਇਸ ਭੋਲੀ ਭਾਲੀ ਕੁੜੀ ਨੂੰ ਚਾਚੇ ਦੀ ਭੇਟ ਨਹੀਂ ਚੜਨ ਦੇਗੀ। ਨਾਲੇ ਹੁਣ ਇਹਨੂੰ ਭੈਣ ਕਹਿ ਚੁੱਕੀ ਸੀ। ਇੱਕ ਭੈਣ ਦੀ ਇੱਜ਼ਤ ਰੱਖਣੀ
ਉਹਨੂੰ ਮੌਤ ਦੇ ਮੂੰਹ ਚੋਂ ਬਚਾਉਣਾ ਭੈਣ ਦਾ ਫਰਜ਼ ਹੈ। ਫਿਰ ਉਸ ਭੈਣ ਦੀ ਜ਼ਿੰਮੇਵਾਰੀ ਤਾਂ ਹੋਰ ਵੀ ਵੱਧ ਜਾਂਦੀ ਹੈ। ਜਿਹਦੀ ਕੋਈ ਭੈਣ ਨਾ ਹੋਵੇ ਤੇ ਸਾਰੀ ਜ਼ਿੰਦਗੀ 'ਚ ਉਹਨੂੰ ਕਿਸੇ ਨੇ ਇੱਕੋ ਵਾਰ ਭੈਣ ਕਹਿ ਕੇ ਪੁਕਾਰਿਆ ਹੋਵੇ। ਝਟਕੂ ਗੱਲਾਂ ਕਰਦੀਆਂ ਰਹੀਆਂ, ਫਿਰ ਦੋਵੇਂ ਸੌਂ ਗਈਆਂ। ਦੂਜੇ ਦਿਨ ਸਵੇਰੇ ਫਾਤਮਾ ਦੀ ਜਾਗ ਖੁੱਲ ਗਈ। ਜੀਤੂ ਅਜੇ ਤੱਕ ਸੁੱਤੀ ਹੋਈ ਸੀ। ਉਹਨੂੰ ਜਗਾਉਣਾ ਠੀਕ ਨਾ ਸਮਝਿਆ ਤੇ ਚੁੱਪ ਕਰਕੇ ਹਾਤੇ ਦਾ ਦਰਵਾਜ਼ਾ ਬਾਹਰੋਂ ਬੰਦ ਕਰਕੇ ਫਾਤਮਾ ਚਲੀ ਗਈ। ਪਿਛਲੇ ਪਾਸੇ ਇਹਦੇ ਭਰਾ ਕਾਦਰ ਬਖਸ਼ ਦਾ ਕਮਰਾ ਸੀ। ਫਾਤਮਾ ਉੱਥੇ ਪੁੱਜੀ ਤਾਂ ਕਾਦਰ ਬਖਸ਼ ਮੰਜੇ ਤੇ ਪਿਆ ਜੇ ਆਕੜਾਂ ਬਣ ਰਿਹਾ ਸੀ। ਫਾਤਮਾ ਨੂੰ ਵੇਖ ਕੇ ਉੱਠ ਬੈਠਾ ਤੇ ਪੁਆਂਦੀ ਵੱਲ ਉਹਨੂੰ ਬੈਠਣ ਦਾ ਇਸ਼ਾਰਾ ਕੀਤਾ। ਫਾਤਮਾ ਚੁੱਪ ਕਰਕੇ ਬੈਠ ਗਈ। ਅੱਜ ਕਿਵੇਂ ਆਈ ਹੈ ਇਸ ਵੇਲੇ? ਕਾਦਰ ਬਖਸ਼ ਨੇ ਪੁੱਛਿਆ। ਇੱਕ ਬਹੁਤ ਜ਼ਰੂਰੀ ਕੰਮ ਹੈ, ਫਾਤਮਾ ਨੇ ਕਿਹਾ। ਤੁਹਾਨੂੰ ਪਤਾ ਨਹੀਂ, ਸ਼ਾਇਦ ਕੱਲ ਹੀ ਰਹੀਮ ਖਾਨ ਇੱਕ ਹਿੰਦੂਆਂ ਦੀ ਕੁੜੀ ਚੁੱਕ ਲਿਆ ਹੈ। ਹੈ? ਕੁੜੀ ਚੁੱਕ ਲਿਆ ਹੈ? ਹਾਂ, ਵਿਚਾਰੀ ਬੜੀ ਭੋਲੀ ਭਾਲੀ ਲੱਗਦੀ ਹੈ। ਜਦੋਂ ਦੀ ਆਈ ਹੈ ਮੈਨੂੰ ਭੈਣ ਜੀ ਕਰਕੇ ਸੱਦਦੀ ਹੈ, ਫਾਤਮਾ ਨੇ ਕਿਹਾ। ਤੇ ਉਹ ਤੇਰੇ ਕੋਲ ਕਿਵੇਂ ਆ ਗਈ? ਕਾਦਰ ਬਖਸ਼ ਨੇ ਕੁਝ ਹੈਰਾਨ ਹੋ ਕੇ ਪੁੱਛਿਆ। ਅਸਲ 'ਚ ਬੜੀ ਲੰਮੀ ਗੱਲ ਏ। ਆਪਣੇ ਚਾਚਾ ਜੀ ਨੇ ਇਸ ਕੁੜੀ ਦਾ ਡੋਲਾ ਮੰਗਿਆ ਸੀ ਤੇ ਇਹਦੇ ਪਿਓ ਨੇ ਦੇਣ ਤੋਂ ਨਾਂਹ ਕਰਤੀ ਸੀ। ਪਿਛਲੇ ਦਿਨੀ ਇਹਦਾ ਵਿਆਹ ਹੋ ਗਿਆ ਸੀ ਕਿ ਰਹੀਮ ਖਾਨ ਜਾ ਕੇ ਜ਼ਬਰਦਸਤੀ ਚੁੱਕ ਲਿਆਇਆ। ਬੜੀ ਮਾੜੀ ਗੱਲ ਹੋਈ ਹੈ। ਕਾਦਰ ਬਖਸ਼ ਨੇ ਵੀ ਮਹਿਸੂਸ ਕੀਤਾ ਤੇ ਕਿਹਾ, ਫਿਰ ਹੁਣ? ਕੁੜੀ ਕੱਲ ਦੀ ਰੋਈ ਜਾਂਦੀ ਹੈ। ਰਾਤੀ ਉਹਨੂੰ ਮਸਾਂ ਚੁੱਲੀ ਕੋ ਦੁੱਧ ਪਿਆਇਆ। ਰਾਤ ਵੀ ਸੁੱਤੀ ਪਈ ਸੁਪਨੇ 'ਚ ਹੀ ਡਰ ਗਈ। ਇਸ ਲਈ ਮੈਂ ਚਾਹੁੰਦੀ ਹਾਂ ਕਿ ਜਿਸ ਤਰ੍ਹਾਂ ਵੀ ਹੋਵੇ ਇਹਨੂੰ ਇਹਦੇ ਘਰ ਪਹੁੰਚਾਤਾ ਜਾਏ, ਫਾਤਮਾ ਨੇ ਕਿਹਾ। ਪਰ ਚਾਚਾ ਜੀ ਨੂੰ ਪਤਾ ਲੱਗ ਗਿਆ ਤਾਂ ਉਹਨਾਂ ਦੇ ਗੁੱਸੇ ਦਾ ਸ਼ਿਕਾਰ ਕੌਣ ਬਣੇਗਾ? ਮੈਂ ਤਾਂ ਖਤਰਾ ਮੁੱਲ ਲੈਣ ਲਈ ਤਿਆਰ ਨਹੀਂ। ਕਾਦਰ ਬਖਸ਼ ਨੇ ਸਿਰ ਹਿਲਾ ਕੇ ਨਾਂਹ ਕੀਤੀ ਤੇ ਮੰਜੇ ਤੋਂ ਉੱਠਣ ਲੱਗਾ। ਕਿੱਧਰ ਚੱਲੇ ਹੋ? ਮੈਨੂੰ ਸਾਰੀ ਰਾਤ ਨੀਂਦਰ ਨਹੀਂ ਪਈ। ਤੁਸੀਂ ਗੱਲ ਨੂੰ ਟਾਲ ਦਿੱਤਾ ਹੈ, ਫਾਤਮਾ ਨੇ ਕਿਹਾ। ਮੇਰਾ ਉਹਦੀ ਜ਼ਿੰਦਗੀ ਦਾ ਸਵਾਲ ਨਹੀਂ, ਸਾਡੀ ਸਰਕਾਰ ਦਾ ਵੀ ਸਵਾਲ ਹੈ। ਚਾਚਾ ਜੀ ਭਾਵੇਂ ਨਹੀਂ ਸਮਝਦੇ, ਪਰ ਲੋਕਾਂ ਤੇ ਇਹਦਾ ਮਾੜਾ ਅਸਰ ਪੈਂਦਾ ਹੈ। ਆਖਰ ਕਦੋਂ ਤੱਕ ਲੋਕਾਂ ਦੇ ਡੰਡੇ ਨਾਲ ਰਾਜ ਕੀਤਾ ਜਾ ਸਕਦਾ ਹੈ? ਨਾਲੇ ਵੀਰ, ਤੈਨੂੰ ਪਤਾ ਹੈ ਚਾਚੀ ਜੀ ਦੀ ਸਿਹਤ ਇੰਨੀ ਕਮਜ਼ੋਰ ਹੈ, ਕੋਈ ਜਨਾਨੀ ਨਹੀਂ ਸਹਾਰ ਸਕਦੀ ਕਿ ਉਹਦੀ ਕੋਈ ਸੌਂਕਣ ਆ ਜਾਏ। ਇਹਦਾ ਸਾਡੇ ਘਰ ਰਹਿਣਾ ਚਾਚੀ ਦੀ ਮੌਤ ਦਾ ਕਾਰਨ ਬਣ ਜਾਏਗਾ। ਉਹਦਾ ਦਿਲ ਦੁਖੇਗਾ। ਅੱਗੇ ਹੀ ਉਹ ਨਿੱਕੀ ਨਿੱਕੀ ਗੱਲ ਨੂੰ ਦਿਲ ਤੇ ਲਾ ਲੈਂਦੀ ਹੈ ਤੇ ਕਈ ਡੰਗ ਕੁਝ ਵੀ ਖਾਂਦੀ ਪੀਂਦੀ ਨਹੀਂ। ਇਹ ਕੁੜੀ ਹੈ ਕਿੱਥੋਂ ਦੀ? ਕਾਦਰ ਬਖਸ਼ ਨੇ ਪੁੱਛਿਆ। ਉਸ ਤੇ ਫਾਤਮਾ ਦੀਆਂ ਗੱਲਾਂ ਦਾ ਚੰਗਾ ਅਸਰ ਹੋਇਆ। ਉਹ ਮਹਿਸੂਸ ਕਰਨ ਲੱਗ ਪਿਆ ਕਿ ਇਹਨੂੰ ਬਚਾਉਣ ਨਾਲ ਇੱਕ ਤਾਂ ਇਹਦੀ ਜਵਾਨੀ ਬਚ ਜਾਏਗੀ ਤੇ ਦੂਜਾ ਸਾਡੇ ਘਰ ਕਲੇਸ਼ ਨਹੀਂ ਪਏਗਾ। ਫਾਤਮਾ ਦੀ ਇਸ ਗੱਲ ਵਿੱਚ ਵੀ ਉਹਨੂੰ ਵਜ਼ਨ ਜਾਪਿਆ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਦਾ ਲੋਕਾਂ ਤੇ ਮਾੜਾ ਅਸਰ ਪੈਂਦਾ ਹੈ। ਇੱਥੋਂ ਥੋੜੀ ਦੂਰ ਹੀ ਇਹਨਾਂ ਦਾ ਪਿੰਡ ਏ, ਸੋਹਣੇ ਸ਼ਾਹ ਦੀ ਧੀ ਏ, ਫਾਤਮਾ ਨੇ ਦੱਸਿਆ। ਪਰ ਇਹਦਾ ਵਿਆਹ ਪਿੰਡ ਵਾਂ ਦੇ ਮੁੰਡੇ ਦਿਆਲੇ ਨਾਲ ਹੋ ਰਿਹਾ ਸੀ ਜਦ ਇਹਨੂੰ ਚੁੱਕ ਲਿਆਂਦਾ ਗਿਆ। ਪਿੰਡ ਵਾਂ ਇਹਦੇ ਸਹੁਰੇ ਨੇ? ਮੈਨੂੰ ਤਾਂ ਇਹੋ ਦੱਸਿਆ ਸੂ, ਫਾਤਮਾ ਨੇ ਕਿਹਾ। ਉਸ ਪਿੰਡ ਦੇ ਬੰਦੇ ਤਾਂ ਬਹੁਤ ਚੰਗੇ ਨੇ, ਕਾਦਰ ਬਖਸ਼ ਨੇ ਕਿਹਾ। ਉਹਨੂੰ ਉਹ ਸਮਾਂ ਯਾਦ ਆ ਗਿਆ ਜਦੋਂ ਭਾਈ ਤਾਰਾ ਸਿੰਘ ਤੇ ਹਮਲਾ ਕਰਕੇ ਚਾਚੇ ਜਾਫਰ ਬੇਗ ਦੇ ਨਾਲ ਗਿਆ ਸੀ। ਉਸ ਕਿਹਾ, ਤੈਨੂੰ ਯਾਦ ਹੋਏਗਾ ਫਾਤਮਾ, ਇਹ ਉਹੀ ਪਿੰਡ ਹੀ ਜਿੱਥੇ ਅਸੀਂ ਇੱਕ ਸਿੱਖ ਤੇ ਹਮਲਾ ਕਰਨ ਗਏ ਸਾਂ ਤੇ ਉੱਥੇ ਲੜਾਈ 'ਚ ਮੈਂ ਫੱਟੜ ਹੋ ਗਿਆ ਸਾਂ। ਤਾਰਾ ਸਿਓ ਨੇ ਮੈਨੂੰ ਆਪਣੇ ਬੁਰਜ ਤੇ ਲਿਜਾ ਕੇ ਮੇਰੀ ਮੱਲਮ ਪੱਟੀ ਉਸੇ ਤਰ੍ਹਾਂ ਕੀਤੀ ਜਿਵੇਂ ਜ਼ਖਮੀ ਸਿੱਖਾਂ ਦੀ ਕੀਤੀ। ਜਦੋਂ ਮੈਨੂੰ ਹੋਸ਼ ਆਈ ਤਾਂ ਮੈਂ ਬੜਾ ਘਬਰਾਇਆ। ਮੇਰੇ ਚਾਰ ਚੁਫੇਰੇ ਸਿੱਖ ਹੀ ਸਿੱਖ ਖੜੇ ਸੀ, ਪਰ ਮੇਰੇ ਹੋਸ਼ 'ਚ ਆਉਣ ਤੇ ਉਹਨਾਂ ਬੜੀ ਖੁਸ਼ੀ ਪ੍ਰਗਟ ਕੀਤੀ ਤੇ ਜਦ ਮੈਂ ਟੁਰਨ ਜੋਗਾ ਹੋ ਗਿਆ ਤਾਂ ਇੱਕ ਸਿੱਖ ਮੈਨੂੰ ਆਪਣੇ ਘੋੜੇ ਤੇ ਬਿਠਾ ਕੇ ਪੱਟੀ ਦੇ ਬਾਹਰ ਤੱਕ ਛੱਡ ਗਿਆ ਸੀ। ਮੈਂ ਉਹਨੂੰ ਰਾਹ 'ਚ ਪੁੱਛਿਆ ਵੀ ਸੀ ਕਿ ਕਿੱਥੇ ਲੈ ਚੱਲੇ ਹੋ, ਕਿਧਰੇ ਮਾਰਨ ਲਈ ਤਾਂ ਨਹੀਂ ਲੈ ਚੱਲੇ, ਪਰ ਉਹਨੇ ਉਦੋਂ ਹੱਸਦਿਆਂ ਕਿਹਾ ਕਿ ਲੜਾਈ 'ਚ ਮਰ ਜਾਂਦੇ ਤਾਂ ਹੋਰ ਗੱਲ ਸੀ, ਲੜਾਈ ਪਿੱਛੋਂ ਐਵੇਂ ਮਨੁੱਖ ਮਾਰਨਾ ਕੋਈ ਚੰਗੀ ਗੱਲ ਨਹੀਂ। ਇਹ ਗੱਲ ਤੁਸਾਂ ਮੈਨੂੰ ਅੱਗੇ ਤੇ ਨਹੀਂ ਦੱਸੀ, ਫਾਤਮਾ ਨੇ ਕਿਹਾ। ਇਹ ਤਾਂ ਬੜੇ ਵੱਡੇ ਇਖਲਾਕ ਦੀਆਂ ਗੱਲਾਂ ਨੇ। ਸੱਚ ਫਾਤਮਾ, ਮੈਂ ਤਾਂ ਇਸੇ ਤਰ੍ਹਾਂ ਮਹਿਸੂਸ ਕੀਤਾ ਕਿ ਸਿੱਖ ਬੜੇ ਬਹਾਦਰ, ਇਮਾਨਦਾਰ ਤੇ ਮਨੁੱਖ ਦਰਦੀ ਨੇ। ਜਿਵੇਂ ਮੈਂ ਉਹਨਾਂ ਦੇ ਅੜਿੱਕੇ ਆ ਗਿਆ ਸਾਂ, ਭਾਵੇਂ ਮੈਨੂੰ ਕੋਹ ਕੇ ਮਾਰ ਦਿੰਦੇ। ਇਹ ਕਿਧਰੇ ਸਿੱਖਾਂ ਦੇ ਤਾਂ ਨਹੀਂ ਸੀ ਵਿਆਹੀ ਜਾ ਰਹੀ? ਫਾਤਮਾ ਨੇ ਕੁਝ ਸੋਚ ਕੇ ਪੁੱਛਿਆ। ਮੇਰਾ ਖਿਆਲ ਹੈ ਕਿ ਨਹੀਂ। ਜੇ ਸਿੱਖਾਂ ਦੀ ਵਿਆਹੀ ਹੁੰਦੀ ਤਾਂ ਇਸ ਤਰ੍ਹਾਂ ਜੰਜ ਵਿੱਚੋਂ ਖੋਹ ਕੇ ਨਾ ਲਿਆਉਣ ਦਿੰਦੇ। ਅੱਛਾ, ਅਸੀਂ ਹੋਰ ਹੀ ਗੱਲਾਂ 'ਚ ਪੈ ਗਏ ਹਾਂ। ਪਹਿਲਾਂ ਇਹਦਾ ਸੋਚੀਏ ਕਿ ਇਹਨੂੰ ਕਿਵੇਂ ਬਚਾਇਆ ਜਾਏ। ਹੁਣੇ ਚਾਚਾ ਜੀ ਨੇ ਆ ਜਾਣਾ, ਫਿਰ ਸਾਨੂੰ ਹੱਥਾਂ ਪੈਰਾਂ ਦੀ ਪੈ ਜਾਏਗੀ, ਫਾਤਮਾ ਨੇ ਕਿਹਾ। ਕੋਈ ਅਜਿਹਾ ਰਾਹ ਲੱਭੋ ਜਿਸ ਨਾਲ ਸੱਪ ਵੀ ਮਰ ਜਾਏ, ਡਾਂਗ ਵੀ ਬਚ ਜਾਏ। ਚਾਚਾ ਜੀ ਨੇ ਹੁਣੇ ਕਿੱਥੋਂ ਆ ਜਾਣਾ ਹੈ? ਕਾਦਰ ਬਖਸ਼ ਨੇ ਹੈਰਾਨ ਹੋ ਕੇ ਕਿਹਾ। ਰਾਤੀ ਉਹ ਕਹਿ ਗਏ ਸੀ ਕਿ ਕੱਲ ਸਵੇਰੇ ਆਵਾਂਗਾ, ਫਾਤਮਾ ਨੇ ਦੱਸਿਆ। ਉਹ ਤਾਂ ਇੱਥੇ ਹੀ ਨਹੀਂ। ਕਿੱਥੇ ਗਏ ਨੇ? ਫਾਤਮਾ ਨੇ ਹੈਰਾਨ ਹੋ ਕੇ ਪੁੱਛਿਆ। ਤੈਨੂੰ ਨਹੀਂ ਪਤਾ? ਨਹੀਂ ਤੇ ਤਾਂ ਤੂੰ ਛੇਤੀ ਸੌਂ ਗਈ ਹੋਏਗੀ, ਕਾਦਰ ਬਖਸ਼ ਨੇ ਕਿਹਾ। ਰਾਤੀ ਲਾਹੌਰ ਤੋਂ ਸੂਬੇਦਾਰ ਜ਼ਕਰੀਆ ਖਾਨ ਦਾ ਖਾਸ ਸੁਨੇਹਾ ਲੈ ਕੇ
2 ਬੰਦੇ ਆਏ ਸੀ ਤੇ ਉਹਨਾਂ ਨਾਲ ਹੀ ਅੱਜ ਤੜਕੇ ਚਾਚਾ ਜੀ ਲਾਹੌਰ ਚਲੇ ਗਏ ਨੇ। ਚਲੋ ਇਹ ਵੀ ਚੰਗਾ ਹੋਇਆ, ਸਾਨੂੰ ਵੀ ਸੋਚਣ ਦਾ ਸਮਾਂ ਮਿਲ ਗਿਆ। ਹੁਣ ਕੋਈ ਨਾ ਕੋਈ ਰਾਹ ਕੱਢ ਹੀ ਲਵਾਂਗੇ, ਫਾਤਮਾ ਬੋਲੀ। ਪਰ ਜ਼ਕਰੀਆ ਖਾਨ ਨੇ ਚਾਚਾ ਜੀ ਨੂੰ ਕਿਉਂ ਸੱਦਿਆ? ਕੋਈ ਸਲਾਹ ਕਰਨੀ ਹੋਣੀ ਏ, ਜਾਂ ਦਿੱਲੀ ਵਾਲੇ ਰਕਮ ਮੰਗਦੇ ਹੋਣਗੇ ਤੇ ਉਹ ਲੋਕਾਂ ਤੋਂ ਉਗਰਾਉਣ ਦਾ ਢੰਗ ਲੱਭਣਗੇ, ਕਾਦਰ ਬਖਸ਼ ਨੇ ਦੱਸਿਆ। ਇਹ ਅਜੀਬ ਤਰੀਕਾ ਹੈ ਕਿ ਜੋ ਆਮਦਨ ਹੋਵੇ ਉਹ ਜ਼ਕਰੀਆ ਖਾਨ ਆਪ ਖਾ ਜਾਏ ਤੇ ਜਦੋਂ ਦਿੱਲੀ ਤੋਂ ਕਰ ਮੰਗਿਆ ਜਾਏ ਤਾਂ ਲੋਕਾਂ ਦੀ ਛਿੱਲ ਲਾਈ ਜਾਏ। ਫਾਤਮਾ ਨੇ ਕਿਹਾ, ਦੱਸੋ ਫਿਰ ਚਾਚਾ ਜੀ ਨੇ ਮੁੜਨ ਤੇ ਕੁੜੀ ਦਾ ਕੀ ਕਰਨਾ ਹੈ? ਮੈਨੂੰ ਤੇ ਕੁਝ ਨਹੀਂ ਸੁੱਝਦਾ, ਕਾਦਰ ਬਖਸ਼ ਸਿਰ ਨੂੰ ਖੁਰਕਦਿਆਂ ਬੋਲਿਆ। ਮੈਂ ਇੱਕ ਤਰੀਕਾ ਦੱਸਾਂ? ਫਾਤਮਾ ਨੇ ਜ਼ਰਾ ਕੁਝ ਸੋਚ ਕੇ ਕਿਹਾ। ਦੱਸ, ਕਾਦਰ ਬਖਸ਼ ਝੱਟ ਬੋਲਿਆ। ਤੁਸੀਂ ਵਾਂ ਪਿੰਡ ਕੋਈ ਬੰਦਾ ਭੇਜੋ ਜੋ ਦਿਆਲੇ ਦਾ ਪਤਾ ਕਰੇ, ਫਾਤਮਾ ਨੇ ਕਿਹਾ। ਇਹਦਾ ਕੀ ਲਾਭ ਹੋਏਗਾ? ਕਾਦਰ ਬਖਸ਼ ਨੇ ਪੁੱਛਿਆ। ਤੁਸੀਂ ਉਹਦਾ ਪਤਾ ਤਾਂ ਕਰੋ, ਜੇ ਹੋ ਸਕੇ ਤਾਂ ਉਹਨੂੰ ਪੱਟੀ ਲੈ ਆਓ। ਮੈਂ ਅੱਗੋਂ ਆਪ ਰਾਹ ਕੱਢ ਲਵਾਂਗੀ, ਜਿਸ ਨਾਲ ਕੁੜੀ ਚਲੀ ਵੀ ਜਾਏਗੀ ਤੇ ਚਾਚਾ ਜੀ ਵੀ ਗੁੱਸੇ ਨਹੀਂ ਹੋਣਗੇ। ਫਾਤਮਾ ਨੇ ਕੁਝ ਮੁਸਕਰਾਉਂਦਿਆਂ ਕਿਹਾ, ਇਹ ਕੰਮ ਹੁਣੇ ਹੀ ਕਰਨ ਵਾਲਾ ਹੈ। ਚਾਚਾ ਜੀ ਦੇ ਲਾਹੌਰੋਂ ਮੁੜਨ ਤੋਂ ਪਹਿਲਾਂ ਤੁਸੀਂ ਆਪ ਪਿੰਡ ਵਾਂ ਤੋਂ ਹੋ ਕੇ ਆ ਸਕਦੇ ਹੋ। ਚੰਗਾ, ਮੈਂ ਜਾਣਾ। ਕਾਦਰ ਬਖਸ਼ ਤਿਆਰੀ ਕਰਨ ਲਈ ਉੱਠਿਆ ਤੇ ਫਾਤਮਾ ਇਸ ਖਿਆਲ ਨਾਲ ਕਾਲੀ ਕਾਲੀ ਕਦਮ ਪੁੱਟਦੀ ਆਪਣੇ ਹਾਤੇ ਵਿੱਚ ਗਈ ਕਿ ਜੀਤੋ ਕੱਲੀ ਘਬਰਾ ਗਈ ਹੋਏਗੀ। ਅੰਗ 8ਵਾਂ। ਦੂਜੇ ਦਿਨ ਹੀ ਜਾਫਰ ਬੇਗ ਲਾਹੌਰ ਤੋਂ ਵਾਪਸ ਆ ਗਿਆ ਤੇ ਆਉਂਦਿਆਂ ਹੀ ਉਸ ਆਪਣੇ ਸਾਰੇ ਸਾਥੀਆਂ ਦੀ ਮੀਟਿੰਗ ਸੱਦੀ ਤੇ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਵੱਲੋਂ ਜਾਰੀ ਹੋਈਆਂ ਨਵੀਆਂ ਹਦਾਇਤਾਂ ਤੋਂ ਜਾਣੂ ਕਰਾਇਆ। ਉਸ ਦੱਸਿਆ ਕਿ ਜ਼ਕਰੀਆ ਖਾਨ ਦੀ ਰਿਪੋਰਟ ਅਨੁਸਾਰ ਸਿੱਖ ਮਾਝੇ 'ਚ ਸਾਡੇ ਨਾਲ ਟੱਕਰ ਲੈਣ ਦੀਆਂ ਤਿਆਰੀਆਂ ਕਰ ਰਹੇ ਹੈ। ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਦੀ ਦਰਦਨਾਕ ਘਟਨਾ ਸੁਣਾ ਕੇ ਤੇ ਭਾਈ ਤਾਰਾ ਸਿੰਘ ਦੇ ਗੁਣ ਦੱਸ ਕੇ ਉਹਦੀ ਮੌਤ ਦੀ ਕਹਾਣੀ ਸੁਣਾ ਕੇ ਲੋਕਾਂ ਨੂੰ ਭੜਕਾ ਰਹੇ ਹੈ। ਸਰਕਾਰ ਦੀ ਇਤਲਾਹ ਅਨੁਸਾਰ ਉਹਨਾਂ ਦੇ ਜ਼ਹਿਰੀਲੇ ਪ੍ਰਚਾਰ ਦਾ ਬੜਾ ਅਸਰ ਹੋਇਆ। ਲੋਕ ਸਰਕਾਰ ਵਿਰੁੱਧ ਹੁੰਦੇ ਜਾ ਰਹੇ ਹੈ। ਇਸ ਲਈ ਇਸ ਖਤਰੇ ਦਾ ਟਾਕਰਾ ਹੁਣੇ ਤੋਂ ਹੀ ਕਰਨਾ ਚਾਹੀਦਾ ਹੈ। ਅਜੇ ਤਾਂ ਧੁੱਖ ਦੀ ਅੱਗ ਬੁਝਾਈ ਜਾ ਸਕਦੀ ਹੈ, ਪਰ ਜਦੋਂ ਲਾਂਬੂ ਬਣ ਕੇ ਬਲਣ ਲੱਗ ਪਈ ਤਾਂ ਇਸ ਉੱਤੇ ਕਾਬੂ ਨਹੀਂ ਪਾਇਆ ਜਾ ਸਕੇਗਾ। ਜਿਸ ਲਈ ਡਿਊਟੀਆਂ ਲਾਓ ਕਿ ਪਿੰਡਾਂ 'ਚ ਫਿਰ ਕੇ ਪਤਾ ਕੀਤਾ ਜਾਏ ਕਿ ਕੌਣ-ਕੌਣ ਸਿੱਖ ਹੋ ਗਿਆ ਹੈ ਜਾਂ ਸਿੱਖਾਂ ਦੀ ਮਦਦ ਕਰਦਾ ਹੈ। ਜਿਹੜੇ ਇਸ ਤਰ੍ਹਾਂ ਦਾ ਜ਼ਹਿਰ ਫੈਲਾਉਂਦੇ ਨੇ ਉਹ ਸਿੱਖ ਤਾਂ ਪਹਿਲਾਂ ਹੀ ਜੰਗਲਾਂ 'ਚ ਚਲੇ ਗਏ ਨੇ, ਰਹੀਮ ਖਾਨ ਨੇ ਕਿਹਾ। ਉਹਨਾਂ ਘਰ ਘਾਟ ਪਹਿਲਾਂ ਹੀ ਛੱਡ ਦਿੱਤੇ ਨੇ ਤੇ ਘੋੜਿਆਂ ਤੇ ਭੱਜੇ ਫਿਰਦੇ ਨੇ ਤੇ ਉਹਨਾਂ ਆਪਣਾ ਘਰ ਘੋੜਿਆਂ ਦੀਆਂ ਕਾਠੀਆਂ ਤੇ ਹੀ ਬਣਾ ਲਿਆ। ਜਾਫਰ ਬੇਗ ਉਹਦੀ ਗੱਲ ਵਿੱਚੇ ਟੋਕ ਕੇ ਬੋਲਿਆ, ਸਾਨੂੰ ਕੀ, ਕਿਧਰੇ ਜਾਣ। ਸਾਡਾ ਮਤਲਬ ਤਾਂ ਇਹ ਹੈ ਕਿ ਸਾਡੇ ਇਲਾਕੇ 'ਚ ਖੱਪ ਨਹੀਂ ਰਹਿਣੀ ਚਾਹੀਦੀ ਤੇ ਨਾ ਹੀ ਲਾਹੌਰ ਸਰਕਾਰ ਨੂੰ ਇਹ ਸ਼ਿਕਾਇਤ ਦਾ ਮੌਕਾ ਮਿਲਣਾ ਚਾਹੀਦਾ ਹੈ ਕਿ ਸਿੱਖ ਇਲਾਕੇ 'ਚ ਤਾਕਤ ਫੜ ਰਹੇ ਨੇ। ਇਸ ਸੰਬੰਧੀ ਸਾਰਿਆਂ ਨੇ ਆਪਣੇ ਆਪਣੇ ਸੁਝਾਅ ਰੱਖੇ ਤੇ ਫੈਸਲਾ ਹੋਇਆ ਕਿ ਲਾਹੌਰ ਸਰਕਾਰ ਤੋਂ ਮੰਗ ਕੀਤੀ ਜਾਏ ਕਿ ਉਹ ਫੌਜ ਦੇ 2 ਦਸਤੇ ਪੱਟੀ ਦੇ ਇਲਾਕੇ 'ਚ ਗਸ਼ਤ ਕਰਨ ਲਈ ਭੇਜ ਦੇਵੇ। ਉਹਦੀ ਮਦਦ ਨਾਲ ਪਿੰਡਾਂ ਵਿੱਚ ਡਰ ਤੇ ਭੈ ਪੈਦਾ ਕੀਤਾ ਜਾਏ ਤੇ ਜਿੱਥੇ ਕਿਧਰੇ ਸਿੱਖਾਂ ਦਾ ਤਾਂ ਪਤਾ ਲੱਗੇ ਉਹਨੂੰ ਖਤਮ ਕੀਤਾ ਜਾਏ। ਲਾਹੌਰ ਤੋਂ ਫੌਜ ਇਸ ਲਈ ਮੰਗਵਾਉਣ ਦਾ ਫੈਸਲਾ ਕੀਤਾ ਗਿਆ ਕਿਉਂਕਿ ਭਾਈ ਤਾਰਾ ਸਿੰਘ ਵਾਂ ਤੇ ਹਮਲੇ ਸਮੇਂ ਦਾ ਕੌੜਾ ਤਜਰਬਾ ਸੀ ਤੇ ਭਾਰੀ ਨੁਕਸਾਨ ਉਠਾਉਣਾ ਪਿਆ ਸੀ। ਇਸ ਲਈ ਹੁਣ ਕਿਸੇ ਸਿੱਖ ਟਿਕਾਣੇ ਤੇ ਹਮਲਾ ਕਰਨ ਦੀ ਜਾਫਰ ਬੇਗ ਇਕੱਲੇ 'ਚ ਸ਼ਕਤੀ ਨਹੀਂ ਸੀ। ਇਸ ਬਾਰੇ ਹੋਰ ਸਾਰੇ ਸਾਥੀਆਂ ਨੂੰ ਕੰਮ ਦੱਸ ਕੇ ਜਾਫਰ ਬੇਗ ਨੇ ਤੋੜ ਦਿੱਤਾ ਤੇ ਰਹੀਮ ਖਾਨ ਨੂੰ ਆਪਣੇ ਕੋਲ ਹੀ ਮੰਜੇ ਤੇ ਬਿਠਾ ਲਿਆ। ਉਹਦੇ ਨਾਲ ਕੰਨ 'ਚ ਕੁਝ ਹੌਲੀ-ਹੌਲੀ ਗੱਲਾਂ ਕੀਤੀਆਂ ਤੇ ਉਹਦੀ ਕਿਸੇ ਮਸਲੇ ਤੇ ਰਾਏ ਲਈ। ਬਾਕੀ ਗੱਲਾਂ ਦਾ ਤਾਂ ਪਤਾ ਨਾ ਲੱਗਾ, ਪਰ ਇੱਕ ਸ਼ਬਦ ਰਹੀਮ ਖਾਨ ਦੇ ਮੂੰਹੋਂ ਕੁਝ ਉੱਚਾ ਜਿਹਾ ਨਿਕਲਦਾ ਸੁਣਿਆ ਗਿਆ। ਸੋਹਣੇ ਸ਼ਾਹ ਦੀ ਕੁੜੀ ਸੀ। ਇਸ ਤੋਂ ਹੀ ਅਨੁਮਾਨ ਲੱਗ ਸਕਦਾ ਸੀ ਕਿ ਸੋਹਣੇ ਸ਼ਾਹ ਦੀ ਕੁੜੀ ਬਾਰੇ ਹੀ ਗੱਲਾਂ ਤੇ ਸਲਾਹਾਂ ਹੋ ਰਹੀਆਂ ਹਨ। ਝੱਟ ਪਿੱਛੋਂ ਦੋਵੇਂ ਹੱਸ ਪਏ ਤੇ ਜਾਫਰ ਬੇਗ ਨੇ ਰਹੀਮ ਖਾਨ ਨੂੰ ਥਾਪੀ ਦਿੱਤੀ ਜਿਵੇਂ ਉਹਨੂੰ ਰਹੀਮ ਖਾਨ ਦੀ ਕੋਈ ਗੱਲ ਬਹੁਤ ਹੀ ਪਸੰਦ ਆਈ ਹੋਵੇ। ਇੱਕ ਨੌਕਰਾਣੀ ਨੇ ਫਾਤਮਾ ਤੇ ਜੀਤੋ ਨੂੰ ਦੱਸਿਆ ਕਿ ਮੀਆਂ ਜੀ ਆ ਗਏ ਨੇ। ਇਸ ਸਮੇਂ ਜੀਤੋ ਰੋਟੀ ਖਾ ਰਹੀ ਸੀ। ਉਸ ਗਰਾਈ ਤੋੜੀ ਤੇ ਸਲੂਣੇ ਨਾਲ ਲਾ ਕੇ ਮੂੰਹ 'ਚ ਪਾਉਣ ਹੀ ਲੱਗੀ ਸੀ ਜਦੋਂ ਉਹਨੂੰ ਪਤਾ ਲੱਗਾ ਕਿ ਜਾਫਰ ਬੇਗ ਆ ਗਿਆ। ਉਹਦਾ ਹੱਥ ਉੱਥੇ ਦਾ ਉੱਥੇ ਹੀ ਰਹਿ ਗਿਆ। ਹੱਥ ਫੜੀ ਗਰਾਈ ਮੂੰਹ ਤੱਕ ਨਾ ਜਾ ਸਕੀ। ਚਿਹਰੇ ਦਾ ਰੰਗ ਉੱਡ ਗਿਆ ਤੇ ਸਰੀਰ ਨੂੰ ਡਰ ਨਾਲ ਕੰਬਣੀ ਛਿੜ ਗਈ। ਫਾਤਮਾ ਨੇ ਫਿਰ ਉਹਨੂੰ ਜ਼ਰਾ ਗੁੱਸੇ ਨਾਲ ਕਿਹਾ, ਮੈਨੂੰ ਨਹੀਂ ਤੇਰੀ ਇਹ ਆਦਤ ਪਸੰਦ। ਚਾਚਾ ਜੀ ਦਾ ਨਾਂ ਸੁਣਦਿਆਂ ਪਤਾ ਨਹੀਂ ਤੈਨੂੰ ਕੀ ਹੋ ਜਾਂਦਾ ਹੈ। ਉਹ ਆਖਰ ਮਨੁੱਖ ਨੇ, ਤੈਨੂੰ ਮੂੰਹ 'ਚ ਤਾਂ ਨਹੀਂ ਪਾਣ ਲੱਗੇ। ਮੈਂ ਕਈ ਵਾਰ ਕਿਹਾ ਕਿ ਮੇਰੇ ਹੁੰਦਿਆਂ ਤੈਨੂੰ ਕੋਈ ਡਰ ਨਹੀਂ, ਪਰ ਫਿਰ ਪਤਾ ਨਹੀਂ ਤੈਨੂੰ ਕੀ ਹੋ ਜਾਂਦਾ ਹੈ। ਜੀਤੋ ਨੇ ਅੱਖਾਂ ਨੀਵੀਆਂ ਪਾ ਲਈਆਂ ਤੇ ਹੌਲੀ ਜੀ ਬੋਲੀ, ਭੈਣ ਜੀ ਤੁਹਾਡੇ ਤੇ ਬੇਇਤਬਾਰੀ ਤਾਂ ਨਹੀਂ। ਮੈਂ ਬਥੇਰਾ ਯਤਨ ਕਰਦੀ ਹਾਂ ਕਿ ਆਪਣੇ ਆਪ ਤੇ ਕਾਬੂ ਰੱਖਾਂ,
ਪਰ ਪਤਾ ਨਹੀਂ ਮੈਨੂੰ ਕੀ ਹੋ ਜਾਂਦਾ ਹੈ। ਇਹ ਮੇਰੇ ਵਾਸਤੇ ਗੱਲ ਨਹੀਂ ਰਹੀ। ਅਜੇ ਗੱਲਾਂ ਕਰ ਹੀ ਰਹੀਆਂ ਸੀ ਕਿ ਹਾਤੇ ਦਾ ਦਰਵਾਜ਼ਾ ਖੁੱਲਿਆ ਤੇ ਜਾਫਰ ਬੇਗ ਅੰਦਰ ਆ ਗਿਆ। ਉਹਨੂੰ ਵੇਖ ਕੇ ਜੀਤੋ ਦਾ ਉੱਪਰ ਦਾ ਸਾਹ ਉੱਪਰ ਤੇ ਹੇਠਲਾ ਹੇਠਾਂ ਹੀ ਰਹਿ ਗਿਆ। ਉਸ ਪਹਿਲਾਂ ਤਾਂ ਸਿਰ ਗੋਡਿਆਂ 'ਚ ਦੇ ਲਿਆ, ਫਿਰ ਪਤਾ ਨਹੀਂ ਉਹਨੂੰ ਕੀ ਸੁੱਝੀ ਕਿ ਉੱਠ ਕੇ ਦੌੜ ਕੇ ਅੰਦਰ ਚਲੀ ਗਈ। ਫਾਤਮਾ ਵਰਾਂਡੇ 'ਚ ਮੰਜੀ ਡਾਈ ਬੈਠੀ ਸੀ। ਜਾਫਰ ਬੇਗ ਉਹਦੇ ਕੋਲ ਆ ਕੇ ਬੈਠ ਗਿਆ। ਅੱਜ ਉਹ ਅਸਾਧਾਰਨ ਤੌਰ ਤੇ ਖੁਸ਼ ਨਜ਼ਰ ਆ ਰਿਹਾ ਸੀ। ਫਾਤਮਾ ਨੇ ਆਉਂਦਿਆਂ ਪੁੱਛਿਆ, ਕਦੋਂ ਆਏ ਜੇ? ਝਟਕੂ ਹੋ ਗਿਆ, ਜਾਫਰ ਬੇਗ ਨੇ ਕਿਹਾ। ਕੀ ਗੱਲ, ਏਡੀ ਛੇਤੀ ਲਾਹੌਰ ਕਿਉਂ ਚਲੇ ਗਏ ਸੋ? ਫਾਤਮਾ ਨੇ ਪੁੱਛਿਆ। ਸਰਕਾਰਾਂ ਦੇ ਕੰਮ ਹੁੰਦੇ ਨੇ, ਜਦੋਂ ਕੋਈ ਕੰਮ ਯਾਦ ਆਇਆ ਉਸੇ ਵੇਲੇ ਬੁਲਾ ਭੇਜਿਆ, ਜਾਫਰ ਬੇਗ ਨੇ ਕਿਹਾ। ਇਹ ਕੁੜੀ ਉਹੀ ਸੋਹਣੇ ਸ਼ਾਹ ਦੀ ਏ ਜੋ ਅੰਦਰ ਚਲੀ ਗਈ ਏ? ਹਾਂ, ਇਹੀ ਸੋਹਣੇ ਸ਼ਾਹ ਦੀ ਧੀ ਜੀਤੋ ਏ, ਫਾਤਮਾ ਨੇ ਕਿਹਾ। ਪਰ ਉਹਦਾ ਦਿਲ ਜ਼ੋਰ ਨਾਲ ਧੜਕਣ ਲੱਗ ਪਿਆ। ਉਸ ਮਹਿਸੂਸ ਕੀਤਾ ਕਿ ਅੱਜ ਚਾਚਾ ਜੀ ਨਾਲ ਟੱਕਰ ਹੋ ਜਾਏਗੀ। ਇਹਨਾਂ ਹੁਣੇ ਜੀਤੋ ਨੂੰ ਆਪਣੇ ਕਬਜ਼ੇ 'ਚ ਕਰਨਾ ਹੈ ਤੇ ਮੈਂ ਦੇਣੀ ਨਹੀਂ, ਇਸ ਤੇ ਝਗੜਾ ਹੋ ਜਾਣਾ ਹੈ। ਹੋ ਸਕਦਾ ਹੈ ਚਾਚਾ ਜੀ ਦੇ ਗੁੱਸੇ ਦਾ ਸ਼ਿਕਾਰ ਹੋ ਜਾਵਾਂ। ਉਹ ਸੋਚ ਹੀ ਰਹੀ ਸੀ ਕਿ ਇਸ ਮਸਲੇ ਨੂੰ ਕਿਵੇਂ ਹੱਲ ਕਰੇ, ਪਰ ਝੱਟ ਪਿੱਛੋਂ ਜਾਫਰ ਬੇਗ ਨੇ ਚੁੱਪ ਨੂੰ ਤੋੜਿਆ। ਫਾਤਮਾ, ਤੇਰੀਆਂ ਉਸ ਦਿਨ ਦੀਆਂ ਗੱਲਾਂ ਨੇ ਮੇਰੇ ਤੇ ਬੜਾ ਅਸਰ ਕੀਤਾ ਹੈ। ਮੈਂ ਸੱਚਮੁੱਚ ਇਹੀ ਮਹਿਸੂਸ ਕੀਤਾ ਹੈ ਕਿ ਜੇ ਇਹਦੇ ਪਿਓ ਨੇ ਕਸੂਰ ਕੀਤਾ ਹੈ ਤੇ ਇਹਨੂੰ ਕਿਉਂ ਸਜ਼ਾ ਦਿੱਤੀ ਜਾਏ। ਇਸ ਵਿਚਾਰੀ ਨੇ ਅਜੇ ਦੁਨੀਆ ਦਾ ਕੀ ਤੱਕਿਆ, ਇਹਨੂੰ ਕਿਉਂ ਬਰਬਾਦ ਕੀਤਾ ਜਾਏ। ਜੇ ਸਾਡੇ 'ਚ ਹਿੰਮਤ ਹੋਈ ਤਾਂ ਇਹਦੇ ਪਿਓ ਨੂੰ ਕੀਤੇ ਦਾ ਬਦਲਾ ਦੇਵਾਂਗੇ। ਚਾਚਾ ਜੀ, ਤੁਸੀਂ ਬੜੇ ਚੰਗੇ ਹੋ, ਇਹ ਕਹਿ ਕੇ ਫਾਤਮਾ ਨੇ ਚਾਚੇ ਦੇ ਮੋਢੇ ਆਪਣੀਆਂ ਦੋਵੇਂ ਬਾਹਾਂ 'ਚ ਘੁੱਟ ਲਏ। ਮੈਨੂੰ ਤੁਹਾਡੇ ਤੇ ਇਹੀ ਆਸ ਸੀ। ਮੈਂ ਅੱਗੇ ਹੀ ਕਹਿੰਦੀ ਸਾਂ ਕਿ ਮੇਰੇ ਚਾਚਾ ਜੀ ਕਿਸੇ ਦੀਆਂ ਬਦਅਸੀਸਾਂ ਦੇ ਭਾਗੀ ਨਹੀਂ ਬਣ ਸਕਦੇ। ਸੱਚ ਚਾਚਾ ਜੀ, ਜੀਤੋ ਬੜੀ ਭੋਲੀ ਭਾਲੀ ਕੁੜੀ ਜੀ। ਉਸ ਵਿਚਾਰੀ ਨੂੰ ਤਾਂ ਅਜੇ ਦੁਨੀਆ ਜਹਾਨ ਦਾ ਕੁਝ ਵੀ ਪਤਾ ਨਹੀਂ। ਜਾਫਰ ਬੇਗ ਵੀ ਖੁਸ਼ ਹੋ ਰਿਹਾ ਸੀ ਕਿਉਂਕਿ ਉਹ ਫਾਤਮਾ ਦੀ ਖੁਸ਼ੀ ਪ੍ਰਾਪਤ ਕਰਨ ਦਾ ਬੜਾ ਚਾਹਵਾਨ ਸੀ ਤੇ ਉਕਤ ਸ਼ਬਦਾਂ ਨਾਲ ਫਾਤਮਾ ਬੜੀ ਖੁਸ਼ ਹੋ ਗਈ ਸੀ। ਉਸ ਹੋਰ ਕਿਹਾ, ਮੈਂ ਇਸ ਲਈ ਫੈਸਲਾ ਕੀਤਾ ਕਿ ਇਹਨੂੰ ਇਹਦੇ ਘਰ ਪਹੁੰਚਾ ਦਿੱਤਾ ਜਾਏ। ਇਹਦੇ ਸਹੁਰੇ ਘਰ ਦਾ ਪਤਾ ਕਰਕੇ ਉੱਥੇ ਪਹੁੰਚਾਇਆ ਜਾਏ। ਸੋਹਣੇ ਸ਼ਾਹ ਦੇ ਘਰ ਭੇਜਣ ਨੂੰ ਮੇਰਾ ਜੀ ਨਹੀਂ ਕਰਦਾ। ਇਹਦੇ ਸਹੁਰੇ ਪਿੰਡ ਵਾਂ ਵਿੱਚ ਨੇ, ਫਾਤਮਾ ਉਤਾਵਲੀ ਹੋ ਕੇ ਬੋਲੀ। ਉਸ ਪਿੰਡ ਵਿੱਚ ਜਿੱਥੇ ਅਸਾਂ 2 ਲੜਾਈਆਂ ਲੜੀਆਂ ਨੇ? ਜਾਫਰ ਬੇਗ ਨੇ ਹੈਰਾਨ ਹੋ ਕੇ ਪੁੱਛਿਆ। ਹਾਂ, ਉਸੇ ਪਿੰਡ ਵਿੱਚ, ਫਾਤਮਾ ਨੇ ਕਿਹਾ। ਵੀਰਾ ਅੱਗੇ ਹੀ ਉੱਥੇ ਗਿਆ ਹੋਇਆ। ਕਾਦਰ ਬਖਸ਼ ਗਿਆ ਹੋਇਆ ਵਾਂ ਪਿੰਡ ਵਿੱਚ? ਜੀ। ਕਿਉਂ ਗਿਆ? ਜੀਤੋ ਦੇ ਸਹੁਰਿਆਂ ਦਾ ਪਤਾ ਕਰਨ। ਜੀਤੋ ਨੇ ਦੱਸਿਆ ਸੀ ਕਿ ਵਾਂ ਪਿੰਡ ਦੇ ਇੱਕ ਮੁੰਡੇ ਦਿਆਲੇ ਨਾਲ ਇਹਦਾ ਵਿਆਹ ਹੋ ਰਿਹਾ ਸੀ। ਫਾਤਮਾ ਨੇ ਕਾਦਰ ਬਖਸ਼ ਨਾਲ ਆਪਣੀ ਲੁਕਵੀਂ ਕੀਤੀ ਗੱਲਬਾਤ ਦਾ ਸਾਰਾ ਭੇਦ ਖੋਲ ਦਿੱਤਾ। ਜਾਫਰ ਬੇਗ ਇਸ ਨਾਲ ਚਿੰਤਾਤੁਰ ਹੋ ਗਿਆ। ਉਹ ਸੋਚਣ ਲੱਗ ਪਿਆ ਕਿ ਮੇਰੀ ਗੈਰ ਹਾਜ਼ਰੀ 'ਚ ਜੀਤੋ ਨੂੰ ਇੱਥੋਂ ਭਜਾਉਣ ਦੀ ਤਿਆਰੀ ਹੁੰਦੀ ਰਹੀ ਹੈ। ਉਹਨੂੰ ਕਾਦਰ ਬਖਸ਼ ਤੇ ਬੜਾ ਗੁੱਸਾ ਆਇਆ, ਪਰ ਫਾਤਮਾ ਸਾਹਮਣੇ ਸਭ ਕੁਝ ਪੀ ਗਿਆ। ਆਪਣੇ ਚਿਹਰੇ ਤੇ ਬਨੌਟੀ ਹਾਸਾ ਲਿਆ ਕੇ ਉਸ ਕਿਹਾ, ਜਾ ਜੀਤੋ ਨੂੰ ਪੁੱਛ ਆ ਕੇ ਹੁਣੇ ਜਾਣਾ ਸੂ ਕਿ ਕੱਲ ਮੈਂ ਉਹਨੂੰ ਭੇਜ ਦਿੰਨਾ। ਜਾਫਰ ਬੇਗ ਉੱਥੇ ਬੈਠਾ ਰਿਹਾ ਤੇ ਫਾਤਮਾ ਦੌੜੀ ਦੌੜੀ ਅੰਦਰ ਗਈ। ਉਹਨੂੰ ਦੌੜੀ ਆਉਂਦੀ ਵੇਖ ਕੇ ਜੀਤੋ ਦਾ ਕਲੇਜਾ ਜ਼ੋਰ ਜ਼ੋਰ ਨਾਲ ਧੱਕ ਧੱਕ ਕਰਨ ਲੱਗ ਪਿਆ। ਫਾਤਮਾ ਨੇ ਆਉਂਦਿਆਂ ਉਹਨੂੰ ਜੱਫਾ ਪਾ ਕੇ ਕਿਹਾ, ਤੈਨੂੰ ਕਿਹਾ ਸੀ ਨਾ ਕਿ ਮੇਰੇ ਚਾਚਾ ਜੀ ਬਹੁਤ ਚੰਗੇ ਨੇ। ਉਹ ਕਹਿੰਦੇ ਨੇ ਜੀਤੋ ਨੂੰ ਕਹੋ ਤਿਆਰ ਹੋ ਜਾਏ, ਉਹਨੂੰ ਛੱਡ ਆਈਏ। ਕਿੱਥੇ? ਜੀਤੋ ਨੇ ਹੈਰਾਨ ਹੋ ਕੇ ਪੁੱਛਿਆ। ਤੇਰੇ ਸਹੁਰੇ ਪਿੰਡ, ਫਾਤਮਾ ਨੇ ਉਹਦੀਆਂ ਗੱਲਾਂ ਤੇ ਹੌਲੀ ਜਿਹੀ ਚਪੇੜ ਮਾਰਦਿਆਂ ਪਿਆਰ ਨਾਲ ਕਿਹਾ। ਜੀਤੋ ਦਾ ਮੂੰਹ ਸ਼ਰਮ ਨਾਲ ਲਾਲ ਹੋ ਗਿਆ ਤੇ ਉਸ ਨੀਵੀਂ ਪਾ ਲਈ। ਫਾਤਮਾ ਨੇ ਫਿਰ ਕਿਹਾ, ਜਾਣਾ ਹੀ ਨਾ ਸਹੁਰੇ? ਨਹੀਂ, ਜੀਤੋ ਹੌਲੀ ਜਿਹੀ ਬੋਲੀ। ਕਿਉਂ? ਫਾਤਮਾ ਨੇ ਹੈਰਾਨ ਹੋ ਕੇ ਪੁੱਛਿਆ। ਮੈਨੂੰ ਮੇਰੇ ਪਿਤਾ ਜੀ ਕੋਲ ਛੱਡ ਆਓ, ਜੀਤੋ ਨੇ ਕਿਹਾ। ਸਹੁਰੇ ਮੈਂ ਅਜੇ ਇੱਕ ਵਾਰ ਵੀ ਨਹੀਂ ਗਈ ਤੇ ਇਸ ਤਰ੍ਹਾਂ ਮੇਰਾ ਉੱਥੇ ਜਾਣਾ ਠੀਕ ਨਹੀਂ। ਪਤਾ ਨਹੀਂ ਉਹਨਾਂ ਦਾ ਹੁਣ ਮੇਰੇ ਬਾਰੇ ਕੀ ਵਿਚਾਰ ਹੈ। ਫਾਤਮਾ ਗੱਲ ਸਮਝ ਗਈ, ਪਰ ਉਹਦੇ ਵੱਸ ਕੁਝ ਨਹੀਂ ਸੀ ਚੱਲ ਸਕਦਾ। ਉਸ ਦਾ ਚਾਚਾ ਸੋਹਣੇ ਸ਼ਾਹ ਦੇ ਘਰ ਭੇਜਣ ਲਈ ਤਿਆਰ ਨਹੀਂ ਸੀ ਹੋ ਸਕਦਾ। ਅਖੀਰ ਫਾਤਮਾ ਦੇ ਜ਼ੋਰ ਦੇਣ ਤੇ ਸਮਝਾਉਣ ਤੇ ਜੀਤੋ ਨੇ ਵਾਂ ਪਿੰਡ ਜਾਣਾ ਹੀ ਪ੍ਰਵਾਨ ਕਰ ਲਿਆ। ਝੱਟ ਜੀਤੋ ਦੇ ਕੱਪੜੇ ਬਦਲੇ ਗਏ। ਉਹਨੂੰ ਤਿਆਰ ਕਰਕੇ ਵਹੁਟੀ ਵਾਂਗ ਸਜਾ ਕੇ ਫਾਤਮਾ ਬਾਹਰ ਲੈ ਆਈ। ਜੀਤੋ ਨੇ ਘੁੰਡ ਕੱਢਿਆ ਸੀ। ਜਾਫਰ ਬੇਗ ਦੇ ਕਹਿਣ ਤੇ ਜੀਤੋ ਨੂੰ ਬੁਰਕਾ ਪਾ ਦਿੱਤਾ ਗਿਆ। ਬਾਹਰ ਤਿਆਰ ਘੋੜੇ ਤੇ ਬਿਠਾ ਦਿੱਤਾ। ਇੱਕ ਨੌਕਰ ਨੇ ਘੋੜੇ ਦੀਆਂ ਵਾਗਾਂ ਫੜ ਲਈਆਂ। ਖੁਰਲੀ ਤੇ ਖੜੇ ਹੋ ਕੇ ਫਾਤਮਾ ਨੇ ਜੀਤੋ ਨੂੰ ਵਧਾਈਗੀ ਜੱਫੀ ਪਾਈ ਤੇ ਦੋਵਾਂ ਦੇ ਅੱਥਰੂ ਵਗ ਟੁਰੇ। ਭਾਵੇਂ ਜੀਤੋ ਦਾ ਦਿਲ ਘਬਰਾਉਂਦਾ ਹੀ ਰਿਹਾ, ਪਰ ਫਾਤਮਾ ਦੇ ਪਿਆਰ ਨੇ ਉਹਨੂੰ ਮੋਹ ਵਿੱਚ ਬੰਨ੍ਹ ਲਿਆ ਸੀ। ਫਾਤਮਾ ਦੇ ਦਿਲ ਨੂੰ ਵੀ ਕੁਝ ਹੋਣ ਲੱਗ ਪਿਆ। ਜਾਫਰ ਬੇਗ ਨੇ ਇਸ਼ਾਰਾ ਕੀਤਾ ਤੇ ਨੌਕਰ ਨੇ ਵਾਗਾਂ ਖਿੱਚ ਕੇ ਘੋੜਾ ਟੋਰ ਲਿਆ। ਹਵੇਲੀ ਤੋਂ ਬਾਹਰ ਨਿਕਲਦਿਆਂ ਜੀਤੋ ਨੇ ਪਿੱਛੇ ਮੁੜ ਕੇ ਇੱਕ ਵਾਰ ਫੇਰ ਦੇਖਿਆ। ਫਾਤਮਾ ਆਪਣੇ ਘਰ ਦੇ ਦਰਵਾਜ਼ੇ 'ਚ ਖਲੋਤੀ ਉਹਨੂੰ ਅਜੇ ਤੱਕ ਦੇਖ ਰਹੀ ਸੀ। ਜੀਤੋ ਚਲੀ ਗਈ ਤੇ ਫਾਤਮਾ ਨੂੰ ਆਪਣਾ ਹਾਤਾ ਸੁੰਨਾ ਸੁੰਨਾ ਲੱਗਣ ਲੱਗ ਪਿਆ। ਉਹ ਅੰਦਰ ਗਈ, ਪਰ ਉਹਨੂੰ ਇੱਕ ਕੱਲ ਖਾਣ ਲੱਗੀ। ਉਸ ਬਾਹਰ ਮੰਜਾ ਕੱਢ ਲਿਆ, ਪਰ ਇੱਥੇ ਵੀ ਮਨ ਬੇਚੈਨ ਹੀ ਰਿਹਾ। ਫਾਤਮਾ ਸੋਚਦੀ ਕਿ ਕੁੜੀਆਂ ਕਈ ਮਿਲੀਆਂ ਤੇ ਵਿਛੜੀਆਂ
ਪਰ ਜੀਤੋ ਦੇ ਵਿਛੋੜੇ ਦਾ ਦੁੱਖ ਬਹੁਤ ਹੈ। ਮੈਨੂੰ ਤਾਂ ਖੁਸ਼ ਹੋਣਾ ਚਾਹੀਦਾ ਹੈ ਕਿ ਮੈਨੂੰ ਭੈਣ ਕਹਿਣ ਵਾਲੀ ਆਪਣੇ ਘਰ ਜਾ ਰਹੀ ਹੈ, ਪਰ ਮੇਰਾ ਦਿਲ ਕਿਉਂ ਦੁਖੀ ਹੋ ਰਿਹਾ ਹੈ। ਉਸ ਕੁਝ ਨਾ ਖਾਧਾ ਪੀਤਾ ਤੇ ਨਾ ਹੀ ਬਿਸਤਰਾ ਕੀਤਾ। ਉਸੇ ਤਰ੍ਹਾਂ ਸਰਾਣਾ ਰੱਖ ਕੇ ਮੰਜੇ ਤੇ ਲੇਟ ਗਈ। ਕਿੰਨਾ ਚਿਰ ਹੀ ਉਸਲਵੱਟੇ ਮਾਰਦੀ ਰਹੀ, ਪਰ ਉਹਨੂੰ ਨੀਂਦਰ ਨਾ ਆਈ। ਉਹਦਾ ਦਰਵਾਜ਼ਾ ਖੜਕਿਆ। ਉੱਠ ਕੇ ਉਸ ਦਰਵਾਜ਼ਾ ਖੋਲ੍ਹਿਆ ਤਾਂ ਉਹਦਾ ਭਰਾ ਕਾਦਰ ਬਖਸ਼ ਆ ਗਿਆ। ਉਹ ਸੌਂਦਿਆਂ ਕਿਹਾ, ਚਾਚਾ ਜੀ ਤੇ ਨਹੀਂ ਆਏ? ਆਏ ਸਨ, ਫਾਤਮਾ ਨੇ ਕਿਹਾ। ਉਹ ਤਾਂ ਦੁਪਹਿਰੇ ਆ ਗਏ ਸਨ। ਤੁਸੀਂ ਦੱਸੋ ਕੀ ਕਰ ਆਏ ਹੋ? ਮੈਂ ਪਿੰਡ ਗਿਆ ਸੀ। ਦਿਆਲਾ ਪਿੰਡ ਨਹੀਂ, ਲੋਕੀ ਕਹਿੰਦੇ ਨੇ ਪਤਾ ਨਹੀਂ ਕਿੱਧਰ ਚਲਾ ਗਿਆ। ਪਿੰਡ ਦੇ ਚੌਧਰੀ ਕਰਮਚੰਦ ਤੇ ਨੂਰਦੀਨ ਨੇ ਦੱਸਿਆ ਹੈ ਕਿ ਉਹ ਸਿੱਖ ਬਣ ਗਿਆ ਤੇ ਕਿਸੇ ਜੱਥੇ ਨਾਲ ਜਾ ਰਲਿਆ, ਕਾਦਰ ਬਖਸ਼ ਨੇ ਕਿਹਾ। ਇਹਦਾ ਮਤਲਬ ਹੈ ਕਿ ਉਹ ਪਿੰਡ ਨਹੀਂ? ਫਾਤਮਾ ਨੇ ਹੈਰਾਨ ਹੋ ਕੇ ਪੁੱਛਿਆ। ਫਿਰ ਜੀਤੋ ਕਿਸ ਕੋਲ ਜਾਏਗੀ? ਜੀਤੋ ਚਲੀ ਗਈ ਹੈ? ਕਾਦਰ ਬਖਸ਼ ਨੇ ਹੈਰਾਨ ਹੋ ਕੇ ਪੁੱਛਿਆ। ਹੁਣ ਇਹ ਝੱਟ ਹੋਇਆ, ਚਾਚਾ ਜੀ ਲੈ ਗਏ ਨੇ। ਕਹਿੰਦੇ ਸੀ ਉਹਨਾਂ ਨੂੰ ਉਹਦੇ ਪਿੰਡ ਭੇਜ ਦੇਣਾ, ਫਾਤਮਾ ਨੇ ਕਿਹਾ। ਚਾਚਾ ਜੀ ਇਹ ਵੀ ਕਹਿੰਦੇ ਸੀ ਕਿ ਇਹਦਾ ਕੋਈ ਕਸੂਰ ਨਹੀਂ, ਇਸ ਲਈ ਉਹਦੇ ਪਿਓ ਦੇ ਕੀਤੇ ਦੀ ਸਜ਼ਾ ਇਹਨੂੰ ਕਾਹਦੇ ਲਈ ਦਈਏ? ਹੈਂ, ਚਾਚਾ ਜੀ ਨੇ ਇਹ ਕਿਹਾ ਸੀ? ਹਾਂ, ਅੱਜ ਉਹ ਬੜੇ ਦਿਆਲੂ ਹੋਏ ਸੀ। ਉਹਨਾਂ ਕਿਹਾ ਕਿ ਅਸੀਂ ਜੀਤੋ ਨੂੰ ਛੇਤੀ ਵਾਪਸ ਭੇਜ ਦੇਣਾ। ਕਾਦਰ ਬਖਸ਼ ਸੋਚੀ ਪੈ ਗਿਆ। ਝੱਟ ਪਿੱਛੋਂ ਬੋਲਿਆ, ਮੈਨੂੰ ਤਾਂ ਦਾਲ 'ਚ ਕੁਝ ਕਾਲਾ ਕਾਲਾ ਦਿਸਦਾ ਹੈ। ਕਿਉਂ? ਚਾਚਾ ਜੀ ਨੇ ਉਹਦੇ ਪਿਓ ਦੇ ਕਸੂਰ ਬਦਲੇ ਜੀਤੋ ਨੂੰ ਨਹੀਂ ਸੀ ਲਿਆਂਦਾ। ਉਹ ਕਸੂਰ ਜੀਤੋ ਦਾ ਹੀ ਸੀ। ਜਵਾਨੀ ਤੇ ਸੁਹੱਪਣ ਉਹਦਾ ਦੋਸ਼ ਸੀ, ਜਿਸ ਕਰਕੇ ਲਿਆਂਦੀ ਗਈ ਸੀ। ਇਸ ਲਈ ਉਹਨੂੰ ਵਾਪਸ ਭੇਜਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਕਾਦਰ ਬਖਸ਼ ਨੇ ਪੁੱਛਿਆ। ਮੇਰੇ ਬਾਰੇ ਤਾਂ ਚਾਚਾ ਜੀ ਨੇ ਕੁਝ ਨਹੀਂ ਪੁੱਛਿਆ। ਪੁੱਛਦੇ ਸਨ ਕਿੱਥੇ ਗਿਆ। ਫਿਰ ਮੈਂ ਦੱਸ ਦਿੱਤਾ ਕਿ ਵਾਂ ਪਿੰਡ ਦਿਆਲੇ ਨੂੰ ਸੱਦਣ ਗਏ ਨੇ, ਫਾਤਮਾ ਨੇ ਕਿਹਾ। ਬੜਾ ਮਾੜਾ ਕੀਤਾ ਹੀ। ਚਾਚਾ ਜੀ ਬੜੇ ਚਲਾਕ ਨੇ। ਉਹਨਾਂ ਤੇਰੇ ਕੋਲੋਂ ਜੀਤੋ ਲਿਜਾਣੀ ਸੀ, ਸੋ ਲੈ ਗਏ। ਪਿੰਡ ਕਿਸੇ ਨਹੀਂ ਪਹੁੰਚਾਣੀ। ਦੂਜਾ ਹੁਣ ਮੇਰੀ ਸ਼ਾਮਤ ਆਈ ਹੈ। ਕੀ ਪਏ ਕਹਿੰਦੇ ਹੋ? ਫਾਤਮਾ ਨੇ ਹੈਰਾਨ ਹੋ ਕੇ ਕਿਹਾ। ਚਾਚਾ ਜੀ ਇੰਨਾ ਧੋਖਾ ਨਹੀਂ ਦੇ ਸਕਦੇ। ਵੇਖ ਲਈ ਫਿਰ, ਕਾਦਰ ਬਖਸ਼ ਨੇ ਕਿਹਾ। ਜੀਤੋ ਘਰ ਨਹੀਂ ਅੱਪੜ ਸਕਦੀ। ਮੈਨੂੰ ਤੇ ਤੁਹਾਡੀਆਂ ਗੱਲਾਂ ਤੇ ਇਤਬਾਰ ਨਹੀਂ ਆਉਂਦਾ, ਫਾਤਮਾ ਨੇ ਹੈਰਾਨ ਹੋ ਕੇ ਕਿਹਾ। ਇਹ ਚਾਲ ਹੀ ਫਾਤਮਾ, ਕਾਦਰ ਬਖਸ਼ ਨੇ ਕਿਹਾ। ਚਾਚਾ ਜੀ ਨੂੰ ਪਤਾ ਲੱਗਾ ਕਿ ਅਸੀਂ ਦੋਵੇਂ ਜੀਤੋ ਨੂੰ ਉਹਨਾਂ ਦੇ ਹਵਾਲੇ ਨਹੀਂ ਕਰਾਂਗੇ, ਸਗੋਂ ਜੀਤੋ ਨੂੰ ਇੱਥੋਂ ਭਜਾ ਦੇਣ ਦੀ ਸਾਜ਼ਿਸ਼ ਕਰ ਰਹੇ ਹਾਂ, ਤੇ ਤੁਹਾਡੇ ਤਾਂ ਉਹਨਾਂ ਸਾਡੇ ਕਬਜ਼ੇ 'ਚੋਂ ਜੀਤੋ ਕੱਢ ਲਈ। ਮੈਂ ਵੀ ਪਿਓ ਦੀ ਧੀ ਨਹੀਂ ਜੇ ਪੂਰਾ ਪਤਾ ਨਾ ਕੱਢ ਲਵਾਂ ਕਿ ਜੀਤੋ ਕਿੱਥੇ ਗਈ, ਫਾਤਮਾ ਨੇ ਕਿਹਾ। ਆ ਲੈਣ ਦੇ ਚਾਚਾ ਜੀ ਨੂੰ, ਮੈਂ ਪੁੱਛਾਂਗੀ ਉਹਨਾਂ ਨੂੰ। ਕੀ ਪੁੱਛੇਂਗੀ? ਇਹੀ ਕਿ ਜੀਤੋ ਨੂੰ ਕਿੱਥੇ ਛੱਡ ਕੇ ਆਏ ਹੋ, ਫਾਤਮਾ ਬੋਲੀ। ਉਹ ਕਹਿਣਗੇ ਪਿੰਡ ਵਾਂ ਛੱਡ ਆਏ ਆ। ਫਿਰ ਕੀ ਜਵਾਬ ਬਣੇਗਾ? ਕਾਦਰ ਬਖਸ਼ ਨੇ ਕਿਹਾ। ਤੇ ਫਿਰ ਜ਼ਰਾ ਸੋਚ ਕੇ ਬੋਲਿਆ, ਇਹ ਠੀਕ ਹੈ। ਜੇ ਉਹਨਾਂ ਕਿਹਾ ਕਿ ਦਿਆਲਾ ਮਿਲ ਪਿਆ ਸੀ ਤੇ ਉਹਨੂੰ ਦੇ ਆਏ ਆ, ਤਾਂ ਸਮਝ ਲਈ ਕਿ ਜੀਤੋ ਪਿੰਡ ਨਹੀਂ ਪਹੁੰਚੀ ਤੇ ਉਹ ਕਿਧਰੇ ਹੋਰ ਟਿਕਾਣੇ ਪਹੁੰਚਾਤੀ ਗਈ ਹੈ। ਫਾਤਮਾ ਸੋਚਾਂ 'ਚ ਪੈ ਗਈ। ਉਸ ਬੜੇ ਦੁੱਖ ਭਰੇ ਢੰਗ ਨਾਲ ਕਿਹਾ, ਅੱਗੇ ਇੱਕ ਨੂੰ ਲੱਭਣਾ ਸੀ, ਹੁਣ ਦੋਵੇਂ ਲੱਭਣੇ ਪੈਣਗੇ। ਦਿਆਲਾ ਪਤਾ ਨਹੀਂ ਕਿੱਥੇ ਚਲਾ ਗਿਆ ਤੇ ਹੁਣ ਜੀਤੋ ਵੀ ਗਵਾਚ ਗਈ ਹੈ। ਲੈ, ਤੂੰ ਤੇ ਨਿਰਾਸ਼ ਹੋ ਗਈ ਹੈ। ਬਹਾਦਰ ਕਦੇ ਨਿਰਾਸ਼ ਨਹੀਂ ਹੁੰਦੇ। ਅਸੀਂ ਹਿੰਮਤ ਕੀਤੀ ਤਾਂ ਦੋਵਾਂ ਨੂੰ ਲੱਭ ਕੇ ਛੱਡਾਂਗੇ, ਕਾਦਰ ਬਖਸ਼ ਬੋਲਿਆ। ਫਾਤਮਾ ਨੂੰ ਇਹ ਗੱਲ ਬਹੁਤ ਚੰਗੀ ਲੱਗੀ। ਉਸ ਦੋਵਾਂ ਹੱਥਾਂ ਨਾਲ ਉਹਦਾ ਮੋਢਾ ਘੁੱਟ ਲਿਆ ਤੇ ਪਿਆਰ ਨਾਲ ਬੋਲੀ, ਜਿਸ ਦਾ ਇਹੋ ਜਿਹਾ ਵੀਰ ਹੋਵੇ ਉਹਨੂੰ ਚਿੰਤਾ ਦੀ ਕਾਹਦੀ ਲੋੜ ਹੈ। ਸੱਚੀ ਵੀਰ, ਜੀਤੋ ਨਾਲ ਮੇਰਾ ਡੂੰਘਾ ਪਿਆਰ ਹੋ ਗਿਆ ਸੀ ਤੇ ਉਸ ਬਿਨਾਂ ਹੁਣ ਜੀ ਖੁੱਸਦਾ ਹੈ। ਉਸ ਤੈਨੂੰ ਭੈਣ ਕਿਹਾ ਹੈ ਤੇ ਇਸ ਨਾਤੇ ਉਹ ਮੇਰੀ ਵੀ ਭੈਣ ਹੈ, ਤੇ ਮੈਂ ਭੈਣ ਨੂੰ ਹਰ ਕੀਮਤ ਤੇ ਲੱਭ ਕੇ ਛੱਡਾਂਗਾ, ਭਾਵੇਂ ਇਸ ਲਈ ਮੈਨੂੰ ਚਾਚਾ ਜੀ ਨਾਲ ਵਿਗਾੜਨੀ ਕਿਉਂ ਨਾ ਪਏ। ਇਹ ਕਹਿ ਕੇ ਕਾਦਰ ਬਖਸ਼ ਉੱਠਿਆ ਤੇ ਬਾਹਰ ਨਿਕਲ ਗਿਆ। ਅੰਗ 9। ਭਾਈ ਤਾਰਾ ਸਿੰਘ ਪਿੰਡ ਵਾਂ ਦੀ ਸ਼ਹੀਦੀ ਦਾ ਇਲਾਕੇ ਭਰ 'ਚ ਬੜਾ ਅਸਰ ਹੋਇਆ। ਖਾਸ ਕਰਕੇ ਨੌਜਵਾਨ ਤਬਕੇ 'ਚ ਅੱਗ ਲੱਗ ਗਈ। ਜਿੱਧਰ ਵੀ ਸਿੰਘਾਂ ਦੇ ਜੱਥੇ ਪ੍ਰਚਾਰ ਕਰਦੇ ਲੰਘ ਗਏ, ਲੋਕਾਂ 'ਚ ਇੱਕ ਨਵਾਂ ਜੋਸ਼, ਨਵੀਂ ਲਹਿਰ ਪੈਦਾ ਹੋ ਗਈ। ਸਾਰੇ ਮਾਝੇ 'ਚ ਘਰ ਘਰ ਤੱਕ ਇਹ ਗੱਲ ਪਹੁੰਚ ਗਈ ਕਿ ਸਮੇਂ ਦੀ ਹਕੂਮਤ ਬੜੀ ਜਾਬਰ ਹੈ, ਜੋ ਭਾਈ ਤਾਰਾ ਸਿੰਘ ਵਰਗੇ ਪਰਉਪਕਾਰੀ ਨੂੰ ਵੀ ਜਿਉਣ ਨਹੀਂ ਦਿੰਦੀ। ਮਾਝੇ ਤੋਂ ਬਾਹਰ ਜਿਉਂ-ਜਿਉਂ ਇਹ ਖਬਰ ਦੁਆਬੇ ਤੇ ਮਾਲਵੇ 'ਚ ਪੁੱਜੀ, ਉੱਥੇ ਵੀ ਸਿੰਘ ਇਹਦਾ ਬਦਲਾ ਲੈਣ ਲਈ ਤਿਆਰ ਬਰ ਤਿਆਰ ਹੋ ਗਏ। ਜਿੱਥੇ ਸਿੰਘ ਜਾਂਦੇ, ਲੋਕ ਉਹਨਾਂ ਦਾ ਸਾਥ ਦੇਣ ਦਾ ਭਰੋਸਾ ਦਿਵਾਉਂਦੇ ਤੇ ਨੌਜਵਾਨ ਆਪਣੇ ਘਰ-ਬਾਰ ਛੱਡ ਕੇ ਨਾਲ ਮਰਨ ਲਈ ਤਿਆਰ ਹੋ ਜਾਂਦੇ। ਸਿੰਘਾਂ ਦਾ ਆਪਣਾ ਜੀਵਨ ਇੰਨਾ ਉੱਚਾ ਤੇ ਸੁੱਚਾ ਸੀ ਕਿ ਉਹਦਾ ਹਰ ਹਿਰਦੇ ਤੇ ਅਸਰ ਹੁੰਦਾ ਸੀ। ਥਾਂ-ਥਾਂ ਅੰਮ੍ਰਿਤ ਪ੍ਰਚਾਰ ਹੋਇਆ। ਸੈਂਕੜੇ ਲੋਕ ਸਿੰਘ ਸੱਜ ਗਏ। ਨਾਲ ਹੀ ਪ੍ਰਚਾਰ ਹੁੰਦਾ ਰਿਹਾ ਕਿ ਅੰਮ੍ਰਿਤਸਰ 'ਚ ਮੱਸਿਆ ਤੇ ਭਾਰੀ ਇਕੱਠ ਹੋ ਰਿਹਾ। ਉੱਥੇ ਸਾਰਾ ਖਾਲਸਾ ਪੰਥ ਇਕੱਠਾ ਹੋ ਕੇ ਫੈਸਲਾ ਕਰੇਗਾ ਕਿ ਅੱਗੋਂ ਕੀ ਕਦਮ ਚੁੱਕਣੇ ਹਨ। ਨੌਜਵਾਨਾਂ ਧੜਾ ਧੜ ਘੋੜੇ ਖਰੀਦਣੇ ਤੇ ਸ਼ਸਤਰ ਤਿਆਰ ਕਰਨੇ ਸ਼ੁਰੂ ਕਰ ਦਿੱਤੇ। ਮੱਸਿਆ ਤੇ ਅੰਮ੍ਰਿਤਸਰ 'ਚ ਭਾਰੀ ਇਕੱਠ ਹੋਇਆ। ਇਸ ਸਮੇਂ ਸਿੱਖ ਕੌਮ 'ਚ ਸਭ ਤੋਂ ਵੱਡੀ ਸ਼ਖਸੀਅਤ ਦੀਵਾਨ ਦਰਬਾਰਾ ਸਿੰਘ ਸਨ। ਬੜੀ ਬਿਰਧ ਅਵਸਥਾ, ਚਿੱਟਾ ਦੁੱਧ ਦਾੜਾ, ਪਰ ਲਾਲ ਸੂਹਾ ਚਿਹਰਾ ਤੇ ਸ਼ੇਰ ਵਰਗੀ ਦਿੱਖ ਸੀ।
ਅਰਦਾਸਾ ਸੋਧ ਕੇ ਮੀਟਿੰਗ ਦੀ ਕਾਰਵਾਈ ਸ਼ੁਰੂ ਹੋਈ। ਸਭ ਤੋਂ ਪਹਿਲਾਂ ਦੀਵਾਨ ਦਰਬਾਰਾ ਸਿੰਘ ਨੇ ਫਤਿਹ ਬੁਲਾ ਕੇ ਤਕਰੀਰ ਕੀਤੀ। ਉਸ ਵਿੱਚ ਇਸ ਇਕੱਠ ਦਾ ਮੰਤਵ ਤੇ ਭਾਈ ਤਾਰਾ ਸਿੰਘ ਦੀ ਸ਼ਹੀਦੀ ਦਾ ਹਾਲ ਵਿਸਥਾਰ ਨਾਲ ਸੁਣਾਇਆ ਕਿ ਜ਼ਾਲਮਾਂ ਨੇ ਭਾਈ ਤਾਰਾ ਸਿੰਘ ਦੇ ਸ਼ਹੀਦ ਹੋਣ ਤੇ ਲਾਸ਼ਾਂ ਤੇ ਘੋੜੇ ਭਜਾਏ ਤੇ ਉਹਨਾਂ ਦੇ ਮ੍ਰਿਤਕ ਸਰੀਰ ਦਾ ਵੀ ਅਪਮਾਨ ਕਰਨ ਦਾ ਯਤਨ ਕੀਤਾ। ਦੀਵਾਨ ਦਰਬਾਰਾ ਸਿੰਘ ਦੀਆਂ ਗੱਲਾਂ ਸੁਣ ਕੇ ਸਿੰਘਾਂ ਦੇ ਨੇਤਰਾਂ 'ਚ ਜਲ ਵਗ ਤੁਰਿਆ ਤੇ ਇੱਕ ਜੋਸ਼ੀਲੇ ਨੌਜਵਾਨ ਨੇ ਉੱਠ ਕੇ ਕਿਹਾ, ਮੈਨੂੰ ਆਗਿਆ ਦਿੱਤੀ ਜਾਏ। ਮੈਂ ਵਿਸ਼ਵਾਸ ਦਿਵਾਉਣਾ ਕਿ ਜਦ ਤੱਕ ਜਾਫਰ ਬੇਗ ਦਾ ਸਿਰ ਨਾ ਵੱਢ ਲਵਾਂ ਅੰਨਪਾਨ ਨਹੀਂ ਕਰਾਂਗਾ। ਅਸੀਂ ਤੁਹਾਡੇ ਜਜ਼ਬੇ ਦੀ ਕਦਰ ਕਰਦੇ ਹਾਂ, ਦੀਵਾਨ ਦਰਬਾਰਾ ਸਿੰਘ ਨੇ ਕਿਹਾ, ਪਰ ਇਸ ਤਰ੍ਹਾਂ ਮਸਲਾ ਹੱਲ ਨਹੀਂ ਹੁੰਦਾ। ਜਾਫਰ ਬੇਗ ਤਾਂ ਸਰਕਾਰੀ ਮਸ਼ੀਨਰੀ ਦਾ ਇੱਕ ਪੁਰਜਾ ਹੈ, ਫਿਰ ਵੀ ਅਜਿਹਾ ਜਿਸ ਨੂੰ ਖਤਮ ਕੀਤਿਆਂ ਦੂਜਾ ਵਰਤਿਆ ਜਾ ਸਕਦਾ ਹੈ। ਲੋੜ ਇਸ ਗੱਲ ਦੀ ਹੈ ਕਿ ਅਜਿਹਾ ਮਾਹੌਲ ਪੈਦਾ ਕੀਤਾ ਜਾਏ ਕਿ ਇਹ ਰਾਜ ਹੀ ਨਾ ਰਹੇ, ਇਹ ਰਾਜ ਹੀ ਨਾ ਰਹੇ। ਇੱਕ ਭੈੜਾ ਮਾਰਨ ਦਾ ਕੀ ਲਾਭ ਹੋਏਗਾ? ਭੈੜਿਆਂ ਦੀ ਮਾਂ ਨੂੰ ਮਾਰੋ ਤਾਂ ਕਿ ਅਜਿਹੇ ਭੈੜੇ ਅੱਗੋਂ ਜੰਮਣ ਹੀ ਨਾ। ਸਾਨੂੰ ਸਰਕਾਰ ਨਾਲ ਸਿੱਧੀ ਟੱਕਰ ਲੈਣੀ ਪਏਗੀ, ਇੱਕ ਹੋਰ ਸਿੰਘ ਬੋਲਿਆ। ਭਾਵੇਂ ਸਰਕਾਰ ਕੋਲ ਵਸੀਲੇ ਹਨ, ਬੜਾ ਧਨ ਹੈ, ਬਹੁਤ ਲੋਕ ਸਰਕਾਰ ਤੋਂ ਡਰ ਵੀ ਜਾਂਦੇ ਹਨ, ਪਰ ਮੈਨੂੰ ਨਿਸ਼ਚੈ ਹੈ ਕਿ ਸਾਡੇ ਮਨ ਦੀ ਪਵਿੱਤਰਤਾ, ਸਾਡਾ ਅਟਲ ਵਿਸ਼ਵਾਸ ਤੇ ਗੁਰੂ ਦੀ ਕਿਰਪਾ ਨਾਲ ਅਸੀਂ ਸਰਕਾਰ ਦੀਆਂ ਜੜ੍ਹਾਂ ਪੁੱਟ ਕੇ ਸੁੱਟ ਦਿਆਂਗੇ। ਦਰਜਨ ਤੋਂ ਵੱਧ ਮੁਖੀਆਂ ਨੇ ਤਕਰੀਰਾਂ ਕੀਤੀਆਂ ਤੇ ਸਾਰਿਆਂ ਨੇ ਇਹ ਗੱਲ ਆਖੀ ਕਿ ਭਾਈ ਤਾਰਾ ਸਿੰਘ ਦੀ ਸ਼ਹੀਦੀ ਪਿੱਛੋਂ ਸਾਡੇ ਲਈ ਹੋਰ ਕੋਈ ਰਾਹ ਨਹੀਂ ਰਹਿ ਗਿਆ ਸਿਵਾਏ ਇਸ ਦੇ ਕਿ ਸਰਕਾਰ ਨਾਲ ਸਿੱਧੀ ਟੱਕਰ ਲਈ ਜਾਏ। ਸਾਰਿਆਂ ਨੇ ਸਪਸ਼ਟ ਕੀਤਾ ਕਿ ਅਜੇ ਸਰਕਾਰ ਦੀਆਂ ਸਖਤੀਆਂ ਘੱਟ ਹਨ। ਸਾਡੇ ਸਿੱਧੀ ਟੱਕਰ ਦੇ ਫੈਸਲੇ ਨਾਲ ਫਿਰ ਸਾਡੇ ਵਿੱਚੋਂ ਕੋਈ ਵੀ ਪਿੰਡਾਂ ਨੂੰ ਨਹੀਂ ਜਾ ਸਕੇਗਾ। ਆਪਣਾ ਘਰ-ਬਾਰ ਪੂਰੀ ਤਰ੍ਹਾਂ ਤਿਆਗਣਾ ਪਏਗਾ। ਇਸ ਲਈ ਸਮਝ ਲਓ ਕਿ ਜਾਨ ਤਲੀ ਤੇ ਧਰ ਕੇ ਹੀ ਮੁਕਾਬਲਾ ਕੀਤਾ ਜਾ ਸਕੇਗਾ। ਦੀਵਾਨ ਦਰਬਾਰਾ ਸਿੰਘ ਨੇ ਇਸ ਬੁਨਿਆਦੀ ਫੈਸਲੇ ਦੀ ਪ੍ਰਵਾਨਗੀ ਦਾ ਐਲਾਨ ਕੀਤਾ ਤਾਂ ਆਕਾਸ਼ ਜੈਕਾਰਿਆਂ ਨਾਲ ਗੂੰਜ ਉੱਠਿਆ। ਸਾਰਿਆਂ ਦੇ ਚਿਹਰੇ ਹਸੂ-ਹਸੂ ਕਰਨ ਲੱਗ ਪਏ। ਇਹ ਸਵਾਲ ਪੇਸ਼ ਹੋਇਆ ਕਿ ਸਰਕਾਰ ਨਾਲ ਟੱਕਰ ਕਿਵੇਂ ਲਈ ਜਾਏ। ਇਸ ਬਾਰੇ ਕਈ ਆਗੂਆਂ ਨੇ ਰਾਵਾਂ ਦਿੱਤੀਆਂ। ਕਿਸੇ ਨੇ ਕਿਹਾ ਸਰਕਾਰੀ ਅੱਡਿਆਂ ਤੇ ਟਿਕਾਣਿਆਂ ਨੂੰ ਅੱਗਾਂ ਲਾਤੀਆਂ ਜਾਣ, ਕਿਸੇ ਸਾਰੇ ਸਰਕਾਰੀ ਚੌਧਰੀਆਂ ਨੂੰ ਮਾਰ ਦੇਣ ਦਾ ਸੁਝਾਅ ਰੱਖਿਆ। ਅਖੀਰ ਇਹ ਫੈਸਲਾ ਹੋਇਆ ਕਿ ਸਰਕਾਰੀ ਅਸਲਾਖਾਨਿਆਂ ਤੇ ਘੋੜਿਆਂ ਤੇ ਅਸਤਬਲਾਂ ਤੇ ਹਮਲਾ ਕਰਕੇ ਬੰਦੂਕਾਂ ਤੇ ਘੋੜੇ ਪ੍ਰਾਪਤ ਕੀਤੇ ਜਾਣ ਤਾਂ ਕਿ ਜੋ ਨਵਾਂ ਸੱਜਣ ਆ ਕੇ ਮਿਲੇ ਉਹਨੂੰ ਦਿੱਤੇ ਜਾ ਸਕਣ। ਖਰੀਦਣ ਦੀ ਸ਼ਕਤੀ ਨਹੀਂ ਤੇ ਲੋਕਾਂ ਤੋਂ ਖੋਣਾ ਚੰਗਾ ਨਹੀਂ, ਇਸ ਲਈ ਸਰਕਾਰੀ ਤਾਕਤ ਪ੍ਰਾਪਤ ਕਰਕੇ ਸਰਕਾਰ ਨਾਲ ਟਾਕਰਾ ਲੈਣ ਦਾ ਫੈਸਲਾ ਹੋਇਆ। ਦੂਜਾ ਵੱਡਾ ਫੈਸਲਾ ਕੀਤਾ ਗਿਆ ਕਿ ਲਾਹੌਰ ਤੋਂ ਅੰਮ੍ਰਿਤਸਰ ਦੁਆਲੇ ਵੱਖ-ਵੱਖ ਟਿਕਾਣਿਆਂ ਤੇ ਡੇਰਾ ਲਾ ਲਿਆ ਜਾਏ ਤੇ ਅਜਿਹਾ ਪ੍ਰਬੰਧ ਕੀਤਾ ਜਾਏ ਕਿ ਲਾਹੌਰ ਦੇ ਸ਼ਾਹੀ ਖਜ਼ਾਨੇ ਵਿੱਚੋਂ ਬਾਹਰੋਂ ਕੋਈ ਰਕਮ ਨਾ ਆ ਸਕੇ। ਸਰਦਾਰ ਕਪੂਰ ਸਿੰਘ ਨੇ ਇਹ ਸੁਝਾਅ ਰੱਖਿਆ ਕਿ ਜੋ ਪਿੱਛੋਂ ਜਾ ਕੇ ਨਵਾਬ ਕਪੂਰ ਸਿੰਘ ਦੇ ਨਾਮ ਨਾਲ ਪ੍ਰਸਿੱਧ ਹੋਏ ਸੀ, ਇਹ ਨੌਜਵਾਨ ਵੀ ਆਪਣੇ ਪਿੰਡ ਨਾਲ ਪਿੰਡ ਦੇ ਨੌਜਵਾਨਾਂ ਦਾ ਬਹੁਤ ਵੱਡਾ ਜੱਥਾ ਲੈ ਕੇ ਆਇਆ ਹੋਇਆ ਸੀ। ਕਪੂਰ ਸਿੰਘ ਨੇ ਕਿਹਾ, ਸਰਕਾਰ ਪੈਸੇ ਬਿਨਾਂ ਨਹੀਂ ਚੱਲ ਸਕਦੀ। ਅਸੀਂ ਲਾਹੌਰ ਰਾਜ ਨੂੰ ਪੈਸਾ ਬਾਹਰੋਂ ਨਾ ਆਉਣ ਦੇਈਏ ਤਾਂ ਸੂਬੇਦਾਰ ਜ਼ਕਰੀਆ ਖਾਨ ਦੀ ਹਕੂਮਤ ਚੌਥੇ ਦਿਨ ਫੇਲ ਹੋ ਜਾਏਗੀ। ਇਹ ਵੀ ਪ੍ਰਬੰਧ ਕੀਤਾ ਜਾਏ ਕਿ ਦਿੱਲੀ ਵੱਲ ਵੀ ਕੋਈ ਰਕਮ ਨਾ ਜਾ ਸਕੇ। ਸਭ ਨੇ ਤਜਵੀਜ਼ ਪ੍ਰਵਾਨ ਕਰ ਲਈ ਤੇ ਸਰਦਾਰ ਕਪੂਰ ਸਿੰਘ ਨੇ ਸਾਰੇ ਮੁਖੀਆਂ ਦੀ ਵੱਖਰੀ ਮੀਟਿੰਗ ਸੱਦੀ ਤੇ ਉਸ ਵਿੱਚ ਸਕੀਮ ਤਿਆਰ ਕਰ ਲਈ ਗਈ। ਵੱਖ-ਵੱਖ ਜਥਿਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਕਿ ਵੱਖ-ਵੱਖ ਇਲਾਕਿਆਂ 'ਚ ਛਾ ਜਾਣ। ਇਸ ਗੱਲ ਦੀ ਨਿਗਰਾਨੀ ਕਰਨ ਕਿ ਕਿੱਧਰੋਂ ਰਕਮਾਂ ਆਉਂਦੀਆਂ ਹਨ। ਵੱਖ-ਵੱਖ ਪਿੰਡਾਂ 'ਚ ਸੂਈਏ ਨੀਅਤ ਕਰਨ। ਮੀਟਿੰਗ ਵਿੱਚ ਸ਼ੇਰ ਸਿੰਘ ਨੇ ਬੜਾ ਹਿੱਸਾ ਲਿਆ ਸੀ, ਇਸ ਲਈ ਉਹਨੂੰ ਦਰਿਆ ਰਾਵੀ ਦੇ ਕੰਢੇ ਵੱਲ ਭੇਜ ਦਿੱਤਾ ਗਿਆ ਤੇ ਸਰਦਾਰ ਬਹਾਦਰ ਸਿੰਘ ਦੇ ਜਥੇ ਨੂੰ ਤਰਨਤਾਰਨ ਦੇ ਰਾਹ ਵਿੱਚ ਦਾ ਜੰਗਲ ਸੌਂਪਿਆ ਗਿਆ। ਜਥੇਦਾਰ ਬਹਾਦਰ ਸਿੰਘ ਨੇ ਝਟਪਟ ਬਿਆਸ ਦੇ ਜੰਗਲ 'ਚ ਪਹੁੰਚ ਕੇ ਤਿਆਰੀ ਕੀਤੀ ਤੇ ਤਰਨਤਾਰਨ ਦੇ ਨੇੜੇ ਜੰਗਲ 'ਚ ਜਾ ਡੇਰੇ ਲਾਏ। ਉੱਥੇ ਥਾਂ ਠੀਕ ਕਰਕੇ ਨਵਾਂ ਡੇਰਾ ਬਣਾ ਲਿਆ ਗਿਆ। ਆਸ-ਪਾਸ ਦੇ ਪਿੰਡਾਂ 'ਚ ਜਾ ਕੇ ਲੋਕਾਂ ਨਾਲ ਸੰਬੰਧ ਬਣਾਏ। ਇਹ ਥਾਂ ਜਥੇਦਾਰ ਬਹਾਦਰ ਸਿੰਘ ਨੇ ਆਪ ਚੁਣੀ ਸੀ ਕਿਉਂਕਿ ਉਹਨਾਂ ਦਾ ਆਪਣਾ ਪਿੰਡ ਨੇੜੇ ਸੀ ਤੇ ਇਹਨਾਂ ਪਿੰਡਾਂ ਦੇ ਉਹ ਚੰਗੀ ਤਰ੍ਹਾਂ ਜਾਣੂ ਸਨ। ਸਰਦਾਰ ਕਪੂਰ ਸਿੰਘ ਦੇ ਉਦਮ ਨਾਲ ਇੱਕ ਹੋਰ ਵੱਡਾ ਇਨਕਲਾਬੀ ਕੰਮ ਇਹ ਕੀਤਾ ਗਿਆ ਕਿ ਸਿੰਘਾਂ ਲਈ ਬੋਲੇ ਤਿਆਰ ਕਰ ਲਏ ਗਏ ਜਿਨ੍ਹਾਂ ਨੂੰ ਦੁਸ਼ਮਣ ਜਾਂ ਉਹਦੇ ਜਾਸੂਸ ਨਾ ਸਮਝ ਸਕਣ। ਸਰਕਾਰ ਨੂੰ ਸਿੱਖਾਂ ਦੀਆਂ ਇਹਨਾਂ ਸਰਗਰਮੀਆਂ ਦੀ ਇਤਲਾਹ ਮਿਲ ਗਈ ਸੀ ਤੇ ਸਰਕਾਰ ਵੱਲੋਂ ਵੀ ਅਨੇਕਾਂ ਜਾਸੂਸ ਛੱਡੇ ਗਏ, ਪਰ ਉਹਨਾਂ ਨੂੰ ਸਿੰਘਾਂ ਦੀਆਂ ਤਿਆਰੀਆਂ ਦਾ ਘੱਟ ਹੀ ਪਤਾ ਲੱਗਦਾ। ਜੇ ਕਿਧਰੇ ਦੋ ਸਿੰਘ ਮਿਲਦੇ ਤਾਂ ਉਹ ਅਜਿਹੇ ਸ਼ਬਦਾਂ ਵਿੱਚ ਗੱਲਬਾਤ ਕਰਦੇ ਜੋ ਇਹਨਾਂ ਤੋਂ ਬਿਨਾਂ ਹੋਰ ਕੋਈ ਨਾ ਸਮਝ ਸਕਦਾ।
ਇਸ ਮਨੋਰਥ ਲਈ ਥਾਂ-ਥਾਂ ਜੰਗਲਾਂ 'ਚ ਸਿੰਘਾਂ ਦੇ ਸਕੂਲ ਲੱਗੇ ਤੇ ਸਿੰਘਾਂ ਨੂੰ ਨਵੇਂ ਬੋਲੇ ਚੰਗੀ ਤਰ੍ਹਾਂ ਸਮਝਾ ਕੇ ਹਦਾਇਤ ਕੀਤੀ ਗਈ ਕਿ ਉਹ ਅੱਗੋਂ ਤੋਂ ਗੱਲਬਾਤ ਹੀ ਇਸ ਤਰੀਕੇ ਨਾਲ ਕੀਤਾ ਕਰਨ। ਸਰਕਾਰ ਨੂੰ ਪਤਾ ਲੱਗ ਗਿਆ ਕਿ ਜੰਗਲਾਂ 'ਚ ਸਿੰਘਾਂ ਦੀਆਂ ਤਿਆਰੀਆਂ ਹੋ ਰਹੀਆਂ ਹਨ। ਕਈ ਜਸੂਸ ਜੰਗਲਾਂ 'ਚ ਤੋਰੇ ਗਏ। ਜਸੂਸਾਂ ਨੇ ਵੀ ਦਾੜੀ ਕੇਸ ਰੱਖੇ ਸਨ ਤੇ ਸਿੰਘਾਂ ਵਾਲਾ ਵੇਸ ਧਾਰ ਕੇ ਫਿਰਦੇ ਸਨ। ਇੱਕ ਦਿਨ ਇੱਕ ਜਸੂਸ ਨੇ ਤਰਨਤਾਰਨ ਦੇ ਨੇੜੇ ਰਾਹ 'ਚ ਦੋ ਸਿੰਘਾਂ ਨੂੰ ਗੱਲ ਕਰਦਿਆਂ ਸੁਣਿਆ। ਇੱਕ ਸਿੰਘ ਕਹਿ ਰਿਹਾ ਸੀ, ਸਮੁੰਦਰ ਛਕ ਲਿਆ ਜੇ? ਦੂਜੇ ਨੇ ਉੱਤਰ ਦਿੱਤਾ, ਜੀ। ਜਸੂਸ ਬੜਾ ਹੈਰਾਨ ਹੋਇਆ ਕਿ ਪੰਜਾਬ ਦੇ ਨੇੜੇ ਕਿਹੜਾ ਸਮੁੰਦਰ ਹੈ ਜੋ ਇਸ ਛਕ ਲਿਆ। ਕਿੰਨਾ ਚਿਰ ਇਹੀ ਸੋਚਦਾ ਰਿਹਾ ਕਿ ਆਖਿਰ ਇਹ ਕਿਸ ਸਮੁੰਦਰ ਤੱਕ ਪੁੱਜ ਗਏ ਹੈ। ਝੱਟ ਪਿੱਛੋਂ ਇੱਕ ਸਿੰਘ ਬੋਲਿਆ, ਅੱਜ ਮੈਂ ਬਾਹਰ ਚੱਲਿਆ, ਲੜਾਕੀ ਤੇ ਰੁਪਏ ਪ੍ਰਸ਼ਾਦ ਦਾ ਪ੍ਰਬੰਧ ਕਰਨਾ ਹੈ। ਦੂਜਾ ਬੋਲਿਆ, ਭੁੱਜੇ ਬਦਾਮ ਵੀ ਮੁੱਕਣ ਵਾਲੇ ਨੇ, ਉਹਨਾਂ ਦਾ ਵੀ ਕੁਝ ਕਰਨਾ ਹੈ। ਪਹਿਲਾ ਸਿੰਘ ਬੋਲਿਆ, ਅਜੇ ਲੋੜ ਨਹੀਂ, 2 ਬੋਰੀਆਂ ਪਏ ਨੇ, 2 ਦਿਨ ਲੰਘ ਜਾਣਗੇ। ਜਸੂਸ ਬੜਾ ਹੈਰਾਨ ਹੋਇਆ ਕਿ ਬੋਰੀ ਬਦਾਮ ਦਿਨ 'ਚ ਖਾ ਜਾਂਦੇ ਨੇ। ਉਹ ਝੱਟ ਤਰਨਤਾਰਨ ਪੁੱਜਾ। ਉਸ ਲਾਹੌਰ ਸਰਕਾਰ ਦੇ ਤਰਨਤਾਰਨ ਤੇ ਪੱਟੀ ਦੇ ਫੌਜਦਾਰਾਂ ਨੂੰ ਰਿਪੋਰਟਾਂ ਲਿਖ ਭੇਜੀਆਂ ਕਿ ਸਿੱਖ ਬੜੀਆਂ ਭਾਰੀ ਜੰਗੀ ਤਿਆਰੀਆਂ ਕਰ ਰਹੇ ਨੇ। ਉਹਨਾਂ ਨੇ ਕੁਝ ਸਮੁੰਦਰਾਂ ਨਾਲ ਆਪਣੇ ਸਬੰਧ ਬਣਾ ਲਿਆ। ਹੋ ਸਕਦਾ ਕਰਾਚੀ ਵੱਲੋਂ ਇਹਨਾਂ ਨੂੰ ਮਦਦ ਆਉਂਦੀ ਹੋਵੇ। ਪੈਸੇ ਇਹਨਾਂ ਕੋਲ ਆਮ ਹੈ। ਜੰਗਲਾਂ 'ਚ ਰਹਿਣ ਵਾਲੇ ਸਿੱਖਾਂ ਨੂੰ ਬਦਾਮ ਆਮ ਮਿਲਦੇ ਆ। ਤਰਨਤਾਰਨ ਨੇੜੇ ਜਾ ਕੇ ਸੁਣਿਆ ਬੋਰੀ ਬਦਾਮਾਂ ਦੀ ਰੋਜ਼ ਮੁਕਾਈ ਜਾਂਦੀ ਹੈ। ਸਿੱਖਾਂ ਦੀ ਬੋਲੀ ਹੁਣ ਸਾਨੂੰ ਸਮਝ ਨਹੀਂ ਆਉਂਦੀ। ਉਹ ਅੱਗੇ ਤੇ ਪੰਜਾਬੀ 'ਚ ਗੱਲਾਂ ਕਰਦੇ ਸਨ, ਪਰ ਹੁਣ ਪਤਾ ਨਹੀਂ ਪਸ਼ਤੋ ਬੋਲਦੇ ਨੇ ਜਾਂ ਕਰਾਚੀ ਵੱਲ ਦੀ ਕੋਈ ਬੋਲੀ। ਪਤਾ ਨਹੀਂ ਉਹ ਲੜਾਕੀ ਤੇ ਰੂਪਾ ਕਿਹਨੂੰ ਕਹਿੰਦੇ ਨੇ। ਇੱਕ ਸਿੱਖ ਇਹ ਲੈਣ ਗਿਆ, ਹੋ ਸਕਦਾ ਹੈ ਕਿ ਉਹਨਾਂ ਅਸਲੇ ਦਾ ਨਾਂ ਹੀ ਰੱਖਿਆ ਹੋਵੇ ਤੇ ਸਿੱਖ ਅਸਲਾ ਇਕੱਠਾ ਕਰ ਰਹੇ ਹੋਣ। ਜਾਫਰ ਬੇਗ ਨੇ ਸਾਰੇ ਹਾਲਾਤ ਦੀ ਰਿਪੋਰਟ ਮਿਲਦਿਆਂ ਲਾਹੌਰ ਆਦਮੀ ਭੇਜੇ, ਨਾਲ ਹੀ ਤਰਨਤਾਰਨ, ਅੰਮ੍ਰਿਤਸਰ ਤੇ ਜਲੰਧਰ ਨੂੰ ਆਦਮੀ ਭੇਜੇ ਤਾਂ ਕਿ ਸਾਰੇ ਫੌਜਦਾਰ ਰਲ ਕੇ ਕੋਈ ਅਜਿਹੀ ਕਾਰਵਾਈ ਕਰੀਏ ਜਿਸ ਨਾਲ ਸਿੱਖ ਕਾਬੂ ਕੀਤੇ ਜਾ ਸਕਣ। ਉਧਰ ਸਿੰਘ ਪੂਰੀਆਂ ਤਿਆਰੀਆਂ ਕਰ ਰਹੇ ਸਨ। ਇੱਕ ਸ਼ਾਮ ਨੂੰ ਜਦੋਂ ਹਨੇਰਾ 4 ਚੁਫੇਰੇ ਪਸਰ ਰਿਹਾ ਸੀ, ਸਿੰਘ ਤਰਨਤਾਰਨ ਦੇ ਜੰਗਲਾਂ 'ਚੋਂ ਬਾਹਰ ਨਿਕਲੇ। ਕੁਝ ਸਿੰਘ ਫਿਰਦੇ ਫਰਾਉਂਦੇ ਤਰਨਤਾਰਨ ਤੋਂ ਅੰਮ੍ਰਿਤਸਰ ਨੂੰ ਜਾਣ ਵਾਲੇ ਰਾਹ ਤੇ ਆ ਗਏ। ਉਹਨਾਂ ਨੂੰ ਦੂਰੋਂ ਤੇਜ਼ ਘੋੜਾ ਦੌੜਨ ਦੀ ਆਵਾਜ਼ ਆਈ। ਸਿੰਘ ਸੁਚੇਤ ਹੋ ਗਏ। ਉਹ ਜਿਹੀ ਥਾਂ ਤੇ ਸਨ ਜਿੱਥੋਂ ਆਲੇ ਦੁਆਲੇ ਝਾੜੀਆਂ, ਜੰਗਲ ਜਾਂ ਫਸਲਾਂ ਨਹੀਂ ਸਨ, ਜਿੱਥੇ ਇੱਕਦਮ ਛੁਪਿਆ ਜਾ ਸਕੇ। ਕੇਵਲ 1-2 ਵੱਡੇ ਰੁੱਖ ਸਨ ਜਿਨ੍ਹਾਂ ਦੀਆਂ ਲੰਮੀਆਂ ਟਾਹਣੀਆਂ ਸੜਕ ਦੇ ਉੱਪਰ ਝੁਕੀਆਂ ਸਨ। ਸਿੰਘ ਰੁੱਖਾਂ ਤੇ ਚੜ ਗਏ ਤੇ ਇੰਨੇ 'ਚ ਘੋੜਸਵਾਰ ਉਹਨਾਂ ਦੇ ਬਹੁਤ ਨੇੜੇ ਆ ਗਏ। ਅਗਲੇ ਘੋੜਸਵਾਰ ਦੇ ਕੱਪੜੇ ਤੇ ਘੋੜੇ ਦੀ ਸਜਾਵਟ ਦੱਸਦੀ ਸੀ ਕਿ ਉਹ ਹਾਕਮ ਸ਼੍ਰੇਣੀ ਦਾ ਮੁਖੀ ਹੈ। ਇੱਕ ਸਿੰਘ ਨੇ ਫੁਰਤੀ ਨਾਲ ਟਾਹਣ ਤੇ ਲੱਤਾਂ ਫਸਾ ਕੇ ਹੱਥ ਤੇ ਪੈਰ ਥੱਲੇ ਲਮਕਾ ਲਏ ਤੇ ਜਦ ਘੋੜਸਵਾਰ ਲੰਘਣ ਲੱਗਾ ਤਾਂ ਦੋਵਾਂ ਬਾਹਾਂ ਨਾਲ ਧੌਣ ਫੜ ਲਈ। ਘੋੜਸਵਾਰ ਤੇਜ਼ ਜਾ ਰਿਹਾ ਸੀ, ਜਿਸ ਕਾਰਨ ਘੋੜਾ ਅੱਗੇ ਵਧਿਆ ਤੇ ਸਿੰਘ ਦੀਆਂ ਲੱਤਾਂ ਦੀ ਕੈਂਚੀ ਖੁੱਲ ਗਈ ਤੇ ਉਹ ਡਿੱਗ ਪਿਆ, ਪਰ ਨਾਲ ਹੀ ਘੋੜਸਵਾਰ ਥੱਲੇ ਜਾ ਪਿਆ। ਪਿਛਲਾ ਘੋੜਸਵਾਰ ਵੀ ਇੰਨੀ ਛੇਤੀ ਸੰਭਲ ਨਾ ਸਕਿਆ ਤੇ ਦੋਵਾਂ ਤੋਂ ਘੋੜਾ ਭਜਾ ਕੇ ਅੱਗੇ ਜਾ ਰੁਕਿਆ। ਰੁੱਖਾਂ ਤੇ ਚੜੇ ਸਿੰਘਾਂ ਨੇ ਇੱਕਦਮ ਛਾਲਾਂ ਮਾਰਤੀਆਂ ਤੇ ਜ਼ਖਮੀ ਹਾਲਤ 'ਚ ਦੋਹਾਂ ਨੂੰ ਫੜ ਲਿਆ। ਕੁਝ ਸਿੰਘਾਂ ਨੇ ਦੂਜੇ ਘੋੜਸਵਾਰ ਨੂੰ ਜਾ ਘੇਰਿਆ, ਜੋ ਕਿ ਥੱਲੇ ਉਤਰ ਕੇ ਦੇਖਣ ਦਾ ਯਤਨ ਕਰ ਰਿਹਾ ਸੀ ਕਿ ਪਹਿਲੇ ਘੋੜਸਵਾਰ ਨਾਲ ਕੀ ਵਾਪਰੀ ਹੈ, ਉਹ ਥੱਲੇ ਕਿਉਂ ਡਿੱਗ ਪਿਆ। ਦੋਹਾਂ ਘੋੜਸਵਾਰਾਂ ਦੀਆਂ ਮੁਸ਼ਕਾਂ ਬੰਨ੍ਹ ਲਈਆਂ ਗਈਆਂ, ਅੱਖਾਂ ਤੇ ਪੱਟੀ ਬੰਨ੍ਹ ਕੇ ਟੋਰ ਲਿਆ। ਖੇਤਾਂ ਦੀਆਂ ਵੱਟਾਂ ਤੇ ਲੰਘਦੇ ਉਹ ਜੰਗਲ 'ਚ ਆ ਗਏ। ਇੱਥੇ ਆ ਕੇ ਅੱਖਾਂ ਤੋਂ ਪੱਟੀ ਖੋਲ ਦਿੱਤੀ। ਇਹਨਾਂ ਦੀ ਤਲਾਸ਼ੀ ਲਈ ਤਾਂ ਚਿੱਠੀਆਂ ਮਿਲ ਗਈਆਂ ਜੋ ਜਾਫਰ ਬੇਗ ਨੇ ਅੰਮ੍ਰਿਤਸਰ ਦੇ ਫੌਜਦਾਰ ਨੂੰ ਘੱਲੀਆਂ ਸਨ। ਉਹਨਾਂ ਚਿੱਠੀਆਂ 'ਚ ਇਹ ਵੀ ਪਤਾ ਲੱਗ ਗਿਆ ਕਿ ਜਾਫਰ ਬੇਗ ਨੂੰ ਸਿੰਘਾਂ ਦੇ ਇਸ ਟਿਕਾਣੇ ਦਾ ਪਤਾ ਲੱਗ ਗਿਆ ਤੇ ਇਲਾਕੇ ਦੇ ਸਾਰੇ ਫੌਜਦਾਰਾਂ ਦੀ ਇੱਕ ਮੀਟਿੰਗ ਸੱਦੀ ਜਾ ਰਹੀ ਹੈ ਜੋ ਸਿੱਖਾਂ ਵਿਰੁੱਧ ਮੁਹਿੰਮ ਚਲਾਉਣ ਲਈ ਪ੍ਰੋਗਰਾਮ ਤਿਆਰ ਕਰੇਗੀ। ਜਾਫਰ ਬੇਗ ਨੇ ਸਿੰਘਾਂ ਦੀਆਂ ਸਰਗਰਮੀਆਂ ਬਾਰੇ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਨੂੰ ਜੋ ਰਿਪੋਰਟ ਭੇਜੀ ਸੀ, ਉਹਦੀ ਇੱਕ ਨਕਲ ਵੀ ਅੰਮ੍ਰਿਤਸਰ ਦੇ ਫੌਜਦਾਰ ਨੂੰ ਭੇਜੀ ਸੀ। ਉਸ ਤੋਂ ਵੀ ਸਿੰਘਾਂ ਨੂੰ ਬਹੁਤ ਕੁਝ ਪਤਾ ਲੱਗਿਆ। ਤੁਸੀਂ ਕੌਣ ਹੋ? ਇੱਕ ਸਿੰਘ ਨੇ ਪੁੱਛਿਆ। ਅਸੀਂ ਜਾਫਰ ਬੇਗ ਫੌਜਦਾਰ ਪੱਟੀ ਦੇ ਸਿਪਾਹੀ ਹਾਂ, ਇੱਕ ਘੋੜਸਵਾਰ ਬੋਲਿਆ। ਡਰ ਨਾਲ ਦੋਵੇਂ ਕੰਬ ਰਹੇ ਸਨ। ਉਹਨਾਂ ਦੇ ਚਿਹਰਿਆਂ ਦਾ ਰੰਗ ਢੰਗ ਦੱਸ ਰਿਹਾ ਸੀ ਕਿ ਉਹਨਾਂ ਨੂੰ ਹੁਣ ਮੌਤ ਸਾਹਮਣੇ ਨਜ਼ਰ ਆ ਰਹੀ ਸੀ। ਤੁਸੀਂ ਕਿੱਥੇ ਚੱਲੇ ਸੀ? ਇੱਕ ਹੋਰ ਸਿੰਘ ਨੇ ਪੁੱਛਿਆ। ਦੂਜੇ ਘੋੜਸਵਾਰ ਨੇ ਚਿੱਠੀ ਵੱਲ ਇਸ਼ਾਰਾ ਕਰਦਿਆਂ ਕਿਹਾ, ਇਸ ਤੋਂ ਸਪਸ਼ਟ ਹੀ ਹੈ ਕਿ ਅੰਮ੍ਰਿਤਸਰ ਦੇ ਫੌਜਦਾਰ ਕੋਲ ਰਿਪੋਰਟ ਦੇਣ ਲਈ ਜਾ ਰਹੇ ਸੀ। ਸਿੰਘਾਂ ਦਾ ਜਥੇਦਾਰ ਸਰਦਾਰ ਬਹਾਦਰ ਸਿੰਘ ਜੰਗਲ 'ਚ ਨਹੀਂ ਸੀ। ਉਹ ਕਿਧਰੇ ਜ਼ਰੂਰੀ ਪ੍ਰਬੰਧ ਕਰਨ ਲਈ ਗਿਆ ਹੋਇਆ ਸੀ, ਜਿਸ ਕਾਰਨ ਸਿੰਘਾਂ ਨੇ ਉਹਦੇ ਆਉਣ ਤੱਕ ਉਹਨਾਂ ਨੂੰ ਬੰਨੀ ਰੱਖਣ ਦਾ ਫੈਸਲਾ ਕੀਤਾ। ਜਦ ਜਥੇਦਾਰ ਬਹਾਦਰ ਸਿੰਘ ਆਇਆ ਤਾਂ ਸਾਰੀ ਗੱਲਬਾਤ ਤੋਂ ਜਾਣੂ ਕਰਾਇਆ ਗਿਆ। ਉਸ ਇੱਕ ਬੱਤੀ ਮੰਗਵਾਈ ਤੇ ਨੇੜੇ ਕਰਕੇ ਪਛਾਣਨ ਦਾ ਯਤਨ ਕੀਤਾ, ਪਰ ਪਛਾਣ ਨਾ ਸਕਿਆ।
ਜਥੇਦਾਰ ਨੇ ਪੁੱਛਿਆ, ਹੋਰ ਸਿੱਖਾਂ ਬਾਰੇ ਸਰਕਾਰ ਕੀ ਸੋਚ ਰਹੀ ਹੈ? ਸਾਨੂੰ ਤਾਂ ਪਤਾ ਨਹੀਂ, ਦੋਹਾਂ ਨੇ ਬੜੇ ਤਰਲੇ ਭਰੇ ਢੰਗ ਨਾਲ ਕਿਹਾ। ਨਹੀਂ, ਤੁਹਾਨੂੰ ਪਤਾ ਹੈ। ਜਥੇਦਾਰ ਗਰਜਿਆ, ਇਹਨਾਂ ਨੂੰ ਲੈ ਜਾਓ ਤੇ ਜਰਾ ਚੰਗੀ ਤਰ੍ਹਾਂ ਸੇਵਾ ਕਰੋ। ਉਹ ਹੈਰਾਨ ਹੋ ਗਏ ਕਿ ਜਥੇਦਾਰ ਬੜੇ ਗੁੱਸੇ 'ਚ ਹੁਕਮ ਦੇ ਰਿਹਾ ਹੈ, ਪਰ ਸੇਵਾ ਦਾ। ਮੂੰਹ 'ਚ ਪਾਣੀ ਭਰ ਆਇਆ ਕਿਉਂਕਿ ਸਵੇਰ ਦੇ ਭੁੱਖੇ ਸਨ। ਜਦ ਸਿੰਘਾਂ ਜ਼ਰਾ ਪਰੇ ਲਿਜਾ ਕੇ ਲੰਮਿਆਂ ਪਾਇਆ ਤੇ 2-4 ਜੂਤ ਖੜਕਾਏ ਤਾਂ ਇੱਕ ਘੋੜਸਵਾਰ ਬੋਲ ਪਿਆ, ਉਹ ਨਾ ਮਾਰੋ, ਮੈਂ ਦੱਸਦਾ। ਸਿੰਘਾਂ ਨੇ ਉਹਨੂੰ ਜਥੇਦਾਰ ਪਾਸ ਲੈ ਆਂਦਾ। ਘੋੜਸਵਾਰ ਨੇ ਦੱਸਿਆ ਕਿ ਉਹਦੇ ਨਾਲ ਦਾ ਜਾਫਰ ਬੇਗ ਦਾ ਭਤੀਜਾ ਕਾਦਰ ਬਖਸ਼ ਹੈ ਤੇ ਅਸੀਂ ਅੰਮ੍ਰਿਤਸਰ ਦੇ ਫੌਜਦਾਰ ਨਾਲ ਸਿੱਖਾਂ ਵਿਰੁੱਧ ਅੰਦੋਲਨ ਲਈ ਪ੍ਰੋਗਰਾਮ ਬਣਾਉਣ ਚੱਲੇ। ਕਾਦਰ ਬਖਸ਼ ਦਾ ਨਾਮ ਸੁਣ ਕੇ ਜਥੇਦਾਰ ਬਹਾਦਰ ਸਿੰਘ ਨੂੰ ਗੁੱਸਾ ਚੜ ਗਿਆ, ਕਿਉਂਕਿ ਜਾਫਰ ਬੇਗ ਦੀਆਂ ਬਹੁਤੀਆਂ ਮੁਹਿੰਮਾਂ 'ਚ ਇਹਦਾ ਨਾਮ ਹੀ ਗੂੰਜਦਾ ਹੁੰਦਾ ਸੀ ਤੇ ਬਹਾਦਰ ਸਿੰਘ ਨੇ ਕਈ ਵਾਰ ਇੱਛਾ ਪ੍ਰਗਟ ਕੀਤੀ ਸੀ ਕਿ ਕਦੇ ਕਾਦਰ ਬਖਸ਼ ਨਾਲ ਉਹਦੀ ਟੱਕਰ ਹੋਵੇ ਤਾਂ ਉਸ ਨਾਲ 2 ਹੱਥ ਕਰਕੇ ਦੇਖੇ। ਜਥੇਦਾਰ ਨੇ ਹੁਕਮ ਦਿੱਤਾ ਕਿ ਦੂਜੇ ਆਦਮੀ ਦੀਆਂ ਅੱਖਾਂ ਬੰਨ੍ਹ ਕੇ ਉਹਨੂੰ ਤਰਨ ਤਾਰਨ ਕੋਲ ਛੱਡ ਦਿੱਤਾ ਜਾਏ, ਪਰ ਕਾਦਰ ਬਖਸ਼ ਨੂੰ ਕੈਦੀ ਬਣਾ ਲਿਆ ਜਾਏ। ਉਸੇ ਵੇਲੇ ਸਿੰਘਾਂ ਨੇ ਹੁਕਮ ਤੇ ਅਮਲ ਸ਼ੁਰੂ ਕਰ ਦਿੱਤਾ ਤੇ ਇੱਕ ਘੋੜਸਵਾਰ ਨੂੰ ਤਰਨ ਤਾਰਨ ਕੋਲ ਛੱਡਣ ਲਈ ਲੈ ਗਏ। ਕਾਦਰ ਬਖਸ਼ ਨੇ ਤਰਲੇ ਕੀਤੇ ਕਿ ਉਹਨੂੰ ਵੀ ਛੱਡ ਦਿੱਤਾ ਜਾਏ, ਪਰ ਜਥੇਦਾਰ ਬਹਾਦਰ ਸਿੰਘ ਇਹ ਹੁਕਮ ਦੇ ਕੇ ਆਪਣੇ ਤੰਬੂ 'ਚ ਚਲਾ ਗਿਆ ਕਿ ਕੱਲ ਇਹਨੂੰ ਮੇਰੇ ਸਾਹਮਣੇ ਫਿਰ ਪੇਸ਼ ਕੀਤਾ ਜਾਏ। ਧੰਨਵਾਦ।